ਧਰਮ ਰਾਹੀਂ ਸੱਚ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਬਸਕ੍ਰਾਈਬ ਕਰੋ ਸਾਡਾ ਨਵਾਂ ਚੈਨਲ ਦਾ ਖਾਲਸ ਟੀਵੀ ਧਰਮ। ਉੱਥੇ ਇਕੱਲੇ ਸੂਬੇ ਸਰਾਂ ਨੂੰ ਕਢਾਇਆ ਜਾਂਦਾ ਹੈ, ਜਦ ਕਿ ਜਿਹੜੇ ਅਸਲ ਮੁਜਰਮ ਉਹ ਵੀ ਕਾਤਲ ਹੈ। ਉਹ ਮੈਂ ਕਿਹਾ ਗੰਗੂ ਤੇ ਦੁਸ਼ਟ ਤੇ ਸੁਚਾਨੰਦ ਲਾਂਤਾਂ ਪੈਂਦੀਆਂ ਨੇ। ਨਹੀਂ ਲਾਂਤਾਂ ਪੈਂਦੀਆਂ, ਗੰਗੂ ਨੂੰ ਬਹੁਤ ਲਾਂਤਾਂ ਪਰ ਬਕਾਊ ਮਾਲ ਹਰ ਕੌਮ 'ਚ ਹੁੰਦਾ ਹੈ। ਬਿਲਕੁਲ ਹੁੰਦਾ। ਜਦੋਂ ਉਹਨਾਂ ਦੀ ਕੀਮਤ ਲੱਗਦੀ ਹੈ ਉਹ ਵਿਕ ਜਾਂਦੇ ਨੇ। ਠੀਕ ਨਹੀਂ ਲੱਗਦਾ ਕਿ ਉਹ ਫਰਕ ਰਿਹਾ ਹੈਗਾ। ਜਦੋਂ ਲੋੜ ਹੁੰਦੀ ਹੈ ਸਿੱਖ ਡਟ ਕੇ ਖੜਦੇ ਨੇ। ਮੁਗਲ ਬਾਦਸ਼ਾਹ ਹੋਏ ਸੀ, ਉਹਨਾਂ ਨੂੰ ਬਰੀ ਨਹੀਂ ਬਰੀ ਨਹੀਂ ਕਰਦਾ, ਬਿਲਕੁਲ ਨਹੀਂ ਬਰੀ ਕਰਦਾ। ਜਿਹੜਾ ਮੈਨੇ ਜੁਰਮ ਨਹੀਂ ਕੀਤਾ ਘੱਟੋ ਘੱਟ ਉਹ ਮੇਰੇ ਪਰ ਇਲਜ਼ਾਮ ਨਾ ਲਾਇਆ ਜਾਵੇ। ਸੂਬੇ ਸਰਹੰਦ ਨੇ ਇਸਲਾਮ ਦੇ ਕਾਨੂੰਨ ਨੂੰ ਤੋੜ ਕੇ ਹੀ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ, ਇਸ ਲਈ ਉਹ ਇਸਲਾਮ ਦਾ ਮੁਜਰਮ ਪਹਿਲਾਂ ਹੈ, ਸਿੱਖੀ ਦਾ ਮਗਰੋਂ। ਗੋਬਿੰਦ ਅਤੇ ਉਸ ਦੀ ਔਲਾਦ ਦਾ ਮਾਰਿਆ ਜਾਣਾ ਵੀ ਕਿਆ ਖੂਬ ਰਿਹਾ। ਇਹ ਇਤਿਹਾਸ 'ਚ ਪਹਿਲੀ ਵਾਰੀ ਪੜ੍ਹਨਗੇ ਲੋਕ, ਜਿਹੜੇ ਸੁਣਨਗੇ ਨਾਮ ਲੈ ਗਿਆ, ਇਹ ਕੌਣ ਹੈ ਫਲਾਂ, ਇਹ ਕੌਣ ਹੈ ਫਲਾਂ, ਆਹ ਕੌਣ ਹੈ ਮੁਸਲਮਾਨ ਮੇਰੇ ਗੁਰੂ ਦਾ ਬੈਰੀ। ਦਾ ਖਾਲਸ ਟੀਵੀ ਤੇ ਮੈਂ ਹਰਸ਼ਰਨ ਕੌਰ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ। ਮਲੇਰਕੋਟਲੇ ਨਾਲ ਸਿੱਖਾਂ ਦੀ ਬਹੁਤ ਪੁਰਾਣੀ ਸਾਂਝ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਵੇਲੇ ਤੋਂ ਨਵਾਬ ਮਲੇਰਕੋਟਲਾ, ਜਿਨ੍ਹਾਂ ਦਾ ਨਾਮ ਸਿੱਖ ਕੌਮ ਦੇ ਵੱਲੋਂ ਬੜੇ ਹੀ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਅੱਜ ਅਸੀਂ ਮਲੇਰਕੋਟਲੇ ਦੇ ਵਿੱਚ ਤਾਂ ਹੈਗੇ ਹੀ ਹਾਂ। ਇੱਕ ਹੋਰ ਵੱਡੀ ਤੇ ਅਹਿਮ ਗੱਲ ਹੈ ਕਿ ਅੱਜ ਅਸੀਂ ਉਸੇ ਸਥਾਨ ਤੇ ਬੈਠੇ ਹਾਂ ਜਿੱਥੇ ਕਦੇ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਰਿਹਾ ਕਰਦੇ ਸੀ। ਇਹ ਉਹਨਾਂ ਦਾ ਘਰ ਹੈ ਜਿੱਥੇ ਅਸੀਂ ਬੈਠੇ ਹਾਂ। ਅੱਜ ਸਾਡੇ ਨਾਲ ਨੇ ਡਾਕਟਰ ਨਸੀਰ ਅਖਤਰ, ਮਲੇਰਕੋਟਲਾ ਦੇ ਹੀ ਰਹਿਣ ਵਾਲੇ ਨੇ ਔਰ ਖਾਸ ਕਰਕੇ ਸਿੱਖ ਮੁਸਲਿਮ ਸਾਂਝਾਂ ਦੇ ਉੱਤੇ ਕਾਫੀ ਸਾਲਾਂ ਤੋਂ ਕੰਮ ਕਰਦੇ ਆ ਰਹੇ ਨੇ। ਇੱਕ ਸਾਂਝ ਹੈ ਜਿਹੜੀ ਸਿੱਖਾਂ ਤੇ ਮੁਸਲਮਾਨਾਂ ਦੀ ਗੁਰੂ ਸਾਹਿਬਾਨਾਂ ਦੇ ਵੇਲੇ ਤੋਂ ਚੱਲੀ ਆ ਰਹੀ ਹੈ। ਇਸ ਸਾਂਝ ਤੇ ਵੀ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦਾ ਖਾਲਸ ਟੀਵੀ। ਬਹੁਤ ਸ਼ੁਕਰੀਆ ਜੀ, ਬਹੁਤ-ਬਹੁਤ ਧੰਨਵਾਦ। ਸੋ ਸਭ ਤੋਂ ਪਹਿਲਾਂ ਜੋ ਭਾਰਤ ਦੇ ਵਿੱਚ ਇਸ ਵੇਲੇ ਚੱਲ ਰਿਹਾ ਹੈ, ਅੱਜ ਅਸੀਂ ਗੱਲਬਾਤ ਕਰ ਰਹੇ ਹਾਂ। ਮੈਂ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੀ ਹਾਂ, ਤੁਸੀਂ ਮੁਸਲਿਮ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ, ਪਰ ਅਸੀਂ ਦੇਖਦੇ ਹਾਂ ਕਿ ਮੁਸਲਿਮ ਮਾਈਨੋਰਿਟੀ ਇਸ ਵੇਲੇ ਬੜੇ ਮੁਸ਼ਕਿਲ ਹਾਲਾਤ ਦੇ ਵਿੱਚ ਹੈ। ਪਹਿਲੀ ਵਾਰੀ ਸ਼ਾਇਦ ਮੈਂ ਆਪਣੀ ਨਿੱਕੀ ਜਿਹੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖਿਆ ਕਿ ਮੁਸਲਿਮ ਭਾਈਚਾਰਾ ਇੰਨਾ ਲੰਬੇ ਸਮੇਂ ਤੋਂ ਸੰਘਰਸ਼ ਜਿਹੜਾ ਕਰ ਰਿਹਾ। ਸੋ ਇਸ ਚੀਜ਼ ਨੂੰ ਸਾਰੇ ਨੂੰ ਦੇਖ ਕੇ ਮੇਰੇ ਮਨ 'ਚ ਇਹੀ ਸਵਾਲ ਉੱਠ ਰਿਹਾ ਕਿ ਕੀ ਇਹ ਸਾਰੀ ਵੋਟ ਦੀ ਸਿਆਸਤ ਕਰਕੇ ਹੋ ਰਿਹਾ ਹੈਗਾ? ਤੁਸੀਂ ਕੀ ਸਮਝਦੇ ਹੋ ਉਹਨੂੰ? ਕਿਉਂਕਿ ਮੁਸਲਮਾਨਾਂ ਤੇ ਪਹਿਲਾਂ ਵੀ ਪਿਛਲੇ 3-4 ਮਹੀਨਿਆਂ 'ਚ ਆਪਾਂ ਦੇਖ ਲਈਏ ਬੜਾ ਕੁਝ ਹੋਇਆ ਹੈ। ਧਾਰਾ 370 ਰੱਦ ਹੁੰਦੀ ਹੈ, ਉਸ ਤੋਂ ਬਾਅਦ ਜਿਹੜਾ 3 ਤਲਾਕ ਵੀ ਇਸੇ ਸਰਕਾਰ ਨੇ ਜਿਹੜਾ ਹੈਗਾ ਕੀਤਾ ਹੈਗਾ। ਹੋਰ ਵੀ ਬਹੁਤ ਸਾਰੇ ਮਸਲੇ ਨੇ। ਉਦੋਂ ਮੁਸਲਿਮ ਭਾਈਚਾਰਾ ਇੰਨੇ ਵੱਡੇ ਰੂਪ ਦੇ ਵਿੱਚ, ਇਕਜੁੱਟ ਰੂਪ ਦੇ ਵਿੱਚ ਨਹੀਂ ਖੜਾ ਹੁੰਦਾ ਜਿੰਨਾ ਹੁਣ ਖੜਾ ਹੋਇਆ। ਕੀ ਵੋਟ ਬੈਂਕ ਕਰਕੇ ਹੋ ਰਿਹਾ? ਹਾਂ, ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸਾਰੀਆਂ ਤਾਰੀਫਾਂ, ਸਾਰੀਆਂ ਵਡਿਆਈਆਂ ਉਸ ਰੱਬ ਲਈ ਨੇ ਜਿਹੜਾ ਸਾਰੇ ਜਗ ਦਾ ਪਾਲਣਹਾਰ ਹੈ ਜੀ। ਇਸਲਾਮ ਦੀ ਇੱਕ ਮੁੱਢਲੀ ਸਿੱਖਿਆ ਹੈ ਕੁਰਾਨ ਮਜੀਦ 'ਚ ਸੂਰਤ ਅਲ ਹੁਜਰਾਤ ਆਇਤ ਨੰਬਰ 13 'ਚ, ਯਾ ਅਯੁਹਨ ਨਾਸੁ ਇੰਨਾ ਖਲਕਨਾकुम ਮਿਨ ज़करिन व उनसा। ਰੱਬ ਦਾ ਫਰਮਾਨ ਹੈ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਆਦਮੀ ਅਤੇ ਇੱਕ ਔਰਤ ਤੋਂ ਪੈਦਾ ਕੀਤਾ ਹੈ। ਦੂਜੇ ਸ਼ਬਦਾਂ ਵਿੱਚ ਸਾਡੇ ਸਾਰਿਆਂ ਦੇ ਮੁੱਢਲੇ ਮਾਤਾ ਪਿਤਾ ਇੱਕ ਹਨ। ਇਸ ਲਈ ਸੰਸਾਰ ਦੇ ਸਾਰੇ ਲੋਕ, ਭਾਵੇਂ ਉਹ ਕਿਸੇ ਵੀ ਧਰਮ ਜਾਂ ਕੌਮ ਨਾਲ ਸੰਬੰਧ ਰੱਖਦੇ ਹਨ, ਆਪਸ ਵਿੱਚ ਭਰਾ ਹਨ ਜੀ। ਉਹਨਾਂ ਵਿੱਚ ਕੋਈ ਊਚ ਨੀਚ ਨਹੀਂ ਹੈ। ਬਿਲਕੁਲ ਉੱਚਾ ਉਹ ਹੈ ਜਿਹੜਾ ਵੱਧ ਭਲੇ ਕਰਮ ਕਰਨ ਵਾਲਾ ਤੇ ਉਸ ਰੱਬ ਤੋਂ ਡਰਨ ਵਾਲਾ ਹੈ। ਇਸ ਲਈ ਜਿਹੜੀ ਇਸਲਾਮ ਦੀ ਜਿਹੜੀ ਸਿੱਖਿਆ ਹੈ ਉਹ ਮਾਨਵਤਾ ਦੀ ਸਿੱਖਿਆ ਹੈ, ਇਨਸਾਨੀ ਦੀ ਸਿੱਖਿਆ ਹੈ। ਬਿਲਕੁਲ। ਤੇ ਅਸੀਂ ਤਾਂ ਜਦੋਂ ਇਹ ਹਾਲਾਤ ਸ਼ੁਰੂ ਹੋਏ, ਪਹਿਲਾਂ ਮੌਬ ਲਿੰਚਿੰਗ ਸ਼ੁਰੂ ਹੋਈ, ਫਿਰ ਉਸ ਤੋਂ ਬਾਅਦ ਧਾਰਾ 370 ਦੀ ਗੱਲ ਚੱਲੀ ਹੈ, ਵਿੱਚ ਦੀ 3 ਤਲਾਕ ਤੇ ਵੀ ਗੱਲ ਹੋਈ ਹੈ। ਬਿਲਕੁਲ। ਤੇ ਇਹ ਸਾਰੇ ਜਿਹੜੇ ਬਾਬਰੀ ਮਸਜਿਦ ਦਾ ਹੋਇਆ, ਠੀਕ ਹੈ, ਨਹੀਂ ਹੈ ਤਾਂ ਇਹ ਇਸਲਾਮ ਨਾਲ ਮੁਸਲਮਾਨਾਂ ਨਾਲ ਸੰਬੰਧਿਤ ਥੇ, ਲੇਕਿਨ ਜਿਹੜਾ ਇਹ ਮਸਲਾ ਹੈ CAA ਦਾ ਜਾਂ NRC ਦਾ, ਇਹ ਇੱਕ ਸਾਡਾ ਕੱਲਾ ਮੁਸਲਮਾਨਾਂ ਦਾ ਸਾਰਾ ਸਾਂਝਾ ਮਸਲਾ ਹੈ, ਠੀਕ ਹੈ ਨਹੀਂ। ਅੱਜ ਮੁਸਲਮਾਨ ਟਾਰਗੇਟ ਨੇ, ਕੱਲ ਨੂੰ ਦੂਸਰੀ ਕੌਮ ਟਾਰਗੇਟ ਹੋਊਗੀ। ਅਫਸੋਸ ਦੀ ਗੱਲ ਇਹ ਹੈ ਵੀ ਮੇਰੇ ਦਾਦੇ ਪੜਦਾਦਿਆਂ ਚੋਂ ਜਿਨ੍ਹਾਂ ਲੋਕਾਂ ਨੇ ਫਰੀਡਮ ਫਾਈਟਰ ਰਹੇ ਨੇ, ਇਸ ਦੇਸ਼ ਨੂੰ
ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ ਨੇ, ਅੱਜ ਉਹਨਾਂ ਨੂੰ ਪੁੱਛਿਆ ਜਾ ਰਿਹਾ ਵੀ ਤੁਸੀਂ ਇੰਡੀਅਨ ਹੋ ਜਾਂ ਨਹੀਂ। ਜੇ ਇਹੀ ਪੁੱਛਣਾ ਸੀ ਸਾਨੂੰ ਉਸ ਵੇਲੇ ਪਹਿਲਾਂ ਪੁੱਛਦੇ, ਜਦੋਂ ਅਸੀਂ ਇਸ ਦੇਸ਼ ਦੀ ਆਜ਼ਾਦੀ ਵਾਸਤੇ ਲੜ ਰਹੇ ਸੀ ਉਸ ਵੇਲੇ ਪੁੱਛਦੇ ਵੀ ਭਾਈ ਤੁਸੀਂ ਇੰਡੀਅਨ ਹੋ ਜਾਂ ਨਹੀਂ, ਜੇ ਤਾਂ ਇੰਡੀਅਨ ਹੋ ਫਿਰ ਤਾਂ ਲੜਿਓ, ਨਹੀਂ ਨਾ ਲੜਿਓ। ਅੱਜ ਉਹ ਲੋਕ ਪੁੱਛਦੇ ਨੇ ਜਿਹੜੇ ਖੁਦ ਅੰਗਰੇਜ਼ਾਂ ਦੀ ਸਪੋਰਟ ਕਰਦੇ ਰਹੇ ਨੇ। ਬਿਲਕੁਲ, ਤੇ ਅਜੀਬ ਜੀ ਬਾਤ ਹੈ ਇਹ। ਤੇ ਇਹ ਜਿਹੜੀ ਇਸ ਕਰਕੇ ਮਤਲਬ ਤੁਹਾਨੂੰ ਲੱਗਦਾ ਕਿ ਇਹ ਮੁੱਦਾ ਬਾਕੀ ਸਾਰੇ ਮੁੱਦਿਆਂ ਤੋਂ ਜ਼ਿਆਦਾ ਵੱਡਾ ਆ? ਬਿਲਕੁਲ, ਕਿਉਂਕਿ ਇਹ ਜਦੋਂ ਸਾਡਾ ਸੰਵਿਧਾਨ ਲਿਖਿਆ ਗਿਆ ਉਸ ਵੇਲੇ ਹਰ ਹਿੰਦੁਸਤਾਨੀ ਨੂੰ ਧਰਮ ਦੇ ਆਧਾਰ ਤੇ ਜਾਂ ਜਿਹੜੇ ਉਹਦੇ ਆਪਣੇ ਰਾਈਟਸ ਸੀ ਉਹਦੇ ਆਧਾਰ ਤੇ ਇਹ ਸਹੂਲਤਾਂ ਦਿੱਤੀਆਂ ਗਈਆਂ, ਉਹਨੂੰ ਰਾਈਟ ਦਿੱਤੇ ਗਏ ਨੇ। ਅੱਜ ਸਾਨੂੰ ਇਹ ਉੱਠ ਕੇ ਪੁੱਛਦੇ ਨੇ ਵੀ ਤੁਹਾਨੂੰ ਰਾਈਟ ਹੈ ਜਾਂ ਨਹੀਂ। ਇਹ ਅਜੀਬ ਜੀ ਗੱਲ ਲੱਗਦੀ ਹੈ ਮੈਨੂੰ। ਮੇਰੇ ਘਰ ਤੇ ਆ ਕੇ ਪੁੱਛੇ ਵੀ ਤੂੰ ਇੱਥੇ ਘਰ ਦਾ ਰਹਿਣ ਵਾਲਾ ਸਿੱਧ ਕਰ, ਅਜੀਬ ਜੀ ਗੱਲ ਨਹੀਂ ਹੈ। ਬਿਲਕੁਲ 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 ਡਾਕਟਰ ਸਾਹਿਬ। ਸੋ ਇੱਕ ਸਵਾਲ ਮੈਂ ਇਸੇ ਨੂੰ ਰਿਲੇਟਡ ਹੋਰ ਪੁੱਛਣਾ ਜੇ ਕਿ ਜੇ ਸਟਰਗਲ ਹੁਣ ਕੀਤਾ ਜਾ ਰਿਹਾ, ਲਗਾਤਾਰ ਕੰਟੀਨਿਊ ਹੈ ਸਟਰਗਲ, ਹੋਰ ਵੀ ਬਹੁਤ ਸਾਰੇ ਲੋਕ ਨੇੜੇ ਸਟਰਗਲ ਦੇ ਨਾਲ ਨੇ, ਸਟੂਡੈਂਟ ਹੋਣ ਜਾਂ ਫਿਰ ਹੋਰ ਭਾਈਚਾਰੇ ਦੇ ਲੋਕ ਹੋਣ, ਜੇ ਨਹੀਂ ਮੰਨਦੇ ਤੁਹਾਡੀ ਗੱਲ ਤਾਂ ਸਟਰਗਲ ਤੋਂ ਬਾਅਦ ਰਾਹ ਕਿਹੜਾ ਹੋਊਗਾ, ਹੋਰ ਕਿਹੜਾ ਰਾਹ ਹੋਊਗਾ? ਨਹੀਂ, ਮੰਨਣਾ ਪਊਗਾ, ਇਸ ਤੋਂ ਬਾਅਦ ਦੂਸਰਾ ਹੱਲ ਹੀ ਨਹੀਂ ਹੈ। ਪਰ ਉਹ ਬਾਰ-ਬਾਰ ਕਹਿੰਦੇ ਨੇ ਕਿ ਇਹ ਤਾਂ ਲਾਗੂ ਹੋ ਕੇ ਦੇਖੋ, ਅੰਗਰੇਜ਼ ਵੀ ਇਹ ਕਹਿੰਦੇ ਵੀ ਅਸੀਂ ਭਾਰਤ ਛੱਡਣਾ ਨਹੀਂ ਹੈਗਾ, ਆਖਰ ਉਹਨੂੰ ਛੱਡਣਾ ਪਿਆ। ਜਦੋਂ ਲੋਕ ਉੱਠਦੇ ਨੇ, ਇਕਜੁੱਟ ਹੁੰਦੀ ਹੈ ਜਿਹੜੀ ਇੱਕ 'ਚ ਬਰਕਤ ਹੈ। ਅੱਜ ਪਹਿਲਾਂ ਮੁਸਲਿਮ ਉੱਠੇ, ਅੱਜ ਹਿੰਦੂ ਵੀ ਨਾਲ ਨੇ, ਸਿੱਖਾਂ ਦੀ ਪੂਰੀ ਤਰ੍ਹਾਂ ਸਪੋਰਟ ਹੈ, ਈਸਾਈ ਸਾਰੇ ਵਰਗ ਹੀ ਨਾਲ ਲੱਗੇ ਹੋਏ ਨੇ। ਔਰ ਦੇਖਿਆ ਜਾਵੇ ਹਿੰਦੂ ਵੀ ਇਸ ਵਿੱਚ ਨਾਲ ਲੱਗੇ, ਇਹਨਾਂ ਨੂੰ ਹਿੰਦੂਆਂ ਵਾਸਤੇ ਨਹੀਂ ਕਿਹਾ ਜਾਂਦਾ। ਇਹ ਤਾਂ ਉਹ ਅਸਾਮ ਦੇ ਜਿਹੜੇ ਹਿੰਦੂ ਨੇ ਉਹ ਵਿਰੋਧ ਕਰ ਰਹੇ। ਇਹਨਾਂ ਨੂੰ ਤਾਂ ਕੁਰਸੀ ਚਾਹੀਦੀ ਹੈ, ਕੁਰਸੀ ਵਾਸਤੇ ਜਦੋਂ ਬੰਦਾ ਆਉਂਦਾ। ਇਹ ਇਤਿਹਾਸ ਗਵਾਹ ਹੈ ਸੰਸਾਰ ਦਾ। ਮੈਂ ਲਿਖਦਾ ਹੁੰਦਾ ਵੀ ਜਿਹੜੇ ਹਾਕਮ ਹੋਏ ਨੇ, ਸਮੇਂ-ਸਮੇਂ ਤੇ ਹੋਏ ਹਾਕਮਾਂ ਨੇ ਆਪਣੀ ਹਕੂਮਤ ਨੂੰ ਕਾਇਮ ਰੱਖਣ ਲਈ ਹਰ ਤਰ੍ਹਾਂ ਦੇ ਯੋਗ ਤੇ ਅਯੋਗ ਢੰਗ ਅਪਣਾਏ ਹਨ। ਇਸ ਲਈ ਕਿਸੇ ਵੀ ਹਾਕਮ ਦੀ ਹਕੂਮਤ ਨੂੰ ਉਸਦੇ ਧਰਮ ਦੀ ਹਕੂਮਤ ਨਹੀਂ ਕਿਹਾ ਜਾ ਸਕਦਾ, ਬਲਕਿ ਹਾਕਮ ਲੋਕ ਤਾਂ ਆਪਣੀ ਉਹਨਾਂ ਦੇ ਪਹਿਲਾਂ ਉਹਨਾਂ ਦੀ ਹਕੂਮਤ ਹੁੰਦੀ ਹੈ ਧਰਮ ਮਗਰੋਂ, ਉਹ ਤਾਂ ਆਪਣੇ ਮੁਫਾਦ ਲਈ ਧਰਮ ਦਾ ਇਸਤੇਮਾਲ ਕਰਦੇ ਰਹੇ ਨੇ ਤੇ ਅੱਜ ਵੀ ਕਰ ਰਹੇ ਨੇ। ਅੱਜ ਤਾਂ ਧਰਮ ਦੇ ਹੋਕੇ ਲਾ ਕੇ ਹਕੂਮਤਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਨੇ ਤੇ ਚਲਾਈਆਂ ਜਾ ਰਹੀਆਂ ਨੇ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਕਿ ਹਕੂਮਤਾਂ ਨੇ ਜੋ ਕੀਤਾ ਧਰਮ ਦਾ ਬੁਰਕਾ ਪਾ ਕੇ, ਉਹਦਾ ਜਿਹੜਾ ਅੰਜਾਮ ਭੁਗਤਣਾ ਪੈ ਰਿਹਾ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਮੁਗਲ ਬਾਦਸ਼ਾਹਾਂ ਨੇ ਆਪਣੀ ਜਿਹੜੀ ਬਾਦਸ਼ਾਹਤ ਦੇ ਸਮੇਂ ਜੋ ਕੁਝ ਵੀ ਕੀਤਾ, ਉਸ ਵੇਲੇ ਵੀ ਜਿਹੜਾ ਉਸ ਵੇਲੇ ਹਿੰਦੂ ਧਰਮ ਦੇ ਉੱਤੇ ਬੜਾ ਜ਼ੁਲਮ ਹੈ, ਆਪਾਂ ਦੇਖਦੇ ਹਾਂ ਕਿ ਕੀਤਾ ਜਾਂਦਾ ਸੀ। ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਮਾਨਸਿਕਤਾ ਹੈ ਜਿਹੜਾ ਅੱਜ ਹਿੰਦੂ ਕਹਿੰਦੇ ਨੇ ਕਿ ਮੁਸਲਮਾਨਾਂ ਨੂੰ ਦੇਖਣਾ ਪਸੰਦ ਨਹੀਂ ਕਰਦੇ, ਹਿੰਦੂ ਲੀਡਰ ਨੇ ਜਿਹੜੇ? ਇਤਿਹਾਸ ਗਵਾਹ ਹੈ ਕਿ ਹਰ ਕੌਮ ਵਿੱਚ ਚੰਗੇ ਬੁਰੇ ਆਦਮੀ ਇਨਸਾਨ ਹੋਏ ਨੇ। ਬਿਲਕੁਲ। ਜੇ ਹਿੰਦੂਆਂ ਨੂੰ ਮਾਣ ਹੈ ਸ਼੍ਰੀ ਰਾਮਚੰਦਰ ਜੀ ਤੇ ਸ਼੍ਰੀ ਕ੍ਰਿਸ਼ਨ ਜੀ ਤੇ, ਤਾਂ ਰਾਵਣ ਤੇ ਕੰਸ ਆਦਿ ਜਿਹੇ ਦੁਸ਼ਟ ਵੀ ਹਿੰਦੂਆਂ 'ਚ ਹੋਏ ਨੇ। ਬਿਲਕੁਲ ਹੋਏ ਨੇ। ਹੁਣ ਰਾਵਣ ਔਰ ਕੰਸ ਕਰਕੇ ਸਾਰੇ ਹਿੰਦੂ ਕੌਮ ਦਾ ਬੁਰਾ ਨਹੀਂ ਕਿਹਾ ਜਾ ਸਕਦਾ। ਨਹੀਂ, ਬਿਲਕੁਲ ਨਹੀਂ। ਜੇ ਸਿੱਖਾਂ ਨੂੰ ਫਖਰ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸਹਿਨਸ਼ੀਲਤਾ ਤੇ, ਤਾਂ ਪ੍ਰਿਥੀ ਚੰਦ ਜਿਹੜਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਸੀ, ਜਿਨ੍ਹਾਂ ਨੇ 2 ਵਾਰੀ 6ਵੇਂ ਗੁਰੂ ਸਾਹਿਬ ਨੂੰ ਬਾਲ ਅਵਸਥਾ 'ਚ ਜ਼ਹਿਰ ਦੇ ਕੇ ਮਾਰਨ ਦਾ ਯਤਨ ਕੀਤਾ, ਤੇ ਧੀਰਮਲ ਜਿਹੜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਭਤੀਜੇ ਸੀ, ਤੇ ਉਹਨਾਂ ਕਰਕੇ ਜਿਹੜੇ ਗੁਰੂ ਘਰ ਦੇ ਨੌ ਨਿਹਾਲ ਸੀ, ਯਾਨੀ ਸਿੱਖ ਕੌਮ 'ਚ ਨਹੀਂ, ਗੁਰੂ ਘਰ ਦੇ ਨੌ ਨਿਹਾਲ ਸੀ, ਉਹਨਾਂ ਕਰਕੇ ਸਾਰੀ ਸਿੱਖ ਕੌਮ ਨੂੰ ਬੁਰਾ ਨਹੀਂ ਕਿਹਾ ਜਾ ਸਕਦਾ। ਇਸੇ ਤਰ੍ਹਾਂ ਹੀ ਮੁਸਲਮਾਨਾਂ ਵਿੱਚ ਵੀ ਚੰਗੇ ਬੁਰੇ ਲੋਕ ਹੋਏ ਨੇ। ਮੇਰਾ ਸਵਾਲ ਸੀ ਕਿ ਜਿਹੜੀ ਉਹ ਮਾਨਸਿਕਤਾ ਹੈ ਇਹਨਾਂ ਦੇ ਦਿਮਾਗ 'ਚ ਬੈਠੀ ਹੋਈ। ਦੇਖੋ, ਅਸਲ ਗੱਲ ਕੀ ਹੈ, ਉਹ 300-400 ਸਾਲ ਪੁਰਾਣੇ ਹੋ ਗਏ। ਉਸ ਵੇਲੇ ਨਾ ਤਾਂ ਤੁਸੀਂ ਤੇ ਨਾ ਮੈਂ ਸੀ। ਸਾਡੇ ਕੋਲ ਜੋ ਕੁਝ ਵੀ ਪਹੁੰਚਿਆ ਉਹਦਾ ਇੱਕੋ ਇੱਕ ਮਾਧਿਅਮ ਇਤਿਹਾਸ ਹੈ। ਹੁਣ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਜੋ ਇਤਿਹਾਸ ਸਾਡੇ ਕੋਲ ਪਹੁੰਚਿਆ ਉਹ ਸਹੀ ਹੈ, ਸੱਚ ਹੈ, ਜਾਂ ਉਹਦੀ ਕਿਹੜੀ ਘਟਨਾ ਝੂਠੀ ਹੈ, ਕਿਹੜੀ ਸੱਚੀ ਹੈ? ਠੀਕ ਹੈ। ਜਿਹੜਾ ਇਤਿਹਾਸ ਹੈ ਇਹ ਸਮੇਂ-ਸਮੇਂ ਤੇ ਡਿਸਟੋਰਟ ਹੁੰਦਾ ਰਿਹਾ, ਵਿਗਾੜਿਆ ਜਾਂਦਾ ਰਿਹਾ। ਜੇ ਅਸੀਂ ਗੱਲ ਮੰਨ ਲਈਏ ਮੁਗਲਾਂ ਦੀ, ਸਭ ਤੋਂ ਜ਼ਿਆਦਾ ਜਿਹੜਾ ਬੁਰਾ ਭਲਾ ਕਿਹਾ ਜਾਂਦਾ ਹੈ ਉਹ ਔਰੰਗਜ਼ੇਬ ਨੂੰ ਪੇਸ਼ ਕੀਤਾ ਜਾਂਦਾ ਹੈ। ਪਿੱਛੇ ਜੇ UPSC ਦਾ ਇੱਕ ਕੁਐਸਚਨ ਆਇਆ ਸੀ ਜਿਹਦੇ ਵਿੱਚ ਪੁੱਛਿਆ ਗਿਆ ਸੀ ਵੀ ਉਹ ਕਿਹੜਾ ਮੁਸਲਿਮ ਬਾਦਸ਼ਾਹ ਹੈ ਜਿਹਦੇ ਦੌਰ 'ਚ ਸਭ ਤੋਂ ਵੱਧ ਮੁਸਲਿਮ ਵਜ਼ੀਰ ਰਹੇ ਨੇ। ਉਹਦੇ ਵਿੱਚ ਅਕਬਰ ਦਾ ਨਾਮ ਸੀ, ਮੁਹੰਮਦ ਤੁਗਲਕ ਦਾ ਨਾਮ ਸੀ, ਜਹਾਂਗੀਰ ਦਾ ਨਾਮ ਸੀ, ਔਰੰਗਜ਼ੇਬ ਦਾ ਨਾਮ ਸੀ, ਇੱਕ ਹੋਰ ਸੀ। ਉਹ ਸਾਰਿਆਂ ਨੇ, ਜਿੰਨੇ ਵੀ ਥੇ ਮੈਕਸੀਮਮ ਲੋਕਾਂ ਨੇ, ਕਿ ਸਟੂਡੈਂਟ ਨੇ ਕਿਹਾ ਅਕਬਰ, ਜਦ ਕਿ ਇਹ ਝੂਠ ਸੀ। ਔਰੰਗਜ਼ੇਬ ਇੱਕ ਐਸਾ ਬਾਦਸ਼ਾਹ ਸੀ ਜਿਹਦੀ ਕੈਬਨਿਟ 'ਚ 13 ਮੁਸਲਮਾਨ ਤੇ 13 ਹਿੰਦੂ ਸੀ। ਲੋਕ ਕਹਿੰਦੇ ਨੇ ਵੀ ਉਹ ਕਹਿੰਦਾ ਸੀ ਮੇਰੇ ਦਰਬਾਰ 'ਚ ਕਿਸੇ ਹਿੰਦੂ ਦਾ ਕੀ ਕੰਮ। ਉਹਦੀ ਦਾਦੀ ਹਿੰਦੂ ਸੀ, ਉਹਦੀ ਮਾਂ ਹਿੰਦੂ ਸੀ, ਉਹਦਾ ਸੈਨਾਪਤੀ ਹਿੰਦੂ ਸੀ। ਤੇ ਨਾ ਪਰ ਇਹ ਵੀ ਸੱਚ ਹੈ ਕਿ ਉਹਨਾਂ ਦੇ ਰਾਜ ਦੇ ਵਿੱਚ ਜ਼ੁਲਮ ਵੀ ਬਹੁਤ ਹੋਏ। ਬਿਲਕੁਲ, ਤੁਹਾਡਾ ਬਹੁਤ ਅੱਛਾ ਸਵਾਲ ਹੈ। ਮੈਂ ਹੁਣ ਤੁਹਾਨੂੰ ਇੱਕ ਸਵਾਲ ਹੋਰ ਕਰਦਾ। ਅਜੋਕੇ ਪੰਜਾਬ 'ਚ ਪਾਰਟੀਸ਼ਨ ਤੋਂ ਬਾਅਦ ਲਗਾਤਾਰ
ਸਿੱਖ ਧਰਮ ਨਾਲ ਜਾਂ ਸਿੱਖ ਕੌਮ ਨਾਲ ਸੰਬੰਧਿਤ ਸੱਜਣ ਹੀ ਪੰਜਾਬ ਦੇ ਮੁੱਖ ਮੰਤਰੀ ਬਣਦੇ ਆ ਰਹੇ ਨੇ। ਬਿਲਕੁਲ, ਠੀਕ ਹੈ ਨੀ? ਬਿਲਕੁਲ। ਉਹਨਾਂ ਦੇ ਦੌਰ ਵਿੱਚ ਕਿੰਨੀਆਂ ਵਾਰੀ ਪੰਜਾਬੀਆਂ ਤੇ ਵਿਸ਼ੇਸ਼ ਕਰਕੇ ਸਿੱਖਾਂ ਤੇ ਵੀ ਜ਼ੁਲਮ ਹੋਇਆ ਤੇ ਪਿਛਲੇ ਸਮਿਆਂ 'ਚ ਗੁਰਦੁਆਰੇ ਸਾਹਿਬ ਦੀ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਕਿੰਨੀਆਂ ਬੇਅਦਬੀਆਂ ਹੋਈਆਂ ਨੇ। ਔਰ ਉਹ ਜ਼ੁਲਮ ਕਰਵਾਉਣ ਦੇ ਵਿੱਚ ਸ਼ਾਮਲ ਸੀ, ਨਹੀਂ, ਮੰਨਦੇ ਆ। ਮੈਂ ਉਹੀ ਗੱਲ ਕਰਦਾ ਨਾ, ਜਦ ਸਿੱਖ ਧਰਮ ਨਾਲ ਸੰਬੰਧਿਤ ਸੱਜਣ ਇਸ ਪੰਜਾਬ ਦਾ ਮੁੱਖ ਮੰਤਰੀ ਹੈ, ਪੁਲਿਸ ਸਿੱਖ ਹੈ, ਤਾਂ ਉਸ ਦੌਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਜਿਹੜੀਆਂ ਅੱਜ ਤੱਕ ਹੋਈਆਂ ਹੀ ਨਹੀਂ, ਬਿਲਕੁਲ। ਤਾਂ ਉਹਨਾਂ ਬੇਅਦਬੀਆਂ ਨੂੰ ਹੁਣ ਅਸੀਂ ਪੂਰੀ ਸਿੱਖ ਕੌਮ ਜਾਂ ਧਰਮ ਨਾਲ ਨਹੀਂ ਜੋੜ ਸਕਦੇ। ਨਹੀਂ ਜੋੜ ਸਕਦੇ। ਫਿਰ ਕਿਸੇ ਮੁਗਲ ਬਾਦਸ਼ਾਹ ਵੱਲੋਂ ਕੀਤੇ ਜ਼ੁਲਮ ਜਾਂ ਵਧੀਕੀ ਨੂੰ ਅਸੀਂ ਇਸਲਾਮ ਜਾਂ ਮੁਸਲਮਾਨਾਂ ਨਾਲ ਨਹੀਂ ਜੋੜ ਸਕਦੇ। ਬਿਲਕੁਲ ਨਹੀਂ ਠੀਕ ਹੈ ਜੋੜ ਨੀ? ਸਕਦੇ, ਬਿਲਕੁਲ। ਕਿਉਂਕਿ ਗੁਰਬਾਣੀ, ਬਿਲਕੁਲ ਡਾਕਟਰ ਸਾਹਿਬ, ਮੈਂ ਇੱਥੇ ਇੱਕ ਗੱਲ ਕਲੀਅਰ ਕਰ ਦਵਾਂ। ਹਾਂਜੀ। ਇਸ ਲਈ ਕਿਸੇ ਵੀ ਜ਼ਾਲਮ ਨੂੰ ਜਾਂ ਮਾੜੇ ਮਨੁੱਖ ਨੂੰ ਮੁੱਖ ਰੱਖ ਕੇ ਇੱਕ ਦੂਜੇ ਨੂੰ ਕੋਸਣਾ, ਇਹ ਸ਼ੋਭਨੀਕ ਤੇ ਚੰਗੀ ਗੱਲ ਨਹੀਂ ਹੈ। ਬਿਲਕੁਲ। ਇਸੇ ਆਧਾਰ ਤੇ ਗੁਰਬਾਣੀ ਦਾ ਫਰਮਾਨ ਹੈ, ਅਹਿਕਰ ਕਰੇ ਸੋ ਅਹਿਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ। ਸ੍ਰੀ ਗੁਰੂ ਗ੍ਰੰਥ ਸਾਹਿਬ, ਆਸਾ ਮਹੱਲਾ 5ਵਾਂ, ਅੰਗ 407। ਜੀ ਜੀ। ਕਿਸੇ ਇੱਕ ਦੇ ਦੋਸ਼ 'ਚ, ਕਿਸੇ ਇੱਕ ਦੇ ਜੁਰਮ 'ਚ ਦੂਜੇ ਨੂੰ ਫੜਨਾ ਕੋਈ ਯੋਗ ਤੇ ਚੰਗੀ ਗੱਲ ਨਹੀਂ ਹੈ। ਬਿਲਕੁਲ, ਬਿਲਕੁਲ। ਜਿਸ ਦਾ ਦੋਸ਼ ਹੋਵੇ ਉਸੇ ਨੂੰ ਸਜ਼ਾ ਦਿੱਤੀ ਜਾਵੇ, ਕਿਉਂਕਿ ਕਰੇ ਕੋਈ ਭਰੇ ਕੋਈ, ਇਹ ਗੱਲ ਨਿਆਂਪੂਰਵਕ ਨਹੀਂ ਕਹੀ ਜਾ ਸਕਦੀ। ਨਹੀਂ ਹੈ ਬਿਲਕੁਲ। ਪਰ ਡਾਕਟਰ ਸਾਹਿਬ, ਜਿਹੜਾ ਮਾਹੌਲ ਬਣਿਆ ਹੋਇਆ, ਮੇਰਾ ਉਹੀ ਸਵਾਲ ਸੀ ਕਿ ਕਿਤੇ ਨਾ ਕਿਤੇ ਜੋ ਹਿੰਦੂ ਭਾਈਚਾਰਾ ਹੈ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਇਹ ਗੱਲ ਬੈਠੀ ਹੋਈ ਹੈ। ਜਿਸ ਤਰੀਕੇ ਦੇ ਨਾਲ ਲੀਡਰ ਬਿਆਨ ਦਿੰਦੇ ਨੇ, ਕਦੇ ਵੋਟਾਂ ਦੇ ਵੇਲੇ ਕਹਿੰਦੇ ਸੀ ਕਿ ਮੁਸਲਮਾਨ ਪਾਕਿਸਤਾਨ ਚਲੇ ਜਾਣ, ਹੁਣ ਜਿਹੜੇ ਫੈਸਲੇ ਲਗਾਤਾਰ ਉਹਨਾਂ ਨੇ ਨਵੀਂ ਸਰਕਾਰ ਬਣਨ ਤੋਂ ਬਾਅਦ ਕੀਤੇ ਨੇ, ਉਹ ਸਾਰੇ ਹੀ ਮੁਸਲਿਮ ਭਾਈਚਾਰੇ ਦੇ ਜਿਹੜੇ ਹੈਗੇ ਨੇ ਵਿਰੋਧ ਦੇ ਵਿੱਚ ਕੀਤੇ ਨੇ। ਤਾਂ ਮੇਰਾ ਸਵਾਲ ਇਹੀ ਸੀ ਕਿ ਉਹ ਜਿਹੜੀ ਮਾਨਸਿਕਤਾ ਹੈ ਕਿ ਮੁਗਲ ਬਾਦਸ਼ਾਹਾਂ ਨੇ ਸਾਡੇ ਤੇ ਜ਼ੁਲਮ ਕੀਤੇ, ਉਹ ਮਾਨਸਿਕਤਾ ਕਿਤੇ ਨਾ ਕਿਤੇ ਹਾਵੀ ਹੈ। ਇਹ ਗੱਲ ਗਲਤ ਬਿਲਕੁਲ ਹੈ ਕਿ ਕ੍ਰਾਈਮ, ਚਾਹੇ ਕ੍ਰਿਮੀਨਲ ਕੋਈ ਵੀ ਹੋਵੇ, ਉਹਦਾ ਕੋਈ ਧਰਮ ਨਹੀਂ ਹੁੰਦਾ। ਉਸੇ ਤਰ੍ਹਾਂ ਜਿਹੜਾ ਬਾਦਸ਼ਾਹ ਹੈ ਉਹਦਾ ਵੀ ਕੋਈ ਧਰਮ ਨਹੀਂ ਹੁੰਦਾ। ਇਹ ਮਾਨਸਿਕਤਾ ਨਹੀਂ ਹੈ, ਕੁਝ ਲੋਕ ਨੇ ਜਿਹੜੇ ਇਸ ਮਾਨਸਿਕਤਾ ਨੂੰ ਪੈਦਾ ਕਰ ਰਹੇ ਨੇ। ਕਿਉਂਕਿ ਅਗਰ ਐਸੀ ਗੱਲ ਹੁੰਦੀ, ਪਿੱਛੇ ਜੇ ਇੱਕ ਕੇਰਲਾ ਹਾਈ ਕੋਰਟ ਦਾ ਚੀਫ ਜਸਟਿਸ ਆ, ਉਹਨੇ ਇੱਕ ਪੂਰਾ ਬਿਊਰੋ ਹੈ ਜਿਹਦੇ ਵਿੱਚ ਦੱਸਿਆ ਉਹਨੇ ਪਤਾ ਕਿੰਨੇ 100 ਮੰਦਰਾਂ ਨੂੰ ਔਰੰਗਜ਼ੇਬ ਨੇ ਉਸ ਵੇਲੇ ਜਗੀਰਾਂ ਦਿੱਤੀਆਂ ਨੇ, ਜਿਹੜੀ ਅੱਜ ਵੀ ਲਿਸਟ ਪਈ ਹੈ। ਇਹ ਲੋਕ ਅਸਲ 'ਚ ਇਤਿਹਾਸ ਨੂੰ ਵਿਗਾੜ ਕੇ ਆਪਣੀ ਕੁਰਸੀ ਦਾ ਮਸਲਾ ਹੈ ਸਾਰੀ ਸਿਆਸਤ ਦਾ, ਔਰ 100% ਇਹ ਸਿਆਸਤ ਦੀ ਪੋਲਿਟਿਕਸ ਦੀ ਗੱਲ ਹੈ ਸਾਰੀ। ਇਹ ਹਿੰਦੂਆਂ 'ਚ ਵੀ ਅੱਛੇ ਲੋਕ ਨੇ, ਲੇਕਿਨ ਕੁਝ ਚੰਦ ਲੋਕ ਇਹ ਸਾਰੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਨੇ ਆਪਣੀ ਸੱਤਾ ਲਈ। ਬਿਲਕੁਲ। ਸੋ ਡਾਕਟਰ ਸਾਹਿਬ, ਜੇ ਆਪਾਂ ਹੁਣ ਸਿੱਖ ਮੁਸਲਿਮ ਸਾਂਝਾ ਤੇ ਗੱਲ ਕਰ ਲਈਏ, ਸਿਆਸੀ ਲੋਕਾਂ ਨੇ ਆਪਣੇ ਸਿਆਸੀ ਮੁਫਾਦ ਪੂਰੇ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾਣਾ ਹੁੰਦਾ ਹੈ, ਆਪਾਂ ਜਾਣਦੇ ਹਾਂ। ਤੁਸੀਂ ਸਿੱਖ ਮੁਸਲਿਮ ਸਾਂਝਾ ਤੇ ਕਦੋਂ ਤੋਂ ਕੰਮ ਕਰਦੇ ਆ ਰਹੇ ਹੋ? ਮੈਨੂੰ ਤਕਰੀਬਨ 2002 ਤੋਂ 17-18 ਸਾਲ ਹੋ ਗਏ ਮੈਂ ਸਿੱਖ ਮੁਸਲਿਮ ਸਾਂਝਾ ਦੇ ਕੰਮ ਕਰ ਰਿਹਾ, ਕਿਉਂਕਿ ਮੈਨੂੰ ਲੱਗਦਾ ਸੀ ਵੀ ਦੋਵਾਂ ਦੇ ਜਿਹੜੇ ਸਿਧਾਂਤਕ ਜਿਹਨਾਂ ਕੋਲ ਅੱਜ ਤੱਕ ਛੇੜਿਆ ਨਹੀਂ ਗਿਆ, ਸਾਡੀ ਤਾਂ ਸਿਧਾਂਤਕ ਸਾਂਝ ਹੈ, ਸਾਡੀ ਇਤਿਹਾਸਕ ਸਾਂਝ ਹੈ, ਸਾਡੀ ਸਰੀਰਕ ਸਾਂਝ ਹੈ, ਸਾਡੀ ਰੂਹਾਨੀਅਤ ਦੀ ਸਾਂਝ ਹੈ, ਆਤਮਾ ਦੀ ਸਾਂਝ। ਫਿਰ ਅਸੀਂ ਕਿਉਂਕਿ ਮੈਂ ਪਿੱਛੇ ਜੇ ਭਾਈ ਸਾਹਿਬ ਨਾਲ ਗੱਲ ਵੀ ਕਰ ਰਹੇ, ਪਿਛਲੇ ਇੰਟਰਵਿਊ 'ਚ ਕਿਹਾ ਸੀ ਜਿਹੜੀਆਂ ਦੋ ਵਿਰੋਧੀ ਪਾਰਟੀਆਂ ਹੁੰਦੀਆਂ ਨੇ, ਇੱਕ ਦੂਸਰੇ ਦੇ ਬਿਲਕੁਲ ਵਿਰੋਧੀ ਹੁੰਦੀਆਂ ਨੇ, ਉਹ ਆਪਣੇ ਮਿਨੀਮਮ ਪ੍ਰੋਗਰਾਮ ਨੂੰ ਲੈ ਕੇ ਇੱਕ ਆਰਜ਼ੀ ਟੈਂਪਰੇਰੀ ਮੁਫਾਦ ਲਈ ਇਕੱਠੀਆਂ ਹੋ ਜਾਂਦੀਆਂ ਨੇ। ਪਿੱਛੇ ਜੇ ਮਹਾਰਾਸ਼ਟਰ 'ਚ ਸਰਕਾਰ ਬਣੀ ਹੈ ਜਿਹਦੇ ਵਿੱਚ ਸ਼ਿਵ ਸੈਨਾ ਹੈ ਤੇ ਕਾਂਗਰਸ ਹੈ, ਸ਼ੁਰੂ ਦੇ ਵਿਰੋਧੀ ਨੇ, ਲੇਕਿਨ ਉਹ ਆਪਣੇ ਥੋੜੇ ਜਿਹੇ ਮੁਫਾਦ ਲਈ ਮਿਨੀਮਮ ਪ੍ਰੋਗਰਾਮ ਤੇ ਇਕੱਠੀਆਂ ਹੋ ਗਈਆਂ। ਸਾਡੇ ਕੋਲ ਤਾਂ ਮੈਕਸਿਮਮ ਕਾਮਨ ਪ੍ਰੋਗਰਾਮ ਹੈ। ਮੈਂ ਤਾਂ ਕਹੂੰਗਾ ਸਿਵਾਏ ਇਸ ਤੋਂ ਕਿ ਸਾਡੇ ਪੂਜਾ ਪਾਠ ਦੇ ਢੰਗ ਅਲੱਗ ਨੇ, ਸਾਡੇ ਸਾਰੇ ਸਿਧਾਂਤ ਇੱਕ ਨੇ ਜੀ। ਤੇ ਫਿਰ ਕਦੋਂ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਤੁਹਾਨੂੰ ਰਿਸਰਚ ਕਰਨੀ ਚਾਹੀਦੀ ਹੈ, ਖੋਜ ਕਰਨੀ ਚਾਹੀਦੀ ਹੈ ਤੇ ਕੁਝ ਲਿਖਣਾ ਚਾਹੀਦਾ ਹੈ? ਕਿਵੇਂ ਤੁਸੀਂ ਕੁਝ ਹੋਇਆ ਐਸਾ, ਜਾਂ ਫਿਰ? ਮੈਂ ਦੱਸ ਦਿਆਂ ਤੁਹਾਨੂੰ, ਮੈਂ ਜਦੋਂ ਆਪਣੇ ਕਾਲਜ ਟਾਈਮ ਪੜ੍ਹਦਾ ਸੀ ਕਾਲਜ 'ਚ, ਤਾਂ ਮੈਂ ਆਪਣੇ ਸੈਕਸ਼ਨ 'ਚ ਇਕੱਲਾ ਹੀ ਮੁਸਲਿਮ ਸਟੂਡੈਂਟ ਸੀ। ਅਸੀਂ ਆਪਣੇ ਕਾਲਜ ਗਰਾਊਂਡ 'ਚ ਖੜੇ ਤੇ 3 ਸਿੱਖਾਂ ਦੇ ਮੁੰਡੇ ਤੇ 2 ਹਿੰਦੂਆਂ ਦੇ, ਮੈਂ ਇਕੱਲਾ ਹੀ ਸੀ। ਗਵਰਨਮੈਂਟ ਕਾਲਜ ਮਰੇ ਕਾਲਜ 'ਚ ਮੈਡੀਕਲ 'ਚ ਪ੍ਰੈਪ ਹੁੰਦੀ ਸੀ ਉਸ ਵੇਲੇ। ਤਾਂ ਉਹ ਖੜੇ ਪੁੱਛ ਰਿਹਾ, ਮੇਰਾ ਦੋਸਤ ਕਹਿ ਰਿਹਾ ਜਿਹੜਾ ਸਾਡਾ ਨਿਰਮਲ ਸਿੰਘ ਹੈ, ਉਹ ਅੱਜ ਵੀ ਕੁੱਪ ਦਾ ਰਹਿਣ ਵਾਲਾ ਹੈ, ਉਹ ਕਹਿੰਦਾ ਇਹ ਕੌਣ ਹੈ ਮੁਸਲਮਾਨ, ਨਾ ਸੌਰੀ ਇਹ ਕੌਣ ਹੈ ਸਿੱਖ, ਨਾਮ ਲੈ ਕੇ ਗਿਆ, ਇਹ ਕੌਣ ਹੈ ਫਲਾਂ, ਇਹ ਕੌਣ ਹੈ ਫਲਾਂ, ਆਹ ਕੌਣ ਹੈ ਮੁਸਲਮਾਨ ਮੇਰੇ ਗੁਰੂ ਦਾ ਬੈਰੀ। ਤੇ ਮੈਨੂੰ ਲੱਗਿਆ ਵੀ ਮੈਂ 15 ਸਾਲ ਦਾ, ਇਹ 16 ਸਾਲ ਦਾ ਹੈ, ਇਸ ਨੂੰ ਕਿਹਨੇ ਦੱਸਿਆ? ਜਾਂ ਸਮਾਜ ਨੇ ਦੱਸਿਆ, ਜਾਂ ਘਰ 'ਚ, ਜਾਂ ਗੁਰਦੁਆਰੇ 'ਚ ਗੱਲਾਂ ਕੀਤੀਆਂ ਗਈਆਂ ਨਾ, ਇਤਿਹਾਸ ਤਾਂ ਕਿਸੇ ਨੇ ਛੇੜਿਆ ਹੀ ਨਹੀਂ ਹੈਗਾ। ਮੈਨੂੰ ਜਦੋਂ ਮੈਂ ਥੋੜ੍ਹੀ ਜਿਹੀ ਰਿਸਰਚ ਕੀਤੀ ਸਿੱਖ ਇਤਿਹਾਸ ਬਾਰੇ, ਤਾਂ ਮੈਨੂੰ ਬੜਾ ਦੁੱਖ ਹੋਇਆ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰੂ ਮਹੱਲਾ 5ਵਾਂ ਅੰਗ 1083 ਤੇ 5ਵੇਂ ਗੁਰੂ ਸਾਹਿਬ ਦੀ ਆਪਣੀ ਬਾਣੀ ਹੈ, ਮੁਸਲਮਾਨ ਮੋਮਦਿਲ ਹੋਵੇ। ਤੇ ਇੱਕ ਸੱਚਾ ਸਿੱਖ ਤਾਂ ਹੋਇਆ ਜਿਹੜਾ ਗੁਰਬਾਣੀ ਅੱਗੇ ਸਰੈਂਡਰ ਕਰ ਦੇਵੇ, ਇਤਿਹਾਸ ਉਹਦੇ ਵਾਸਤੇ ਕੋਈ ਨਹੀਂ ਰੱਖਦਾ। ਤੇ ਮੈਨੂੰ ਲੱਗਾ ਵੀ ਕਿਤੇ ਨਾ ਕਿਤੇ ਗੜਬੜ ਹੋਈ ਹੈ, ਸਾਨੂੰ ਉਹ ਇਤਿਹਾਸ ਤੇ ਕੰਮ ਕਰਨਾ ਚਾਹੀਦਾ। ਫਿਰ ਜਦੋਂ ਮੈਂ ਦੇਖਿਆ ਤਾਂ ਜਿਹੜੀ ਸਾਡੀ 1857 ਦੀ ਪਹਿਲੀ ਜੰਗ ਆਜ਼ਾਦੀ ਹੋਈ ਸੀ, ਉਹ ਕੁਝ ਕਾਰਨਾਂ ਕਰਕੇ ਅਸੀਂ ਉਹ ਫੇਲ ਹੋ ਗਈ ਸਾਡੀ। ਅੰਗਰੇਜ਼ਾਂ ਨੇ ਕੀ ਕੀਤਾ, ਜਦੋਂ ਆਜ਼ਾਦੀ ਦੀ ਲੜਾਈ ਸਾਡੀ ਫੇਲ ਹੋ ਗਈ, ਤਾਂ ਮਲਕਾ ਨੇ ਲੰਦਨ ਵਿਖੇ ਇੱਕ ਮੀਟਿੰਗ ਸੱਦੀ, ਜਿਹਦੇ ਵਿੱਚ ਪੂਰੇ ਇੰਗਲੈਂਡ ਦੇ ਬੁੱਧੀਜੀਵੀ ਬੁਲਾਏ ਗਏ। ਉਹਦੇ ਵਿੱਚ ਚਰਚਾ 2 ਸੀਗੀਆਂ, ਇੱਕ ਸਾਡੇ ਖਿਲਾਫ ਬਗਾਵਤ ਕਿਉਂ ਉੱਠੀ,
ਦੂਸਰੀ ਚਰਚਾ ਇਹ ਸੀ ਅੱਗੇ ਨੂੰ ਅਜਿਹੀ ਕੋਈ ਬਗਾਵਤ ਨਾ ਹੋ ਉਹਦੇ ਕੀ ਉਪਾਅ ਨੇ। ਤਾਂ ਉਹਨਾਂ ਨੇ 60 ਬੁੱਧੀਜੀਵੀ ਜਿਹੜੇ ਅੰਗਰੇਜ਼ ਤੇ ਉਹਨਾਂ ਦੀ ਇੱਕ ਕਮੇਟੀ ਗਠਿਤ ਕੀਤੀ ਜਿਹਨਾਂ ਨੂੰ ਪੁਰਾਣੇ ਭਾਰਤ 'ਚ ਭੇਜਿਆ ਗਿਆ। ਪੁਰਾਣੇ ਭਾਰਤ 'ਚ ਜਦੋਂ ਸਾਰੇ ਪਾਕਿਸਤਾਨ, ਬਾਂਗਲਾਦੇਸ਼, ਨੇਪਾਲ ਇਕੱਠੇ ਸੀਗੇ ਤਾਂ ਉਹਨਾਂ ਨੇ 6 ਮਹੀਨੇ ਤੱਕ ਦੌਰਾ ਕੀਤਾ ਭਾਰਤ ਦਾ। ਉਹਦੇ ਵਿੱਚੋਂ ਉਹਨਾਂ ਨੇ ਬਹੁਤ ਸਾਰੇ ਸੁਝਾਅ ਰੱਖੇ। ਉਹਨਾਂ ਵਿੱਚ 2 ਸੁਝਾਅ ਮੇਨ ਥੇ। ਪਹਿਲਾ ਸੁਝਾਅ ਸੀ ਕਿ ਭਾਰਤ ਜਿਹੜਾ ਹੈ ਉਹ ਵੱਖ-ਵੱਖ ਜਾਤੀਆਂ ਦਾ ਦੇਸ਼ ਹੈ, ਕੌਮਾਂ ਦਾ। ਇਹਨਾਂ ਦੀ ਏਕਤਾ ਤੇ ਮਿਲਾਪ ਸਾਡੇ ਲਈ ਹਾਨੀਕਾਰਕ ਹੈ। ਲੇਕਿਨ ਇਹਦੇ ਵਿੱਚ ਵੀ ਕਿਹਾ ਵਿਸ਼ੇਸ਼ ਕਰਕੇ ਸਿੱਖ ਤੇ ਮੁਸਲਮਾਨ ਭਾਰਤ ਦੀਆਂ 2 ਦਲੇਰ ਕੌਮਾਂ ਹਨ ਜਿਨ੍ਹਾਂ ਦੀ ਏਕਤਾ ਤੇ ਮਿਲਾਪ ਸਿੱਖ ਅੰਗਰੇਜ਼ ਰਾਜ ਦੀਆਂ ਜੜ੍ਹਾਂ ਨੂੰ ਛੇਤੀ ਹੀ ਖੋਖਲਿਆਂ ਕਰਨ ਦਾ ਕਾਰਨ ਬਣ ਸਕਦਾ ਹੈ। ਇਸ ਲਈ ਅੰਗਰੇਜ਼ੀ ਦਿਮਾਗ ਨੇ ਅਜਿਹੀਆਂ ਸਾਖੀਆਂ ਤੇ ਮਿਥਿਹਾਸਿਕ ਘਟਨਾਵਾਂ ਸਾਡੇ ਇਤਿਹਾਸ ਵਿੱਚ ਦਰਜ ਕਰਾਈਆਂ ਜੋ ਇਹਨਾਂ ਦੋਨਾਂ ਕੌਮਾਂ ਨੂੰ ਇੱਕ ਦੂਜੇ ਤੋਂ ਦੂਰ ਲੈ ਜਾਣ ਦਾ ਕਾਰਨ ਬਣੀਆਂ। ਠੀਕ ਹੈ ਨਹੀਂ? ਤੇ ਇੱਕ ਤਾਂ ਇਹ ਕੰਮ ਕੀਤਾ ਉਹਨਾਂ ਨੇ, ਇਤਿਹਾਸ ਬਦਲਿਆ। ਦੂਸਰਾ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਉਸ ਵੇਲੇ ਜਿਹੜਾ ਰਾਜ ਭਾਗ ਹੋਇਆ ਸੀ ਭਾਰਤ ਦਾ, ਉਸ ਵੇਲੇ ਮੁਗਲਾਂ ਦੇ ਆਖਰੀ ਲੋਕ ਕੰਮ ਕਰ ਰਹੇ ਥੇ। ਤਾਂ ਉਹਨਾਂ ਨੇ ਸੋਚਿਆ ਵੀ ਮੁਸਲਮਾਨਾਂ 'ਚ ਇੱਕ ਪੈਗੰਬਰ ਪੈਦਾ ਕੀਤਾ ਜਾਵੇ ਕਿਉਂਕਿ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਤੋਂ ਬਾਅਦ ਕੋਈ ਪੈਗੰਬਰ ਨਹੀਂ ਹੋਣਾ, ਰਸੂਲ ਨਹੀਂ ਹੋਣਾ। ਇਹ ਇਸਲਾਮ ਦਾ ਇੱਕ ਅਟਲ ਨੀਮ ਹੈ। ਜਿਵੇਂ ਸਿੱਖ ਧਰਮ 'ਚ ਗੁਰੂ ਸਾਹਿਬ ਨੇ ਕਹਿ ਦਿੱਤਾ ਸੀ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਹਨਾਂ ਨੇ ਕਿਹਾ ਵੀ ਇੱਕ ਨਬੀ ਪੈਦਾ ਕਰੋ, ਇਹਨਾਂ 'ਚ ਖੜਾ ਕਰੋ ਕਿਉਂਕਿ ਹਰ ਜਗ੍ਹਾ ਲੋਕ ਬਕਾਊ ਮਾਲ ਹਰ ਕੌਮ 'ਚ ਹੁੰਦਾ ਹੈ। ਬਿਲਕੁਲ ਜਦੋਂ ਉਹਨਾਂ ਦੀ ਕੀਮਤ ਲੱਗਦੀ ਹੈ ਉਹ ਵਿਕ ਜਾਂਦੇ ਨੇ। ਠੀਕ ਹੈ ਨਹੀਂ? ਤਾਂ ਉਹਨਾਂ ਨੇ ਇੱਕ ਜਲੰਧਰ ਦੇ ਕੋਲੇ ਆ ਉੱਥੇ ਇੱਕ ਨਬੀ ਨੂੰ ਪੈਦਾ ਕੀਤਾ, ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੂੰ। ਉਹ ਤੋਂ ਫਤਵੇ ਦਵਾਏ ਵੀ ਹੁਣ ਤੋਂ ਬਾਅਦ ਅੰਗਰੇਜ਼ਾਂ ਦੇ ਖਿਲਾਫ ਲੜਨਾ, ਜਹਾਦ ਕਰਨਾ ਹਰਾਮ ਹੋ ਗਿਆ। ਠੀਕ ਹੈ ਨਹੀਂ? ਤੇ ਉਹਦਾ ਬਹੁਤ ਸਾਰਾ ਉਹਨਾਂ ਪ੍ਰੋਬਲਮਾਂ ਖੜੀਆਂ ਹੋਈਆਂ ਉਸ ਵੇਲੇ। ਤੇ ਇਹ ਚੀਜ਼ਾਂ ਚੱਲਦੀਆਂ ਰਹੀਆਂ ਸ਼ੁਰੂ ਤੋਂ। ਔਰ ਇਤਿਹਾਸ ਵਿੱਚ ਮੈਨੂੰ ਲੱਗਿਆ ਵੀ ਫਿਰ ਜਦੋਂ ਮੈंने ਕੰਮ ਸ਼ੁਰੂ ਕੀਤਾ ਮੇਰੇ ਦਿਮਾਗ 'ਚ ਇੱਕ ਗੱਲ ਆਈ ਵੀ ਅਗਰ ਮੈंने ਸਹੀ ਇਤਿਹਾਸ ਨੂੰ ਲੱਭਣਾ ਜਿਹੜੇ ਤੁਸੀਂ ਪੁੱਛਿਆ ਸਵਾਲ, ਤਾਂ ਮੈਨੂੰ 300 ਸਾਲ ਪਿੱਛੇ ਜਾਣਾ ਪਊਗਾ ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਪਹਿਲਾਂ। ਤੁਹਾਨੂੰ ਸੁਣ ਕੇ ਬੜੀ ਹੈਰਾਨੀ ਹੋਊਗੀ ਕਿ 1857 ਤੋਂ ਲੈ ਕੇ 1860 ਤੱਕ ਇੰਡੀਆ ਦੀ ਹਿਸਟਰੀ 'ਚ ਇੱਕ ਵੀ ਕੋਈ ਧਾਰਮਿਕ ਫਸਾਦ ਨਹੀਂ ਹੋਇਆ। ਲੇਕਿਨ ਜਦੋਂ ਇਤਿਹਾਸ ਬਦਲਿਆ ਗਿਆ, ਸਕੂਲਾਂ ਕਾਲਜਾਂ 'ਚ ਨਵਾਂ ਇਤਿਹਾਸ ਪੜ੍ਹਾਇਆ ਗਿਆ, ਤਾਂ 1890 'ਚ ਭਾਰਤ 'ਚ ਪਹਿਲਾ ਫਸਾਦ ਸ਼ੁਰੂ ਹੋਇਆ। 1890 'ਚ ਉਸ ਤੋਂ ਬਾਅਦ ਫਸਾਦਾਂ ਝੜੀ ਲੱਗੀ ਜਿਹੜੀ ਹੁਣ ਤੱਕ ਚੱਲ ਰਹੀ ਹੈ। ਔਰ ਜਿਹਨੂੰ ਇਹ ਅੱਜ ਦੇ ਸ਼ਾਸਕ ਜਿਹੜੇ ਨੇ, ਹੁਕਮਰਾਨ ਨੇ, ਉਹਨੂੰ ਇੱਕ ਹਥਿਆਰ ਦੇ ਤੌਰ ਤੇ ਇਸਤੇਮਾਲ ਕਰ ਰਹੇ ਨੇ। ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਇਹ ਸਾਰਾ ਕੁਝ ਜਿਵੇਂ ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਕਿ ਜਿਹੜੇ ਵਿਕਾਊ ਹੁੰਦੇ ਨੇ ਉਹ ਵਿਕ ਜਾਂਦੇ ਨੇ ਜਦੋਂ ਉਹਨਾਂ ਦੀ ਕੀਮਤ ਲੱਗਦੀ ਹੈ। ਤੁਸੀਂ ਬੜੀ ਸੋਹਣੀ ਇਹ ਵੀ ਗੱਲ ਕੀਤੀ ਕਿ ਗੁਰਬਾਣੀ ਸਿੱਖ ਦੇ ਲਈ ਸਭ ਤੋਂ ਉੱਪਰ ਹੈ, ਇਤਿਹਾਸ ਵੀ ਪਿੱਛੇ ਰਹਿ ਜਾਂਦਾ ਹੈ। ਪਰ ਇਤਿਹਾਸ ਦੇ ਵਿੱਚ ਵੀ ਕੁਝ ਗੱਲਾਂ ਐਸੀਆਂ ਦਰਜ ਨੇ ਜਿਨ੍ਹਾਂ ਤੇ ਆਪਾਂ ਮੈਨੂੰ ਲੱਗਦਾ ਚਰਚਾ ਕਰ ਲਈ ਜਦੋਂ ਇਹ ਚਰਚਾ ਛਿੜੀ ਹੈ। ਸੋ ਮੈਂ ਇੱਕ ਉਹਦੇ ਵਾਸਤੇ ਪਹਿਲਾਂ ਦੱਸਦਾ, ਮੈਂ ਅਕਸਰ ਕਹਿੰਦਾ ਹੁੰਦਾ ਇੱਕ ਸੱਚੇ ਸਿੱਖ ਲਈ ਗੁਰਬਾਣੀ ਕਸਵੱਟੀ ਹੈ, ਇਤਿਹਾਸ ਨਹੀਂ। ਬਿਲਕੁਲ। ਹੁਣ ਇਤਿਹਾਸ ਦੀ ਜਿਹੜੀ ਘਟਨਾ ਗੁਰਬਾਣੀ ਦੀ ਕਸਵੱਟੀ ਤੇ ਖਰੀ ਉਤਰਦੀ ਹੈ ਜਾਂ ਗੁਰਬਾਣੀ ਨਾਲ ਮੇਲ ਖਾਂਦੀ ਹੈ ਉਹ ਤਾਂ ਮੰਨਣਯੋਗ ਹੈ। ਪਰ ਇਤਿਹਾਸ ਦੀ ਜਿਹੜੀ ਘਟਨਾ ਗੁਰਬਾਣੀ ਦੀ ਕਸਵੱਟੀ ਤੇ ਖਰੀ ਨਹੀਂ ਉਤਰਦੀ ਜਾਂ ਗੁਰਬਾਣੀ ਨਾਲ ਮੇਲ ਨਹੀਂ ਖਾਂਦੀ ਜਾਂ ਗੁਰਬਾਣੀ ਦਾ ਹੀ ਉਲਟਾ ਹੈ, ਭਾਵੇਂ ਉਸ ਨੂੰ ਵਰਣਨ ਕਰਨ ਵਾਲੇ 100 ਸਿੱਖ ਇਤਿਹਾਸਕਾਰ ਜਾਂ 100 ਵਿਦਵਾਨ ਹੋਣ, ਉਹ ਕਦੇ ਵੀ ਮੰਨਣਯੋਗ ਨਹੀਂ ਹੋ ਸਕਦੀ। ਕਿਉਂ? ਕਿਉਂਕਿ ਇੱਕ ਸੱਚੇ ਸਿੱਖ ਲਈ ਹਰ ਹਾਲਤ ਵਿੱਚ ਗੁਰਬਾਣੀ ਅੱਗੇ ਸਿਰ ਨਵਾਉਣਾ ਹੀ ਜ਼ਰੂਰੀ ਹੈ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਪਰ ਇਤਿਹਾਸ ਜਿੱਦਾਂ ਗੁਰਬਾਣੀ ਹੈ ਉਹ ਜੀਵਨ ਦਾ ਚਾਨਣ ਹੈ, ਰੌਸ਼ਨੀ ਹੈ, ਉਹ ਸੇਧ ਹੈ ਗੁਰਬਾਣੀ ਦੀ। ਪਰ ਇਤਿਹਾਸ ਹੈ ਜਿਹੜਾ ਉਹ ਵੀ ਸ਼ਾਨਾ ਮੱਤਾ ਇਤਿਹਾਸ ਹੈ। ਆਪਾਂ ਉਹਨੂੰ ਸਾਰੇ ਨੂੰ ਵੀ ਇਹ ਨਹੀਂ ਕਹਿ ਸਕਦੇ ਕਿ ਗਲਤ ਹੈ, ਸਾਰੇ 'ਚ ਬਿਲਕੁਲ ਰਲਗੱਡ ਹੋਇਆ ਹੋਇਆ, ਪਰ ਸਾਰਾ ਗਲਤ ਨਹੀਂ ਕਹਿ ਸਕਦੇ। ਇੱਕ ਦੋ ਗੱਲਾਂ ਨੇ ਤੁਸੀਂ ਹੁਣੇ ਗੱਲ ਕੀਤੀ ਸੀ ਕਿ ਕਾਜ਼ੀ ਤੋਂ ਅੰਗਰੇਜ਼ਾਂ ਨੇ ਫਤਵਾ ਦਵਾਤਾ ਸੀ। ਜੇ ਆਪਾਂ ਪੰਜਵੇਂ ਪੈਗੰਬਰ ਪ੍ਰੋਫਿਟ ਤੋਂ, ਠੀਕ ਹੈ ਨਾ, ਪ੍ਰੋਫਿਟ ਇੱਕ ਧਾਰਮਿਕ ਜਿਹੜਾ ਪੂਰੀ ਨਹੀਂ, ਜਿਵੇਂ ਜਿਸ ਤਰ੍ਹਾਂ ਸਿੱਖਾਂ ਵਾਸਤੇ ਗੁਰੂ ਨੇ ਜਿਹਨੂੰ ਨਬੀ ਕਹਿੰਦੇ ਆ, ਪ੍ਰੋਫਿਟ ਕਹਿੰਦੇ ਆ, ਮੈਸੇਂਜਰ ਜਿਹੜੇ ਹੁੰਦੇ ਸੀਗੇ ਨਾ ਉਹ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੋਂ ਬਾਅਦ ਬੰਦ ਹੋ ਗਏ। ਪੂਰੇ ਵਰਲਡ 'ਚ ਇੱਕ ਹੁੰਦਾ ਯਾਨੀ ਕਿ ਮੁਸਲਮਾਨ ਜਿਹੜਾ ਲਾਸਟ ਸੀਗੇ ਉਸ ਵੇਲੇ ਪਹਿਲਾਂ ਤਾਂ ਆਉਂਦੇ ਰਹੇ ਨੇ 1.25 ਲੱਖ ਪੈਗੰਬਰਾਂ ਨੇ ਗੁਰਬਾਣੀ 'ਚ ਵੀ ਕਿਹਾ 1.25 ਲੱਖ ਪੈਗੰਬਰ। ਤਾਂ ਕਿ ਕਾਜ਼ੀ ਜਿਹੜੇ ਹੁੰਦੇ ਨੇ ਇੱਕ ਡਿਗਰੀ ਹੈ, ਜਿਵੇਂ ਕੋਈ ਗ੍ਰੰਥੀ ਹੁੰਦਾ, ਗਿਆਨੀ ਹੁੰਦਾ, ਇੱਕ ਧਾਰਮਿਕ ਹਸਤੀ ਹੈ। ਸੋ ਪੰਜਵੇਂ ਗੁਰੂ ਸਾਹਿਬ ਦੀ ਆਪਾਂ ਗੱਲ ਕਰੀਏ, ਪੰਜਵੇਂ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਜਾਂ 9ਵੇਂ ਗੁਰੂ ਸਾਹਿਬ ਜਿਹੜੇ ਉਸ ਵੇਲੇ ਮੁਗਲ ਬਾਦਸ਼ਾਹ ਸੀਗੇ, ਉਹਨਾਂ ਨੇ ਵੀ ਇੱਕ ਧਾਰਮਿਕ ਹਸਤੀ ਤੋਂ ਉਹਨਾਂ ਨੂੰ ਫਤਵਾ ਦਵਾਇਆ ਸ਼ਹੀਦ ਕਰਵਾਉਣ ਦਾ। ਇਹ ਇਤਿਹਾਸ ਦੇ ਵਿੱਚ ਦਰਜ ਹੈ। ਇਤਿਹਾਸ ਦੇ ਵਿੱਚ ਮੇਰਾ ਸਵਾਲ ਇਹ ਸੀ ਵੀ ਕਿ ਅਗਰ ਚਲੋ ਜੇ ਠੀਕ ਵੀ ਹੈ ਜਾਂ ਗਲਤ ਵੀ, ਜੋ ਪੜ੍ਹਨ ਨੂੰ ਮਿਲਦਾ ਜੋ ਇਤਿਹਾਸ ਦੇ ਵਿੱਚ ਲਿਖਿਆ ਹੈ, ਕੀ ਉਹ ਗਲਤ ਕੀਤਾ ਉਹਨਾਂ ਨੇ? ਦੇਖੋ, ਪਹਿਲੀ ਗੱਲ ਇਹ ਹੈ ਇਸਲਾਮੀ ਜਿਹੜੇ ਇੱਕ ਹਰ ਦੇਸ਼ ਦਾ ਇੱਕ ਸੰਵਿਧਾਨ ਹੁੰਦਾ ਹੈ। ਮੈਂ ਅਕਸਰ ਕਹਿੰਦਾ ਹੁੰਦਾ ਇਸਲਾਮ ਦਾ ਇੱਕ ਸੰਵਿਧਾਨ ਹੈ, ਕਨਸਟੀਟਿਊਸ਼ਨ ਹੈ, ਅਰਥਾਤ ਕੁਝ ਨਿਯਮ ਤੇ ਕਾਨੂੰਨ ਨੇ ਜਿਹਨੂੰ ਸ਼ਰਅ ਕਹਿੰਦੇ ਨੇ ਆਪਾਂ। ਇਸਲਾਮੀ ਸ਼ਰਅ ਕਹਿ ਦਈਏ, ਇਸਲਾਮੀ ਸ਼ਰੀਅਤ ਕਹਿ ਦਈਏ ਜਾਂ ਕਨਸਟੀਟਿਊਸ਼ਨ ਕਹਿ ਦਈਏ, ਕੁਝ ਨਿਯਮ ਤੇ ਕਾਨੂੰਨ ਨੇ। ਜਿਹੜਾ ਇਹਨਾਂ ਦੀ ਪਾਲਣਾ ਕਰਦਾ
ਉਹ ਤਾਂ ਸੱਚਾ ਮੁਸਲਮਾਨ ਹੈ। ਬਿਲਕੁਲ। ਇਹਨਾਂ ਨੂੰ ਤੋੜਨ ਵਾਲਾ ਅਪਰਾਧੀ ਹੈ, ਪਾਪੀ ਹੈ, ਜ਼ਾਲਮ ਹੈ, ਸਜ਼ਾ ਦਾ ਹੱਕਦਾਰ ਹੈ, ਭਾਵੇਂ ਉਹ ਬਾਦਸ਼ਾਹ ਹੋਵੇ ਜਾਂ ਫਕੀਰ, ਜਾਂ ਫਕੀਰ ਉਹ ਕਾਜ਼ੀ ਦੇ ਭੇਸ 'ਚ ਹੋਵੇ ਜਾਂ ਜਾਹਿਲ ਦੇ। ਬਿਲਕੁਲ ਠੀਕ ਹੈ ਬਿਲਕੁਲ ਨਹੀਂ, ਫਾਈਨਲ ਅਥਾਰਟੀ ਸ਼ਰਾ ਹੈ, ਜਿਹੜੀ ਇਸਲਾਮੀ ਸੰਵਿਧਾਨ ਹੈ। ਬਿਲਕੁਲ। ਇਸ ਕਰਕੇ ਅਗਰ ਉਹ ਸੰਵਿਧਾਨ ਨੂੰ ਮੰਨਦਾ ਹੈ, ਉਹ ਮੁਸਲਮਾਨ ਹੈ। ਅਗਰ ਉਹ ਨਹੀਂ ਮੰਨਦਾ ਤਾਂ ਉਹ ਤੋਂ ਪਹਿਲਾਂ ਇਸਲਾਮ ਦੇ ਜ਼ਾਲਿਮ ਹੈ। ਮੈंने ਆਪਣੀ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਸੂਬੇ ਸਰਹੰਦ ਨੇ ਇਸਲਾਮ ਦੇ ਕਾਨੂੰਨ ਨੂੰ ਤੋੜ ਕੇ ਹੀ ਸਾਹਿਬਜ਼ਾਦੇ ਨੂੰ ਸ਼ਹੀਦ ਕੀਤਾ ਸੀ, ਇਸ ਲਈ ਉਹ ਇਸਲਾਮ ਦਾ ਮੁਜਰਮ ਪਹਿਲਾਂ ਹੈ, ਸਿੱਖੀ ਦਾ ਮਗਰੋਂ ਹੈ। ਬਿਲਕੁਲ ਡਾਕਟਰ ਸਾਹਿਬ, ਬਹੁਤ ਵੱਡੀ ਗੱਲ ਹੈ ਕਿ ਕਿਉਂਕਿ ਤੁਸੀਂ ਇੱਕ ਰਿਸਰਚਰ ਹੋ, ਤੁਸੀਂ ਖੋਜ ਕਰਦੇ ਹੋ, ਔਰ ਤੁਸੀਂ ਬਹੁਤ ਵੱਡੀ ਗੱਲ ਕੀਤੀ ਹੈ ਇਹ ਕਿ ਜੇ ਉਹਨਾਂ ਨੇ ਅਜਿਹਾ ਕੀਤਾ ਹੈ ਤਾਂ ਉਹ ਬਿਲਕੁਲ ਗਲਤ ਹੈ, ਪਹਿਲਾਂ ਇਸਲਾਮ ਦੇ। ਸੋ ਉਸ ਤੋਂ ਬਾਅਦ ਅੱਗੇ ਚੱਲ ਗਈ, ਕਿਉਂਕਿ ਆਪਾਂ ਜੇ ਸਿੱਖ ਮੁਸਲਿਮ ਸਾਂਝਾਂ ਤੇ ਗੱਲ ਕਰਦੇ ਹਾਂ ਤੇ ਥੋੜੇ ਜਿਹੜੇ ਗਿਲੇ ਸ਼ਿਕਵੇ ਨੇ ਉਹਨਾਂ ਤੇ ਵੀ ਚਰਚਾ ਕਰਨੀ ਜ਼ਰੂਰੀ ਹੋ ਜਾਂਦੀ ਹੈ। ਜੇ ਆਪਾਂ ਅਜੋਕਾ ਇਤਿਹਾਸ ਦੇਖ ਲਈਏ, ਅਜੋਕੇ ਸਮੇਂ ਦੀ ਗੱਲ ਕਰ ਲਈਏ ਤਾਂ 1984 ਵਾਪਰਦਾ ਹੈ ਤੇ ਗੁਜਰਾਤ ਦੰਗੇ ਵੀ ਵਾਪਰਦੇ ਨੇ। ਮੁਸਲਿਮ ਭਾਈਚਾਰੇ ਨਾਲ ਇੱਕ ਥੋੜਾ ਸ਼ਿਕਵਾ ਰਹਿੰਦਾ ਹੈ ਸਿੱਖ ਭਾਈਚਾਰੇ ਨੂੰ ਕਿ 1984 ਦਾ ਜਿਹੜਾ ਕਤਲੇਆਮ ਹੋਇਆ ਉਹਦੇ ਲਈ ਮੁਸਲਿਮ ਭਾਈਚਾਰਾ ਉਸ ਜਰਬੇ ਨਾਲ ਕਦੇ ਵੀ ਖੜਿਆ ਨਹੀਂ ਨਾਲ। ਠੀਕ ਹੈ ਤੁਹਾਡੀ ਗੱਲ। ਪਤਾ ਕੀ ਗੱਲ ਹੈ, ਅਸਲ 'ਚ ਅਗਰ ਦੋ ਭਾਈ ਹੋਣ, ਉਹਨਾਂ 'ਚ ਭੁਲੇਖੇ ਪੈ ਜਾਣ ਤਾਂ ਉਹ ਭੁਲੇਖਿਆਂ ਨੂੰ ਜਿਹੜੇ ਸ਼ਰਾਰਤੀ ਲੋਕ ਨੇ ਉਹ ਵਧਾਉਂਦੇ ਰਹਿੰਦੇ ਸਕੇ ਭਰਾਵਾਂ 'ਚ। ਬਿਲਕੁਲ। ਠੀਕ ਹੈ ਨਹੀਂ, ਬਿਲਕੁਲ। ਜਦੋਂ ਨੇੜਤਾ ਆਉਂਦੀ ਹੈ ਤਾਂ ਸਾਰੇ ਦੂਰ ਹੁੰਦੇ ਨੇ ਗਿਲੇ ਸ਼ਿਕਵੇ। ਅੰਗਰੇਜ਼ਾਂ ਦੇ ਦੌਰ 'ਚ ਸਾਡੇ ਵਿਚਕਾਰ ਇੱਕ ਐਸੀ ਕੂੜ ਦੀ, ਝੂਠ ਦੀ, ਨਫ਼ਰਤ ਦੀ, ਘਿਰਨਾ ਦੀ ਕੰਧ ਖੜੀ ਕਰ ਦਿੱਤੀ ਗਈ ਸੀ, ਜਿਨ੍ਹਾਂ ਨੇ ਸਾਨੂੰ ਦੋ ਭਰਾਵਾਂ ਨੂੰ, ਤੌਹੀਦ ਪ੍ਰਸਤ ਕੌਮਾਂ ਨੂੰ, ਰੱਬ ਦੀ ਏਕਤਾ ਦੀ ਮੰਨਣ ਵਾਲੀਆਂ ਨੂੰ, ਅਕਾਲ ਪੁਰਖ ਦੀ ਏਕਤਾ ਨੂੰ ਮੰਨਣ ਵਾਲੀਆਂ ਨੂੰ ਦੂਰ ਕਰਤਾ। ਠੀਕ ਹੈ ਨਹੀਂ, ਤੇ ਉਹ ਲਗਾਤਾਰ ਚੱਲਦੇ ਜਾ ਰਹੇ ਨੇ। ਡਾਇਲਾਗ ਨਾਲ ਹੀ ਉਹ ਭੁਲੇਖੇ ਦੂਰ ਕੀਤੇ ਜਾ ਸਕਦੇ, ਇਨਸਾਨੀਅਤ ਨੂੰ ਨੇੜੇ ਲਿਆਂਦਾ ਜਾ ਸਕਦਾ ਹੈ। ਠੀਕ ਹੈ ਨਹੀਂ, ਤੇ ਇਹ ਸਾਡੇ ਵਿਚਕਾਰ 47 ਤੋਂ ਬਾਅਦ ਡਾਇਲਾਗ ਦਾ ਸਿਲਸਿਲਾ ਬਿਲਕੁਲ ਖਤਮ ਹੋ ਗਿਆ ਸਿੱਖਾਂ ਤੇ ਮੁਸਲਮਾਨਾਂ ਦੇ ਖਿਲਾਫ। ਜਿਹੜਾ ਵਿਚਕਾਰ ਸੀ ਨਾ ਉਹ ਪਹਿਲਾਂ। ਜੇ ਪੰਜਾਬ ਦੀ ਗੱਲ ਕਰੀਏ ਭਾਈ ਸਾਹਿਬ, ਇੱਥੇ ਬੜੀ ਸਾਂਝ ਨਾਲ ਰਹਿੰਦੇ ਨੇ, ਸਾਡੇ ਪਿੰਡ ਵੀ ਮੁਸਲਿਮ ਭਾਈਚਾਰਾ ਰਲ ਮਿਲ ਕੇ ਰਹੀ। ਇਸ ਤੋਂ ਪਹਿਲਾਂ ਮੇਰੇ ਯਾਦ ਹੈ 83 84 ਦੀਆਂ ਗੱਲਾਂ ਨੇ, ਜਿਹੜੀ ਤੁਹਾਡੀ ਗੱਲ ਕੀਤੀ ਹੈ 80 ਦੀ ਗੱਲ ਹੈ ਵੀ ਮੈਂ ਤੁਹਾਨੂੰ ਦੱਸਦਾ ਵੀ ਮੁਸਲਮਾਨ ਨੂੰ ਬੜੀ ਹੀ ਨਫ਼ਰਤ ਨਾਲ ਦੇਖਿਆ ਜਾਂਦਾ ਸੀ ਪਿੰਡ 'ਚ। 81 81 82 ਦੀ ਗੱਲ, ਮੈਂ ਖੁਦ ਗਿਆ। ਜੇ ਕੋਈ ਦਾੜੀ ਟੋਪੀ ਵਾਲਾ ਮੁਸਲਮਾਨ ਮੌਲਵੀ ਪਿੰਡ ਚਲਾ ਜਾਂਦਾ ਸੀ ਨਾ, ਉਹਨੂੰ ਨਫ਼ਰਤੀ ਨਾਲ ਉਹਨਾਂ ਨੂੰ ਹਰ ਬੰਦਾ ਔਰੰਗਜ਼ੇਬ, ਜ਼ਕਰੀਆ ਖਾਨ, ਕਿਉਂਕਿ ਸਰਬਜੀਤ ਸਿੰਘ ਘੁਮਾਨ ਨੇ ਲਿਖਿਆ ਆਪਣੀ, ਮੇਰੇ ਦੋਸਤ ਨੇ, ਕਿ ਪਿਛਲੇ 100 ਸਾਲਾਂ ਤੋਂ ਸਿੱਖੋ ਆਪਣੇ ਦਿਲੋਂ ਦਿਮਾਗ 'ਚ ਇਹ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਯਾਨੀ ਕਿ ਇਸਲਾਮ ਔਰ ਮੁਸਲਮਾਨਾਂ ਦੇ ਵਿਰੁੱਧ ਨਫ਼ਰਤ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ। ਉਹ ਅੱਗੇ ਲਿਖਦੇ ਨੇ ਕਿ ਪੀਰ ਬੁੱਧੂ ਸ਼ਾਹ ਅਤੇ ਉਹਨਾਂ ਮੁਸਲਮਾਨਾਂ ਦੇ ਪ੍ਰਤੀ ਸਾਡੇ ਮਨਾਂ ਵਿੱਚ ਕਦੇ ਪਿਆਰ ਕਿਉਂ ਨਹੀਂ ਆਇਆ ਜਿਹੜੇ ਗੁਰੂ ਘਰ ਨਾਲ ਬਹੁਤ ਨੇੜੇ ਰਹੇ ਨੇ। ਅਸੀਂ ਕਦੇ ਉਹਨਾਂ ਮੁਸਲਮਾਨਾਂ ਦੀ ਗੱਲ ਕਿਉਂ ਨਹੀਂ ਕੀਤੀ ਜਿਨ੍ਹਾਂ ਨੇ ਸਿੱਖੀ ਦੇ ਬਹੁਤ ਨੇੜੇ ਰਹੇ ਨੇ। ਬਿਲਕੁਲ। ਸਾਨੂੰ ਹਰ ਮੁਸਲਮਾਨ ਔਰੰਗਜ਼ੇਬ, ਜ਼ਕਰੀਆ ਖਾਨ, ਮੱਸਾ ਰੰਗੜ ਜਾਂ ਸੂਬਾ ਸਲਾਮ ਦੀ ਕਿਉਂ ਦਿਸਦਾ? ਠੀਕ ਹੈ ਨਹੀਂ, ਆਖਰ ਉਹ ਵੀ ਤਾਂ ਹਨ ਜਿਨ੍ਹਾਂ ਨੇ ਸਾਡੇ ਗੁਰੂਆਂ ਨੂੰ ਪਿਆਰ ਦੇ, ਸਤਿਕਾਰ ਦੇ ਤੇ ਉਹਨਾਂ ਨਾਲ ਜਾਨਾਂ ਵਾਰਦੇ ਰਹੇ ਨੇ। ਫਿਰ ਉਹਨੇ ਪੂਰੀ ਲਿਸਟ ਦਿੱਤੀ ਹੈ 65 ਦੀ, ਜਦੋਂ ਸ਼ੁਰੂ ਕੀਤੀ ਹੈ ਦੌਲਤਾਂ ਦਾਈ, ਹਾਂਜੀ, ਭਾਈ ਮਰਦਾਨਾ, ਰਾਇਬਲਾਲ ਮੁਹੰਮਦ ਪੱਟੀ ਜੀ, ਉਸ ਤੋਂ ਬਾਅਦ ਸੂਫੀ ਸ਼ੇਖ ਫਰੀਦ, ਸੂਫੀ ਮੀਆਂ ਮੀਰ, ਫਿਰ ਕੋਟਲਾ ਨਿਹੰਗ, ਨਬੀ ਖਾਂ, ਗਨੀ ਖਾਂ, ਤੇ ਜੀ ਸਾਰੇ ਜਿਹੜੇ ਲੋਕ ਕੌਣ ਤੇ? ਉਹ ਪੁੱਛਦੇ ਨੇ ਵੀ ਕੌਣ ਤੇ, ਇਹਨਾਂ ਦਾ ਗੁਰੂ ਘਰ ਨਾਲ ਕੀ ਰਿਸ਼ਤਾ ਰਿਹਾ ਹੈ। ਫਿਰ ਅੱਗੇ ਲਿਖਦੇ ਨੇ ਜਿਨ੍ਹਾਂ ਨੇ ਧਰੋ ਕਮਾਇਆ ਉਹਨਾਂ ਬਾਰੇ ਤਾਂ ਦੱਸਣ ਵਾਲੇ ਬਥੇਰੇ ਨੇ। ਇਹ ਪਾਲਿਸੀ ਰਹੀ ਹੈ। ਹੁਣ ਇਹ ਦੱਸਿਆ ਜਾਂਦਾ ਹੈ, ਇਹ ਬਹੁਤ ਤੁਸੀਂ ਦੇਖਦੇ ਹੋਵੋਗੇ ਜੋ ਸ਼ਹੀਦੀ ਸਾਕੇ ਆਉਂਦੇ ਨੇ ਤੇ ਇਤਿਹਾਸ ਹੈ ਜਿਹੜਾ ਪਿਛਲੇ ਕਈ ਸਾਲਾਂ ਤੋਂ ਅਸੀਂ ਵੀ ਦੇਖ ਰਹੇ ਹਾਂ, ਔਰ ਬਹੁਤ ਸਤਿਕਾਰ ਵੀ ਹੈ। ਨਵਾਬ ਮਲੇਰਕੋਟਲਾ ਜਿਨ੍ਹਾਂ ਦੇ ਅਸੀਂ ਅਸਥਾਨ ਤੇ ਬੈਠੇ ਹਾਂ, ਬਹੁਤ ਸਤਿਕਾਰ ਨਾਲ ਉਹਨਾਂ ਦਾ ਨਾਮ ਲਿਆ ਜਾਂਦਾ। ਔਰ ਗੁਰੂ ਸਾਹਿਬ ਵੀ ਅਟੁੱਟ ਵਿਸ਼ਵਾਸ ਕਰਦੇ ਸੀ। ਗੁਰੂ ਸਾਹਿਬ ਕਿਉਂ ਜਾਂਦੇ ਨੇ ਗਨੀ ਖਾਨ, ਨਬੀ ਖਾਨ ਨਾਲ? ਆਪਾਂ ਸੋਚ ਸਕਦੇ ਹਾਂ ਵੀ ਕਿੰਨਾ ਵਿਸ਼ਵਾਸ ਹੋਏਗਾ, ਪਰ ਉਹ ਇਹ ਹੈ ਕਿ ਨਾਲ ਚੰਗੇ ਦੇ ਨਾਲ ਮਾੜਾ ਵੀ ਚੱਲਦਾ ਰਹਿੰਦਾ। ਤੇ ਇਹ ਡਾਕਟਰ ਸਾਹਿਬ ਆਪਾਂ ਇਹ ਤੇ ਗੱਲ ਕਰੀਏ ਕਿ ਇਹ ਚੀਜ਼ਾਂ, ਇਹ ਜਿਹੜੇ ਭਰਮ ਭੁਲੇਖੇ ਨੇ ਦੂਰ ਕਿਵੇਂ ਹੋ ਸਕਦੇ ਨੇ? ਦੇਖੋ ਉਹਦੇ ਵਾਸਤੇ ਮੈਂ ਤੁਹਾਡੇ ਬਹੁਤ ਅੱਛਾ ਸਵਾਲ ਕੀਤਾ। ਮੈਂ ਦਸਿਆ ਸਾਹਿਬ ਨਾਲ ਵੀ ਗੱਲ ਕਰ ਰਿਹਾ ਸੀ, ਹੋਰ ਵੀ ਬੰਦੇ ਨਾਲ ਵੀ ਗੱਲ ਕਰਦਾ ਵੀ ਸਾਨੂੰ ਸਿੱਖ ਕੌਮ ਨੂੰ, ਜਿਹੜੀ ਨੌਜਵਾਨ ਨਸਲ ਹੈ ਨਾ, ਉਹਨੂੰ ਗੁਰਬਾਨੀ ਕਰਨੀ ਮੋੜਨਾ ਪਊਗਾ, ਕਿਉਂਕਿ ਸਾਡੇ ਵਿਰੋਧੀਆਂ ਦੀ ਚਾਲ ਹੈ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਨਾ। ਮੈਂ ਅਕਸਰ ਕਹਿੰਦਾ ਹੁੰਦਾ, ਮੈਂ ਪਿੱਛੇ ਮੇਰਾ ਲੈਕਚਰ ਸੀ, ਉਹ ਕੋਸ਼ਿਸ਼ ਕਰਦੇ ਨੇ ਕਿ ਉਸ ਕੌਮ ਨੂੰ ਉਸਦੇ ਜਿਹੜੇ ਧਰਮ ਗ੍ਰੰਥ ਦੀ ਭਾਸ਼ਾ ਉਹਨਾਂ ਕੱਟ ਦਿੱਤਾ ਜਾਵੇ। ਸੋ ਡਾਕਟਰ ਸਾਹਿਬ ਆਪਾਂ ਇਹ ਤੇ ਗੱਲ ਕਰੀਏ ਕਿ ਇਹ ਜਿਹੜੇ ਮਾੜੇ ਮੋਟੇ ਹਲਕੇ ਮਨਮੁਟਾਵ ਹੈਗੇ ਨੇ, ਇਹ ਕਿਵੇਂ ਖਤਮ ਹੋ ਸਕਦੇ? ਮੈਂ ਜੇ ਪਹਿਲਾਂ ਦੱਸਿਆ ਵੀ ਇੱਕ ਸਿੱਖ ਵਾਸਤੇ ਜਿਹੜੀ ਕਸਵੱਟੀ ਹੈ ਉਹ ਗੁਰਬਾਣੀ ਹੈ। ਸਾਨੂੰ, ਕਿਉਂਕਿ ਸਾਡੇ ਵਿਰੋਧੀਆਂ ਦੀ ਇਹ ਚਾਲ ਹੈ ਕਿ ਇਹਨਾਂ ਨੂੰ ਇਹਨਾਂ ਦੇ ਧਰਮ ਗ੍ਰੰਥ ਨਾਲੋਂ ਕੱਟਿਆ ਜਾਵੇ। ਮੈਂ ਦਿੱਲੀ ਗਿਆ ਪਿਛਲੇ ਸਾਲ ਜਥੇਦਾਰ ਸਾਹਿਬ ਨਾਲ ਬੰਬੇ ਗਿਆ, ਉੱਥੇ ਮੈਂ ਇੱਕ ਸ਼ੋਰੂਮ 'ਚ ਗਿਆ, ਮੈਂ ਅਕਸਰ ਗੱਲ ਸੁਣਾਉਣਾ ਹੁੰਦਾ, ਤਾਂ ਦੋ ਸਿੱਖ ਵੀਰ ਬੈਠੇ ਤੇ
ਮੈਂ ਉਹਨਾਂ ਦੇ ਚਲਿਆ ਗਿਆ ਸ਼ੋਰੂਮ 'ਚ, ਤਾਂ ਮੈਂ ਜਾ ਕੇ ਆਪਣਾ ਸਿੱਖ ਮੁਸਲਿਮ ਸਾਂਝਾਂ ਦਾ ਫੋਲਡਰ ਦਿੱਤਾ, ਉਹਨਾਂ ਨੇ ਉਲਟਾ ਫੜਿਆ ਤੇ ਮੈਂ ਗੱਲ ਸ਼ੁਰੂ ਕਰਤੀ, ਉਹਨਾਂ ਨੇ ਫਿਰ ਵੀ ਉਲਟਾ ਰੱਖਿਆ। ਮੈਂ ਸਮਝ ਗਿਆ ਵੀ ਜਾਣਦੇ ਨਹੀਂ। ਮੈਂ ਉਹਨਾਂ ਨੂੰ ਪੁੱਛਿਆ ਵੀ ਸ਼ਾਇਦ ਤੁਸੀਂ ਪੰਜਾਬੀ ਨਹੀਂ ਜਾਣਦੇ, ਕਹਿੰਦੇ ਹਾਂ ਜੀ ਨਹੀਂ। ਮੈਂ ਕਿਹਾ ਬੜੇ ਅਫਸੋਸ ਦੀ ਗੱਲ ਹੈ, ਜੇ ਤੁਸੀਂ ਆਪਣੇ ਧਰਮ ਗ੍ਰੰਥ ਦੀ ਭਾਸ਼ਾ ਹੀ ਨਹੀਂ ਜਾਣਦੇ ਤੁਹਾਡੇ ਕੋਲ ਕੀ ਰਿਹਾ। ਬਿਲਕੁਲ। ਫਿਰ ਮੈਂ ਉਹਨੂੰ ਕਿਹਾ ਵੀ ਕਿਸੇ ਕੌਮ ਨੂੰ ਖਤਮ ਕਰਨ ਵਾਸਤੇ ਇਹ ਇੱਕ ਬਹੁਤ ਵੱਡਾ ਹਥਿਆਰ ਹੁੰਦਾ ਹੈ ਕਿ ਉਸ ਨੂੰ ਉਸਦੇ ਧਰਮ ਗ੍ਰੰਥ ਦੀ ਭਾਸ਼ਾ ਨਾਲੋਂ ਘੱਟ ਦਿੱਤਾ ਜਾਵੇ। ਠੀਕ ਹੈ ਨਹੀਂ, ਮੈਂ ਅਕਸਰ ਇਹ ਕਹਿਣਾ ਵੀ ਸਾਨੂੰ ਜਿਹੜੀ ਨਸਲ ਹੈ ਉਹਨੂੰ, ਨਵੀਂ ਨਸਲ ਨੂੰ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ। ਅਗਰ ਉਹ ਗੁਰਬਾਣੀ ਨਾਲ ਜੁੜਨਗੇ ਤਾਂ ਗੁਰਬਾਣੀ ਤਾਂ ਪੂਰੀ ਇੱਕ ਜੀਵਨ ਗੁਜ਼ਾਰਨ ਦਾ ਢੰਗ ਹੈ, ਉਹਨੂੰ ਪਤਾ ਲੱਗੂਗਾ ਵੀ ਅਸੀਂ ਵਿਰੋਧੀਆਂ ਨਾਲ ਵੀ ਕਿਵੇਂ ਗੱਲ ਕਰਨੀ ਹੈ। ਕਿਉਂਕਿ ਇਸਲਾਮ ਦੀ ਸਿੱਖਿਆ, ਮੈਂ ਸਵੇਰੇ ਗੱਲ ਕਰ ਰਿਹਾ ਸੀ ਕਿ ਤੁਸੀਂ ਬੁਰਾਈ ਦਾ ਬਦਲਾ ਵੀ ਭਲਾਈ ਨਾਲ ਦੇਣਾ। ਅਗਰ ਮਤਲਬ ਹੈ ਕੋਈ ਬੰਦਾ ਤੁਹਾਨੂੰ ਸਖਤ ਗੱਲ ਬੋਲਦਾ ਹੈ, ਕੋਈ ਗਾਲ ਕੱਢਦਾ ਹੈ, ਤਾਂ ਤੁਸੀਂ ਉਹਨੂੰ ਇੰਨੇ ਅੱਛੇ ਤਰੀਕੇ ਨਾਲ ਉਹਨੂੰ ਗੱਲ ਕਹੋ ਕਿ ਉਹ ਤੁਸੀਂ ਉਹਦਾ ਦਿਲ ਜਿੱਤ ਲਓ। ਜੀ ਜੀ, ਠੀਕ ਹੈ ਨਹੀਂ। ਸੋ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਮਨਮੁਟਾਵ ਹੈ ਇਕੱਲੇ ਸਿੱਖਾਂ ਦੇ ਦਿਲਾਂ 'ਚ ਹੈ, ਮੁਸਲਿਮ? ਹਾਂ, ਜਿੰਨਾ ਮੈਂ ਰਿਸਰਚ ਕੀਤੀ ਹੈ, ਕਿਉਂਕਿ ਉਹਦੀ ਵਜ੍ਹਾ ਇਹ ਹੈ ਨਾ, ਜਿਵੇਂ ਹੁਣ ਸਰਹੰਦ ਦਾ ਸਾਕਾ ਹੋਇਆ, ਬੱਚਿਆਂ ਦਾ ਨੀਹਾਂ ਚਨਾਉਂਦੇ ਹੋਏ ਹਰ ਵਾਰ ਫਲੈਕਸੀ ਲੱਗਦੀ ਹੈ। ਮੈਂ ਆਪਣੇ ਜਸਮਿੰਦਰ ਨਾਲ ਗੱਲ ਕਰ ਰਿਹਾ, ਉੱਥੇ ਇਕੱਲੇ ਸੂਬੇ ਸਰਹੰਦ ਨੂੰ ਕਢਾਇਆ ਜਾਂਦਾ ਹੈ, ਜਦ ਕਿ ਜਿਹੜੇ ਅਸਲ ਮੁਜਰਮ ਤੇ ਉਹ ਵੀ ਕਾਤਲ ਹੈ। ਉਹ ਮੈंने ਕਹਿ ਦਿੱਤਾ ਗੰਗੂ ਤੇ ਦੁਸ਼ਟ ਤੇ ਸੁੱਚਾ ਨੰਦ ਲਾਂਤਾਂ ਪੈਂਦੀਆਂ ਨੇ। ਨਹੀਂ, ਲਾਂਤਾਂ ਪੈਂਦੀਆਂ ਗੰਗੂ ਨੂੰ ਬਹੁਤ ਲਾਂਤਾਂ ਪਰ ਫੋਟੋ ਜੇ ਲੱਗਦੀ ਹੈ, ਕੋਈ ਆਮ ਲੋਕਾਂ ਨੂੰ ਨਹੀਂ ਪਤਾ ਲੱਗਦਾ। ਉਹਦੇ ਬਰਾਬਰ ਇੱਕ ਪਾਸੇ ਸੁੱਚਾ ਨੰਦ ਔਰ ਗੰਗੂ ਖੜਾ ਹੋਣਾ ਚਾਹੀਦਾ ਹੈ, ਇੱਕ ਪਾਸੇ ਪਹਾੜੀ ਰਾਜੇ ਖੜੇ ਹੋਣੇ ਚਾਹੀਦੇ ਨੇ, ਇੱਕ ਪਾਸੇ ਸੂਬਾ ਸਰਹੰਦ ਖੜਾ ਹੋਣਾ ਚਾਹੀਦਾ ਹੈ। ਫਿਰ ਆਪਾਂ ਇਨਸਾਫ ਦੀ ਗੱਲ ਹੋਊ ਨਾ। ਮੈਂ ਜਿੱਥੇ ਦੇਖ ਪਰ ਡਾਕਟਰ ਸਾਹਿਬ ਜੇ ਆਪਾਂ ਅੱਜ ਦੇ ਸਮੇਂ ਗੱਲ ਕਰ ਲਈਏ, ਜਦੋਂ ਪ੍ਰੈਕਟੀਕਲ ਰੂਪ ਦੇ ਵਿੱਚ ਕੋਈ ਪ੍ਰੀਖਿਆ ਹੁੰਦੀ ਹੈ, ਜਿਵੇਂ ਹੁਣ ਪਿੱਛੇ ਜੇ ਜਿਹੜਾ ਹੋਇਆ ਸੀ ਮੁਸਲਮਾਨਾਂ, ਭਾਰਤੀ ਮੁਸਲਮਾਨਾਂ ਤੇ ਥੋੜੀ ਮੁਸ਼ਕਿਲ ਆਈ ਸੀ, ਜੀ ਬਿਲਕੁਲ, ਤਾਂ ਸਭ ਤੋਂ ਵੱਧ ਸਿੱਖਾਂ ਨੇ ਜਿਹੜੇ ਮੁਸਲਿਮ ਸਟੂਡੈਂਟਸ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਕਸ਼ਮੀਰ ਪਹੁੰਚਾਇਆ, ਉਹ ਉਸ ਚੀਜ਼ ਨੂੰ ਦੇਖ ਕੇ ਨਹੀਂ ਲੱਗਦਾ ਕਿ ਉਹ ਫਰਕ ਰਿਹਾ ਹੈਗਾ। ਜਦੋਂ ਲੋੜ ਹੁੰਦੀ ਹੈ ਸਿੱਖ ਡਟ ਕੇ ਖੜਦੇ ਨੇ। ਬਿਲਕੁਲ ਸਹੀ, ਇਹਦੇ ਵਿੱਚ ਨਹੀਂ ਹੈ। ਇਹਦੇ ਜਿਹੜੇ ਤਾਂ ਜਾਣਦੇ ਨੇ ਸਹੀ ਇਤਿਹਾਸ ਨੂੰ ਜਾਂ ਸਹੀ ਸਿੱਖੀ ਨੂੰ, ਉਹ ਤਾਂ ਇਸ ਤਰ੍ਹਾਂ ਹੀ ਕਰਦੇ ਨੇ। ਪਰ ਸਾਡੇ ਅਕਸਰ ਜਿਹੜੇ ਲੋਕ ਨੇ ਨਾ, ਉਹਨਾਂ ਪਰ ਹਲੇ ਵੀ ਸਾਡੇ ਵਿਰੋਧੀਆਂ ਦਾ ਅਸਰ ਹੈ। ਉਹ ਸਾਨੂੰ ਉਹਨਾਂ ਦੇ ਵਿਰੋਧੀਆਂ ਦੇ ਜਿਹੜੇ ਚੰਗਲ ਚੋਂ ਕੱਢਣੇ ਜ਼ਰੂਰੀ ਨੇ, ਉਹ ਅਸੀਂ ਕੱਢ ਸਕਦੇ ਹਾਂ ਗੁਰਬਾਣੀ ਨਾਲ ਜੋੜ ਕੇ। ਕਿਉਂਕਿ ਗੁਰੂ ਸਾਹਿਬ ਨੇ ਜਦੋਂ 1699 ਨੂੰ ਖਾਲਸੇ ਪੰਥ ਦੀ ਨੀਂਹ ਰੱਖੀ ਸੀ, ਉਸ ਵੇਲੇ ਉਹਨਾਂ ਨੇ ਇਹੀ ਕਰ ਕੀਤਾ ਸੀ, ਸਿੰਘ ਔਰ ਕੌਰ ਜੋੜ ਕੇ ਨਾ ਲਿਖਤੀ ਸਾਂਝ ਖਤਮ ਕੀਤੀ ਸੀ, ਤਾਂ ਕਿ ਸਾਡੇ ਸਿੰਘਾਂ ਨੂੰ ਕੋਈ ਦੁਬਾਰਾ ਬਹਿਕਾ ਨਾ ਸਕੇ। ਠੀਕ ਹੈ ਨਹੀਂ, ਇਸ ਲਈ ਸਾਨੂੰ ਉਹ ਚੀਜ਼ਾਂ ਪਰ ਕੰਮ ਕਰਨ ਦੀ ਬਹੁਤ ਲੋੜ ਹੈ। ਔਰ ਦੂਸਰੀ ਗੱਲ ਇਹ ਹੈ ਜਿਹੜੀ ਨਾ ਸਾਡੀ, ਕਿਉਂਕਿ ਇਤਿਹਾਸ ਦੀ ਜਿਹੜੀ ਘਟਨਾ ਸਾਡੇ ਵਿਚਕਾਰ ਨਫ਼ਰਤ ਪਾਉਂਦੀ ਹੈ ਜਾਂ ਤੋੜ ਪੈਦਾ ਕਰਦੀ ਹੈ, ਉਹ ਧਰਮ ਨਹੀਂ, ਅਧਰਮ ਹੈ। ਕਿਉਂਕਿ ਧਰਮ ਜੋੜਦਾ ਹੈ, ਤੋੜਦਾ ਨਹੀਂ। ਧਰਮ ਪ੍ਰੇਮ ਸਿਖਾਉਂਦਾ, ਨਫ਼ਰਤ ਨਹੀਂ। ਬਹੁਤ ਸਾਰੇ ਗੱਲਾਂ ਜਿਹੜੇ ਅਸੀਂ ਜਾਣਦੇ ਹਾਂ, ਜਿੱਥੇ ਉਹਦੇ ਫੋਟੋਆਂ ਲੱਗੀਆਂ ਹੁੰਦੀਆਂ ਨੇ, ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਉਹਦੇ ਨਾਲ ਸਾਡੀ ਨਵੀਂ ਨਸਲ ਦੇ ਵਿੱਚ ਨਫ਼ਰਤ ਪੈਦਾ ਹੁੰਦੀ ਹੈ। ਦੇਖੋ, ਮੈਂ ਇਹ ਇਸਲਾਮ ਮੁਸਲਮਾਨਾਂ ਦੀ ਵਾਕਿਆ ਵਰਤਿਆ ਸੀ। ਜਦੋਂ ਕਰਬਲਾ ਦਾ ਜੰਗ ਹੋਈ ਹੈ, ਉਹਦੇ ਵਿੱਚ ਦੁੱਧ ਪੀਂਦੇ ਬੱਚਿਆਂ ਨੂੰ ਵੀ ਮਾਰਿਆ ਗਿਆ, 72 ਬੰਦੇ ਸ਼ਹੀਦ ਹੋਏ। ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ, ਪੈਗੰਬਰ ਨੇ ਇਸਲਾਮ ਦੇ, ਉਹਨਾਂ ਦੇ ਨਵਾਸੇ ਵੀ ਸ਼ਹੀਦ ਹੋਏ, ਪਰ ਸਾਡੇ ਕਿਤੇ ਫੋਟੋ ਨਹੀਂ ਲੱਗੀਆਂ ਹੋਈਆਂ। ਕਿਉਂਕਿ ਅਸੀਂ ਇਹ ਕਹਿੰਦੇ ਹਾਂ, ਮੈਂ ਅਕਸਰ ਕਹਿੰਦਾ ਹੁੰਦਾ, ਮੈਂ ਗੱਲ ਕਰਦਾ ਹੁੰਦਾ ਵੀ ਇੰਨੀਆਂ ਇੰਪੋਰਟੈਂਟ ਸ਼ਖਸੀਅਤਾਂ ਨੇ ਜਿਸ ਚੀਜ਼ ਵਾਸਤੇ ਕੁਰਬਾਨੀ ਦਿੱਤੀ ਹੈ, ਇਹਦਾ ਮਤਲਬ ਇਹ ਹੈ ਵੀ ਉਹ ਮਕਸਦ ਉਹਦੇ ਨਾਲੋਂ ਜ਼ਿਆਦਾ ਇੰਪੋਰਟੈਂਟ ਹੋਊਗਾ। ਠੀਕ ਹੈ ਨਹੀਂ, ਅਸੀਂ ਸਾਨੂੰ ਇੱਕ ਚਾਲ ਨਾਲ ਉਹ ਮਕਸਦ ਤਾਂ ਭੁਲਾ ਦਿੱਤਾ ਗਿਆ ਜਿਸ ਵਾਸਤੇ ਗੁਰੂ ਸਾਹਿਬ ਨੇ, ਸਾਹਿਬਜ਼ਾਦੇ ਨੇ ਕੁਰਬਾਨੀ ਦਿੱਤੀ ਹੈ, ਪਰ ਸਾਨੂੰ ਉਹ ਯਾਦ ਰਹਿ ਗਏ। ਇਹ ਸਾਡੇ ਵਿਰੋਧੀਆਂ ਦੀ ਚਾਲ ਹੈ, ਸਾਨੂੰ ਮਕਸਦ ਨੂੰ ਜ਼ਰੂਰ ਜਾਣਨਾ ਚਾਹੀਦਾ ਹੈ। ਪਰ ਕਿਤੇ ਨਾ ਕਿਤੇ ਵਿਰੋਧੀ ਚਿੱਤ ਹੋ ਰਹੇ ਨੇ। ਹੁਣੇ ਤੁਸੀਂ ਨਨਕਾਣਾ ਸਾਹਿਬ ਵਾਲੀ ਘਟਨਾ ਦੇਖੋ, ਉੱਥੇ ਵੀ ਇੱਕ ਮੁਸਲਿਮ ਭੇਸ ਦੇ ਵਿੱਚ ਉਸ ਬੰਦੇ ਨੇ ਜਿਸ ਤਰੀਕੇ ਨਾਲ ਜ਼ਹਿਰ ਉਗਲਿਆ, ਮਲੇਰਕੋਟਲੇ ਤੋਂ ਵੀ ਸਾਰੇ ਮੁਸਲਿਮ ਨਾਲ ਆ ਕੇ ਖੜੇ ਹੋ ਗਏ ਔਰ ਸਿੱਖਾਂ ਨੇ ਵੀ ਉਸ ਚੀਜ਼ ਨੂੰ ਸਮਝਿਆ। ਹਾਂ, ਬੜੀ ਖੁਸ਼ੀ ਦੀ ਗੱਲ ਹੈ, ਅਸੀਂ ਇਹ ਸਮਝਣ ਲੱਗ ਗਏ। ਸਾਡੇ ਵਿਰੋਧੀਆਂ ਦੀ ਚਾਲਾਂ ਨੂੰ, ਸਾਡੇ ਜਿਹੜੇ ਭੈੜੇ ਲੋਕ ਨੇ, ਸਾਡੇ ਦੋਹਾਂ ਦੇ ਦੁਸ਼ਮਣ ਨੇ, ਅਸੀਂ ਉਹਨਾਂ ਦੀ ਚਾਲਾਂ ਨੂੰ ਹੁਣ ਸਮਝਣ ਲੱਗ ਗਏ ਥੋੜੇ ਲੋਕ। ਬਿਲਕੁਲ, ਬੜੀ ਖੁਸ਼ੀ ਦੀ ਗੱਲ ਹੈ ਸਾਡੇ ਵਾਸਤੇ। ਬਿਲਕੁਲ। ਸੋ ਡਾਕਟਰ ਸਾਹਿਬ, ਇੱਕ ਹੋਰ ਆਪਾਂ ਨਕਸ਼ਬੰਦੀ ਜਿਹੜਾ ਹੈਗਾ ਲਹਿਰ ਵਾਲਾ, ਉਹ ਉਸ ਬਾਰੇ ਤੁਹਾਡੇ ਕੀ ਖਿਆਲ ਨੇ? ਕਿਤੇ ਜੇ ਮੈਂ ਆਪਣੀ ਨਿੱਜੀ ਤੌਰ ਤੇ ਗੱਲ ਕਰਾਂ, ਜੋ ਕਾਰਵਾਈਆਂ ਨੇ, ਉਹ ਲੱਗਦਾ ਵੀ ਜੋ ਅੱਜ RSS ਕਰ ਰਹੀ ਹੈ ਉਹ ਨਕਸ਼ਬੰਦੀ ਉਹੀ ਕਰਦੇ। ਤੁਸੀਂ ਕੀ ਮੰਨਦੇ ਹੋ? ਅਸਲ 'ਚ ਨਾ ਇਹ ਇੱਕ ਬਹੁਤ ਬੜਾ ਭੁਲੇਖਾ ਹੈ ਇਤਿਹਾਸ ਨੇ ਪਾਇਆ ਹੋਇਆ। ਮੈਨੂੰ ਬੜੇ ਦੁੱਖ ਦੀ ਗੱਲ ਹੈ ਇਹ ਕਿ ਸਿੱਖ ਇਤਿਹਾਸ ਇਹਦੇ ਪਰ ਹੀ ਖੜਾ ਹੈ। ਮੈਨੂੰ ਬੜੇ ਅਫਸੋਸ ਦੀ ਗੱਲ ਨਾਲ ਕਹਿਣੀ ਪੈਂਦੀ ਹੈ। ਮੈਂ ਜਿੱਥੇ ਸਾਹਿਬ ਨਾਲ ਗੱਲ ਕੀਤੀ ਸੀ, ਇਹ ਜਿੰਨੇ ਵੀ ਸੂਫੀ ਮੱਤ ਹੋਏ ਨੇ, ਉਹਨਾਂ ਦਾ ਪੋਲੀਟਿਕਸ ਨਾਲ ਕੋਈ ਸੰਬੰਧ ਹੀ ਨਹੀਂ ਰਿਹਾ ਕਦੇ ਵੀ, ਔਰ ਕਦੇ ਉਹ ਪੋਲੀਟਿਕਸ 'ਚ ਆਏ ਨਹੀਂ ਹੈਗੇ। ਸੂਫੀ ਉਹ ਬੰਦਾ ਜਿਹੜਾ ਹਉਮੈ ਨੂੰ ਮਾਰ ਕੇ ਆਉਂਦਾ ਹੈ। ਠੀਕ ਹੈ ਨਹੀਂ, ਮੈਂ ਪਿੱਛੇ ਦੇ ਇੱਕ ਆਪਣੇ ਸਾਥੀ ਕੋਲ ਗਿਆ ਸੀ, ਉਹਨਾਂ ਨੇ ਮੈਨੂੰ ਗੁਰਮਤਿ ਤੇ ਵਿਵੇਕ ਰਸਾਲਾ ਕੱਢਿਆ ਸੀ, ਉਹਦਾ ਮੈਨੂੰ ਇਜਰਾ ਕਰਨ ਵਾਸਤੇ ਕਹਿਤਾ ਜੀ, ਤੇ ਉਹ ਦੋਸਤਾਂ ਨੇ ਮੈਨੂੰ ਦੇ ਦਿੱਤਾ ਵੀ ਤੁਸੀਂ 2 ਸਾਲ ਪਹਿਲਾਂ ਦੀ ਗੱਲ ਹੈ, ਤੁਸੀਂ ਪੜ੍ਹ ਲਿਓ। ਕੁਦਰਤੀ ਉਦੋਂ ਚੱਲ ਰਿਹਾ ਸੀ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਾ। ਜਦ ਮੈਂ ਉਹ 'ਚ ਪੜ੍ਹਿਆ ਨਕਸ਼ਬੰਦੀ ਸਿਲਸਿਲੇ ਬਾਰੇ, ਮੈਂ ਥੋੜਾ ਸਮਝ ਗਿਆ। ਤੁਸੀਂ ਗੱਲ ਕੀਤੀ, ਮੈਂ ਜਿਹੜੀ ਸਮਝ ਗਿਆ ਸੀ, ਉਹਦੇ 'ਚ ਇੱਕ ਲਿਖਿਆ ਜਾਂਦਾ ਹੈ ਕਿ ਨਕਸ਼ਬੰਦੀ ਸਿਲਸਿਲੇ ਦੇ ਜਿਹੜੇ ਹੈੱਡ ਨੇ
ਸ਼ੇਖ ਅਹਿਮਦ ਸਰੰਦੀ ਨੇ ਜੀ ਜੀ ਜਹਾਂਗੀਰ ਨੂੰ ਕਿਹਾ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦ ਕਰਨ ਵਾਸਤੇ, ਬਿਲਕੁਲ। ਜਦ ਕਿ ਉਹ ਲੈਟਰ ਜਿਹੜਾ 193 ਨੰਬਰ ਲੈਟਰ ਤੁਹਾਨੂੰ ਦੱਸਦਾ ਮੈਂ, ਉਹਦੇ ਵਿੱਚ ਐਸਾ ਨਾਮ ਹੀ ਨਹੀਂ ਹੈ ਕੋਈ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪੂਰੇ ਲੈਟਰ 'ਚ ਨਾਮ ਹੀ ਨਹੀਂ ਹੈ। ਮੈਨੂੰ ਅਫਸੋਸ ਦੀ ਗੱਲ ਹੈ ਕਿਹਨੇ ਉਹ ਤਰਜਮਾ ਕਰਤਾ। ਮੈਂ ਬਹੁਤ ਸਾਰੇ ਵਿਦਵਾਨਾਂ ਨੂੰ ਚੈਲੰਜ ਕੀਤਾ ਵੀ ਲਿਆਓ ਦਿਖਾਓ। ਮੈਂ ਤੁਹਾਨੂੰ ਇੱਕ ਸਵਾਲ ਕਰਦਾ, ਉਹਦੇ ਵਿੱਚ ਜਿਹੜੀ ਇਬਾਰਤ ਹੈ ਉਹਦੀ ਇਸ ਤਰ੍ਹਾਂ ਦੀ ਹੈ, ਗੋਬਿੰਦ ਅਤੇ ਉਸ ਦੀ ਔਲਾਦ ਦਾ ਮਾਰਿਆ ਜਾਣਾ ਵੀ ਕਿਆ ਖੂਬ ਰਿਹਾ। ਇਹ ਇਤਿਹਾਸ 'ਚ ਪਹਿਲੀ ਵਾਰੀ ਪੜ੍ਹਨਗੇ ਲੋਕ ਜਿਹੜੇ ਸੁਣਨਗੇ। ਗੋਬਿੰਦ ਇਹ ਫਾਰਸੀ 'ਚ ਲੈਟਰ ਹੈ ਉਹ। ਉਹਨਾਂ ਦੀ ਅਸਲ 3 ਬੁੱਕਸ ਨੇ, ਮਕਤੂਬਾਤ ਇਮਾਮ ਰੱਬਾਨੀ, ਉਹਨਾਂ ਦੀ ਇੱਕ ਜਿਲਦ 'ਚ ਸੀਗਾ ਇਹ 193 ਨੰਬਰ ਲੈਟਰ। ਮਕਤੂਬ ਕਹਿੰਦੇ ਨੇ ਲੈਟਰ ਨੂੰ, ਚਿੱਠੀ ਨੂੰ, ਮਕਤੂਬਾਤ ਤੋਂ ਜਮ੍ਹਾਂ ਹੋ ਗਈ, ਬਹੁਵਚਨ ਹੋ ਗਿਆ ਮਕਤੂਬਾਤ। ਉਹਨਾਂ ਦਾ 193 ਨੰਬਰ ਲੈਟਰ 'ਚ ਹੈ, ਉਹਦੀ ਮੈਂ ਤੁਹਾਨੂੰ ਅਰਥ ਕਰਕੇ ਦੱਸ ਰਿਹਾ ਕਿ ਉਹ ਫਾਰਸੀ 'ਚ ਹੈ। ਗੋਬਿੰਦ ਅਤੇ ਉਹਨਾਂ ਦੀ ਔਲਾਦ ਦਾ ਮਾਰਿਆ ਜਾਣਾ ਵੀ ਕਿਆ ਖੂਬ ਰਿਹਾ। ਠੀਕ ਹੈ ਨਹੀਂ। ਹੁਣ ਨਾ ਤਾਂ ਇੱਥੇ ਗੁਰੂ ਗੋਬਿੰਦ ਸਿੰਘ ਦਾ ਨਾਮ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਤੋਂ 92 ਸਾਲ ਪਹਿਲਾਂ ਹੋ ਚੁੱਕਿਆ। ਗੁਰੂ ਅਰਜਨ ਦੇਵ ਜੀ ਦਾ ਨਾਮ ਨਹੀਂ ਹੈ। ਚਲੋ ਤੁਸੀਂ ਲਾ ਲਓਗੇ ਕਿਸ ਤਰ੍ਹਾਂ ਵੀ। ਮੈਂ ਇੱਕ ਲਿਖ ਕੇ ਦੇਣਾ ਤੁਹਾਨੂੰ, ਉਠੋ ਨਾ ਬੈਠੋ, ਉਠੋ ਨਾ ਬੈਠੋ। ਹੁਣ ਇਹਦੇ ਵਿੱਚ ਤੁਸੀਂ ਕੀ ਸਮਝੋਗੇ, ਮੈਂ ਤੁਹਾਨੂੰ ਉੱਠਣ ਵਾਸਤੇ ਕਹਿ ਰਿਹਾ, ਬੈਠਣ ਵਾਸਤੇ ਕਹਿ ਰਿਹਾ। ਜਦ ਮੈਂ ਅੱਗੇ ਲਿਖੂੰਗਾ ਵੀ ਕਿਉਂਕਿ ਹੁਣ ਧੁੱਪ ਤੇਜ਼ ਹੈ, ਪਰਛਾਵਾਂ ਢਲ ਜਾਵੇ, ਫਿਰ ਤੁਸੀਂ ਚਲੇ ਜਾਓ, ਇਹਦਾ ਮਤਲਬ ਮੈਂ ਬੈਠਣ ਵਾਸਤੇ ਕਹਿ ਰਿਹਾ। ਉਹਦੇ ਅੱਗੇ ਲਿਖਦੇ ਨੇ ਵੀ ਜਿਹੜਾ ਕਿ ਬੁੱਤ ਪ੍ਰਸਤੀ ਮੂਰਤੀ ਪੂਜਕ ਸੀ, ਬਲਕਿ ਮੂਰਤੀ ਪੂਜਕਾਂ ਦਾ ਸਰਦਾਰ ਸੀ। ਹੁਣ ਸਿੱਖ ਧਰਮ ਦਾ ਮੂਰਤੀ ਪੂਜਕ ਹੈ ਨਹੀਂ, ਗੁਰੂ ਸਾਹਿਬ ਨੇ ਵਿਰੋਧ ਕੀਤੀ ਹੈ। ਫਿਰ ਗੁਰੂ ਸਾਹਿਬਾਨ ਦੇ ਨਾਲ ਇਹ ਗੱਲ ਲੈਟਰ ਕਿਵੇਂ ਜੁੜ ਸਕਦਾ ਹੈ? ਫਿਰ ਇਹਦੇ ਕੌਣ ਨਿਰਣਾ ਕਰੂਗਾ ਵੀ ਕੀ ਸਹੀ ਹੈ ਤੇ ਕੀ ਗਲਤ ਹੈ? ਲੈਟਰ ਜਿਸ ਲੈਟਰ ਨੂੰ ਆਧਾਰ ਬਣਾ ਕੇ ਕੀਤਾ ਜਾ ਰਿਹਾ, ਜੇ ਕਿਸੇ ਨੇ 2 2 5 ਲਿਖਤਾ, 5 ਤਾਂ ਇਹ ਤਾਂ ਸਿੱਧ ਕਰਨ ਇਸ ਚੀਜ਼ ਨੂੰ, 2 2 4 ਹੁੰਦੇ ਨੇ। ਉਹ ਲੈਟਰ 'ਚ ਗੁਰੂ ਅਰਜਨ ਦੇਵ ਦੀ ਸ਼ਹੀਦੀ ਦਾ ਜ਼ਿਕਰ ਹੀ ਨਹੀਂ ਹੈ, ਨਾਮ ਹੀ ਨਹੀਂ ਹੈ, ਫਿਰ ਅਸੀਂ ਕਿਵੇਂ ਜੋੜ ਸਕਦੇ ਹਾਂ ਉਸ ਨਾਲ? ਪਰ ਇਹ ਤਾਂ ਸੱਚ ਹੈ ਵੀ ਸ਼ਹੀਦ ਕੀਤਾ ਸੀ ਤਾਂ ਜਹਾਂਗੀਰ ਨੇ ਇੱਕ ਉਹਦੇ ਬਾਰੇ ਮੇਰੀ ਬੁੱਕ ਹੈ ਇੱਕ ਪੂਰੀ, ਮੈਂ ਉਹਦੇ ਵਿੱਚ ਸਿੱਧ ਕੀਤਾ ਹੈ ਕਿ ਜਹਾਂਗੀਰ, ਮੈਂ ਦੇਖੋ ਇੱਕ ਯਾਦ ਰੱਖਿਓ, ਮੇਰੇ ਪਰ ਬਾਰ-ਬਾਰ ਇਹ ਇਲਜ਼ਾਮ ਲੱਗਦੇ ਨੇ ਕਿ ਜੀ ਮੈਂ ਇਤਿਹਾਸ ਨੂੰ ਵਿਗਾੜ ਰਿਹਾ। ਮੈਂ ਆਪਣੀ ਪਿਛਲੀ ਇੰਟਰਵਿਊ 'ਚ ਵੀ ਕਿਹਾ ਸੀ ਵੀ ਜਦੋਂ ਬੋਰਡ ਦਾ ਪੇਪਰ ਹੁੰਦਾ ਨਾ 10ਵੀਂ ਦਾ, ਜਿਹੜੇ ਬੱਚੇ 10ਵੀਂ ਦੇ ਥਰੂ ਪੇਪਰ ਦੇ ਰਹੇ ਨੇ ਬੋਰਡ ਦੇ ਥਰੂ ਪੰਜਾਬ ਸਕੂਲ ਦੇ, ਤਾਂ ਉਹ ਬੋਰਡ ਹੀ ਪੇਪਰ ਸੈੱਟ ਕਰਕੇ ਭੇਜਦਾ ਜੀ। ਜਿਹੜਾ ਐਗਜ਼ਾਮੀਨਰ ਹੁੰਦਾ ਉਹ ਤਾਂ ਕੁਐਸਚਨ ਪੇਪਰ ਕੱਢ ਕੇ ਦਿੰਦਾ। ਹੁਣ ਜੇ ਉਹਦੇ 'ਚ ਆਊਟ ਆਫ ਸਿਲੇਬਸ ਕੋਈ ਕੁਐਸਚਨ ਆ ਗਏ ਤਾਂ ਉਹ ਜੇ ਸਟੂਡੈਂਟ ਨੇ ਖੜੇ ਹੋ ਕੇ ਐਗਜ਼ਾਮੀਨਰ ਦੇ ਪਿੱਛੇ ਭੇਜਣ, ਜੇ ਉਹਨਾਂ ਨੂੰ ਕੋਈ ਆਬਜੈਕਸ਼ਨ ਹੈ ਉਹ ਬੋਰਡ ਨੂੰ ਚੈਲੰਜ ਕਰਨ। ਇਸੇ ਤਰ੍ਹਾਂ ਹੀ ਮੈਂ ਤਾਂ ਸਿੱਖ ਲਿਟਰੇਚਰ ਦੇ ਆਧਾਰ ਤੇ ਉਹ ਇਤਿਹਾਸਿਕ ਘਟਨਾਵਾਂ ਪੇਸ਼ ਕਰ ਰਿਹਾ ਜੋ ਸਿੱਖ ਇਤਿਹਾਸਕਾਰਾਂ ਨੇ, ਸਿੱਖ ਵਿਦਵਾਨਾਂ ਨੇ ਆਪ ਹੀ ਵਰਣਨ ਕੀਤੀਆਂ ਨੇ। ਇਸ ਲਈ ਜੇ ਕਿਸੇ ਨੂੰ ਕੋਈ ਆਬਜੈਕਸ਼ਨ ਹੈ, ਇਤਰਾਜ਼ ਹੈ, ਤਾਂ ਉਹ ਸਿੱਖ ਇਤਿਹਾਸਕਾਰਾਂ ਨੂੰ ਚੈਲੰਜ ਕਰਨ, ਵਿਦਵਾਨਾਂ ਜਿਹਨਾਂ ਨੇ ਕਿਤਾਬਾਂ ਲਿਖੀਆਂ ਨੇ। ਮੇਰੀ ਕਿਤਾਬ ਹੈ ਇਹਦੇ ਬਾਰੇ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕੌੜਾ ਸੱਚ, ਜਿਹੜੀ ਮੈਂ ਜਥੇਦਾਰ ਸਾਹਿਬ ਨੂੰ ਦਿੱਤੀ, 1 ਸਾਲ ਹੋ ਗਿਆ ਔਰ ਉਹਨੇ ਉਹਨੂੰ ਮੰਨ ਲਿਆ ਹੈ ਨਾ। ਇਹਦੇ ਵਿੱਚ ਵੀ ਮੈਨੂੰ ਕੋਈ ਜਹਾਂਗੀਰ ਨਾਲ ਜਾਂ ਔਰੰਗਜ਼ੇਬ ਨਾਲ ਕੋਈ ਸਾਡੇ ਵਾਸਤੇ ਕੋਈ ਅਥਾਰਟੀ ਨਹੀਂ ਹੈਗੇ। ਉਹ ਇਸ ਤਰ੍ਹਾਂ ਹੀ ਹੈ ਜਿਵੇਂ ਇੱਕ ਆਮ ਗਰੀਬ ਮਜ਼ਦੂਰ ਮੁਸਲਮਾਨ, ਇੰਨੀ ਕਿ ਉਹਦੀ ਵੈਲਿਊ ਹੈ ਇਸਲਾਮ 'ਚ। ਸਾਡੇ ਵਾਸਤੇ ਜਿਹੜੀ ਰੋਲ ਮਾਡਲ ਨੇ ਸਾਡੇ, ਉਸਵਾ ਹਸਨਾ ਕਿਹਾ ਗਿਆ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ। ਇਸ ਕਰਕੇ ਮੈਂ, ਪਰ ਇਹ ਹੈ ਵੀ ਜਿਹੜਾ ਮੈਨੇ ਜੁਰਮ ਨਹੀਂ ਕੀਤਾ, ਘੱਟੋ ਘੱਟ ਉਹ ਮੇਰੇ ਪਰ ਇਲਜ਼ਾਮ ਨਾ ਲਾਇਆ ਜਾਵੇ। ਜਿਹੜਾ ਮੈਨੇ ਕੀਤਾ ਮੈਂ ਤਾਂ ਮੁਜਰਮ ਹਾਂ। ਲੇਕਿਨ ਤੁਸੀਂ ਦੇਖੋਗੇ ਸਾਨੂੰ ਇਤਿਹਾਸ ਦਾ ਇੱਕ ਰੁਖ ਹੀ ਦਿਖਾਇਆ ਗਿਆ, ਦੂਸਰਾ ਰੁਖ ਇਤਿਹਾਸ ਦਾ ਜਿਹੜਾ ਸਾਡੇ ਅੱਖਾਂ ਤੋਂ ਉਹਲੇ ਰੱਖਿਆ ਗਿਆ। ਮੈਂ ਉਹੀ ਘਟਨਾਵਾਂ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਜਿਨ੍ਹਾਂ ਨੂੰ ਜਾਣ ਬੁੱਝ ਕੇ ਸਾਡੀਆਂ ਅੱਖਾਂ ਤੋਂ ਹੁਣ ਤੱਕ ਉਹਲੇ ਰੱਖਿਆ ਗਿਆ। ਸ਼੍ਰੀ ਗੁਰੂ ਅਰਜਨ ਦੇਵ ਦੀ ਸ਼ਹੀਦੀ ਹੈ, ਉਹਦਾ ਅਸਲ ਪੱਖ ਤੇ ਲੁਕੋ ਦਿੱਤੇ ਗਏ। ਸ਼੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਹੈ, ਉਹਦੇ ਅਸਲ ਪੱਖ ਤੇ ਲੁਕੋ ਦਿੱਤੇ ਗਏ। ਮੇਰੀ ਕਿਤਾਬ ਹੈ ਸ਼੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਇਤਿਹਾਸ ਦੇ ਪੰਨਿਆਂ ਤੋਂ। ਠੀਕ ਹੈ ਨਹੀਂ, ਇਤਿਹਾਸ 'ਚ ਮੈਨੂੰ ਕਹਿੰਦੇ ਤੂੰ ਤਾਂ ਇਤਿਹਾਸ ਬਦਲ ਰਿਹਾ, ਮੈਂ ਨਹੀਂ ਬਦਲ ਰਿਹਾ। ਮੈਂ ਉਹ ਇਤਿਹਾਸ ਲੈ ਕੇ ਆ ਰਿਹਾ ਜਿਹੜਾ ਸਿੱਖ ਵਿਦਵਾਨਾਂ ਦਾ, ਸਿੱਖ ਇਤਿਹਾਸਕਾਰਾਂ ਦਾ ਲਿਖਿਆ ਹੋਇਆ। ਇਹ ਕਹਿ ਕੇ ਫਿਰ ਤੁਸੀਂ ਜਿਹੜੇ ਮੁਗਲ ਬਾਦਸ਼ਾਹ ਹੋਏ ਸੀ ਉਹਨਾਂ ਨੂੰ ਬਰੀ ਕਰ? ਨਹੀਂ, ਬਰੀ ਨਹੀਂ ਕਰਦਾ, ਬਿਲਕੁਲ ਨਹੀਂ ਬਰੀ ਕਰਦਾ। ਦੇਖੋ ਇਸਲਾਮ ਕੀ ਕਹਿੰਦਾ ਹੈ, ਮੈਂ ਇੱਕ ਗੱਲ ਕਲੀਅਰ ਕਰ ਦਵਾਂ, ਮੈਂ ਬਰੀ ਨਹੀਂ ਕਰਦਾ। ਹਜ਼ਰਤ ਮੁਹੰਮਦ, ਇਸਲਾਮੀ ਹੁਕੂਮਤ ਉਹ ਹੈ ਜਿਹੜੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਤਰੀਕੇ ਦੇ ਜਾਂ ਕੁਰਾਨ ਔਰ ਹਦੀਸ ਦੀ ਮੁਤਾਬਕ ਕੀਤੀ ਜਾਂਦੀ ਹੈ। ਮੈਂ ਤੁਹਾਨੂੰ ਇੱਕ ਘਟਨਾ ਦੱਸਣਾ। ਇੱਕ ਮੁਸਲਮਾਨਾਂ 'ਚ ਖਲੀਫਾ ਹੋਏ ਨੇ, ਮੁਸਲਮਾਨਾਂ 'ਚ ਬਾਦਸ਼ਾਹ ਨਹੀਂ ਹੁੰਦਾ, ਹਜ਼ਰਤ ਉਮਰ, ਜਿਨ੍ਹਾਂ ਦੇ ਦੌਰ 'ਚ 22 ਲੱਖ ਮੁਰੱਬਾ ਮੀਲ ਤੇ ਉਹਨਾਂ ਦੀ ਹੁਕੂਮਤ ਸੀ। ਜਿਹਨੂੰ ਸਿਕੰਦਰ ਆਜ਼ਮ ਕਿਹਾ ਜਾਂਦਾ, ਅਲੈਗਜ਼ੈਂਡਰ, ਉਹ ਵੀ 17 ਲੱਖ ਮੁਰੱਬਾ ਮੀਲ ਤੇ ਕਬਜ਼ਾ ਕਰਦਾ ਸੀ, ਹੁਕੂਮਤ ਸੀ ਉਹਦੀ। ਉਹਦੀ ਦੌਰ 'ਚ ਉਹ ਰਾਤ ਨੂੰ ਗਸ਼ਤ ਕਰਦੇ ਘੁੰਮਦੇ ਹੁੰਦੇ ਸੀ ਵੀ ਕੋਈ ਭੁੱਖਾ, ਕੋਈ ਮਜ਼ਦੂਰ, ਕੋਈ ਪਰੇਸ਼ਾਨ ਨਾ ਹੋਵੇ। ਇਹ ਉਹ ਕਹਿੰਦੇ ਹੁੰਦੇ ਸੀ ਵੀ ਅਗਰ ਮੇਰੀ ਹੁਕੂਮਤ 'ਚ ਇੱਕ ਕੁੱਤਾ ਵੀ ਪਿਆਸਾ ਮਰ ਗਿਆ 1000 ਮੀਲ ਤੇ ਤਾਂ ਮੇਰੇ ਤੋਂ ਪੁੱਛੋਗੀ। ਇਸ ਕਰਕੇ ਮੈਂ ਉਹਨੂੰ ਬਰੀ ਨਹੀਂ ਕਰਦਾ, ਉਹ ਮੁਜਰਮ ਨੇ, ਉਹਨਾਂ ਦੇ ਹੁਕੂਮਤ 'ਚ ਜੁਰਮ ਬਿਲਕੁਲ ਠੀਕ ਹੈ ਨਹੀਂ, ਉਹ ਗੱਲ ਨਹੀਂ ਹੈ। ਲੇਕਿਨ ਮੈਂ ਉਹ ਫੈਕਟਸ ਪੇਸ਼ ਕਰ ਰਿਹਾ ਜਿਹੜੇ ਸਭ ਤੋਂ ਹੁਣ ਤੱਕ ਉਹਲੇ ਰੱਖੇ ਹੋਏ ਨੇ। ਮੈਂ ਕੋਈ ਨਿਰਦੋਸ਼ ਨਹੀਂ ਸਿੱਧ ਕਰਦਾ, ਕਿਸੇ ਨੂੰ ਦੋਸ਼ੀ ਨਹੀਂ ਕਰਦਾ, ਸਿਰਫ ਉਹ ਘਟਨਾਵਾਂ ਪੇਸ਼ ਕਰ ਰਿਹਾ ਜੋ ਸਾਡੀਆਂ ਅੱਖਾਂ ਤੋਂ ਉਹਲੇ ਨੇ। ਜੀ ਬਿਲਕੁਲ, ਕਿਉਂਕਿ ਇਤਿਹਾਸ ਸਹੀ, ਕਿਉਂਕਿ ਸਿੱਖ ਇਤਿਹਾਸਕਾਰਾਂ ਨੇ ਵੀ ਜੇ ਲਿਖਿਆ ਹੈ, ਜਿਨ੍ਹਾਂ ਨੇ ਵੀ ਲਿਖਿਆ, ਆਪਾਂ ਸਾਰਿਆਂ ਨੂੰ ਗਲਤ ਨਹੀਂ ਠਹਿਰਾ ਸਕਦੇ। ਜੋ ਘਟਨਾਵਾਂ ਹੋਈਆਂ ਨੇ ਉਹ ਹੋਈਆਂ ਨੇ। ਦੇਖੋ ਉਹਦੇ ਬਾਰੇ ਮੈਂ ਇੱਕ ਤੁਹਾਨੂੰ ਹੋਰ ਥੋੜੀ ਦੱਸਦਾ। ਇੱਕ ਸਿੱਖ ਵਿਦਵਾਨ ਲਿਖਦੇ ਨੇ ਇਤਿਹਾਸਕਾਰ, 28 ਮਾਰਚ 1964
ਬਰਾੜ ਅਕਾਲੀ ਪੱਤਰਕਾਰ, ਸਾਡੀ ਇੱਕ ਮੁਸ਼ਕਿਲ ਇਹ ਵੀ ਰਹੀ ਹੈ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਸਿੱਖਾਂ ਤੇ ਸਿੱਖ ਇਤਿਹਾਸ ਨੂੰ ਆਮ ਲੋਕਾਂ ਨੇ ਹੀ ਨਹੀਂ ਬਲਕਿ ਸਿੱਖ ਇਤਿਹਾਸਕਾਰਾਂ ਨੇ ਵੀ ਠੀਕ ਨਹੀਂ ਸਮਝਿਆ। ਜੋ ਵੀ ਕੋਈ ਸਿੱਖ ਇਤਿਹਾਸ ਦੀ ਵਿਆਖਿਆ ਕਰਨ ਲੱਗਦਾ ਹੈ ਉਹ ਤੁਰਦਾ ਹੀ ਮਨ ਵਿੱਚ ਇਹ ਗੱਲ ਨਿਸ਼ਚੈ ਕਰਕੇ ਹੈ ਕਿ ਸਿੱਖਾਂ ਤੇ ਮੁਸਲਮਾਨਾਂ ਦਾ ਜਨਮਾਂ ਤੋਂ ਸਿਰ ਵੱਢਣਾ ਬੈਰ ਹੈ। ਇੱਕ ਵੱਡਾ ਭਾਰੀ ਭੁਲੇਖਾ ਹੈ। ਹੁਣ ਤੁਸੀਂ ਸੋਚੋ ਇੱਥੇ ਜੋ ਇਤਿਹਾਸ ਅਜਿਹੀ ਸੋਚ ਜਾਂ ਅਜਿਹੀ ਭਾਵਨਾ ਨਾਲ ਤਿਆਰ ਕੀਤਾ ਗਿਆ ਹੋਵੇਗਾ ਉਹ ਕਿਹਦਾ ਹੋ ਗਿਆ? ਨਹੀਂ, ਆਪਾਂ ਸਾਰੇ ਇਤਿਹਾਸ ਨੂੰ ਡਿਨਾਈ ਨਹੀਂ ਕਰ ਸਕਦੇ। ਮੈਂ ਨਹੀਂ ਕਹਿੰਦਾ, ਮੈਂ ਤਾਂ ਸਿਰਫ ਡਿਨਾਈ ਕਰ ਸਕਦੇ ਇਤਿਹਾਸ ਲਿਖਿਆ ਹੋਇਆ ਔਰ ਇਤਿਹਾਸ ਦੇ ਵਿੱਚ ਇਹ ਗੱਲਾਂ ਦਰਜ ਨੇ। ਆਪਾਂ ਨਹੀਂ ਕਹਿ ਸਕਦੇ ਕਿ ਸਾਰਾ ਹੀ ਗਲਤ ਹੈ। ਮੈਂ ਤਾਂ ਕੋਈ ਮੁਸਲਮ ਰਾਈਟਰ ਦਾ ਮੁਸਲਮ ਵਿਦਵਾਨ ਦੀ ਗੱਲ ਨਹੀਂ ਕਰ ਰਿਹਾ। ਉਹ ਦੱਸ ਰਿਹਾ ਵੀ ਕਿੰਨਾ ਸਾਡੇ ਇਤਿਹਾਸ 'ਚ ਰਲਗਟ ਹੋਈ ਹੈ। ਬਿਲਕੁਲ ਮੰਨਦੇ ਆ ਰਲਗਟ ਹੋਈ ਹੈ, ਪਰ ਆਪਾਂ ਇਤਿਹਾਸਿਕ ਘਟਨਾਵਾਂ ਨੂੰ ਗਲਤ ਨਹੀਂ ਦੱਸ ਕਰ ਸਕਦੇ ਹਾਂ ਜਦੋਂ ਲੌਜੀਕ ਆਉਂਦਾ। ਹੁਣ ਇੱਕ ਕਿਤਾਬਾਂ 'ਚ ਆਮ ਗੱਲ ਕਹੀ ਜਾਂਦੀ ਹੈ ਕਿ ਔਰੰਗਜ਼ੇਬ, ਤੁਸੀਂ ਕਹੋਗੇ ਵੀ ਇਹ ਸਿੱਖ ਇਤਿਹਾਸ ਨੂੰ ਬਹੁਤ ਬੁਰਾ ਸਮਝਦਾ, ਫਿਰ ਗੱਲ ਕਰਦਾ। ਮੈਂ ਸਿਰਫ ਉਹ ਗੱਲ ਦੱਸ ਰਿਹਾ ਔਰੰਗਜ਼ੇਬ ਨੂੰ ਕਿਤਾਬਾਂ ਭਰੀਆਂ ਪਈਆਂ ਨੇ ਕਿ ਔਰੰਗਜ਼ੇਬ 1.25 ਮਣ ਜਨੇਊ ਤੋੜ ਕੇ ਰੋਟੀ ਖਾਂਦਾ ਸੀ ਔਰ ਇਤਿਹਾਸ ਕਹਿੰਦਾ ਜੀ ਉਹ ਧੱਕੇ ਨਾਲ ਮੁਸਲਮਾਨ ਬਣਾਉਂਦਾ ਸੀ, ਜਦਕਿ ਕੁਰਾਨ ਦਾ ਅਟੱਲ ਫੈਸਲਾ ਲਾ ਇਕਰਾਹਾ ਫਿੱਦੀਨ, ਕੁਰਾਨ ਮਜੀਦ ਸੂਰਤ ਅਲ ਬਕਰਾ ਆਇਤ ਨੰਬਰ 256, ਇਸਲਾਮ 'ਚ ਕੋਈ ਜ਼ੋਰ ਜ਼ਬਰਦਸਤੀ ਹੈ ਹੀ ਨਹੀਂ। ਪਰ ਜਦੋਂ ਤੁਹਾਡੇ ਕੋਲ ਬਾਦਸ਼ਾਹੀਆਂ ਹੁੰਦੀਆਂ ਨੇ, ਸੱਤਾ ਹੁੰਦੀ ਹੈ, ਤਾਂ ਧਰਮ ਨੂੰ ਪਿੱਛੇ ਰੱਖ ਦਿੱਤਾ ਜਾਂਦਾ ਹੈ। ਸਿੱਖ ਬਾਦਸ਼ਾਹ ਵੀ ਅੱਜ ਦੇ ਕਰ ਰਹੇ ਨੇ। ਨਹੀਂ, ਮੈਂ ਦੱਸਾਂ ਗੱਲ, ਦੇਖੋ ਉਹ ਕਹਿੰਦਾ ਵੀ 1.25 ਮਣ ਜਨੇਊ ਤੋੜਦਾ ਸੀ, ਔਰੰਗਜ਼ੇਬ ਰੋਟੀ ਖਾਂਦਾ ਸੀ। ਮੈਂ ਵੀ ਪੜ੍ਹਿਆ ਕਿਤਾਬਾਂ 'ਚ ਭਰੀਆਂ ਪਈਆਂ ਨੇ। ਤੇ ਇੱਕ ਸਿੱਖ ਵਿਦਵਾਨ ਨੇ ਪ੍ਰਸਿੱਧ ਗਿਆਨੀ ਗਿਆਨ ਸਿੰਘ ਲਿਖਦੇ ਨੇ 287 ਨੰਬਰ ਪੇਜ ਤੇ ਤਵਾਰੀ ਗੁਰੂ ਖਾਲਸਾ ਉਰਦੂ ਤੇ ਕਿ ਇਹ ਗੱਲ ਬਿਲਕੁਲ ਝੂਠੀ ਹੈ। ਇਹਦਾ ਮੈਂ ਇਤਿਹਾਸ ਦਾ ਜਵਾਬ ਦੇ ਦਿੱਤਾ। ਹੁਣ ਲੌਜੀਕਲੀ ਦੇਖਦੇ ਹਾਂ, ਮੰਨ ਲਓ ਔਰੰਗਜ਼ੇਬ 3 ਟਾਈਮ ਰੋਟੀ ਖਾਂਦਾ ਸੀ, ਉਸ ਵੇਲੇ ਲੋਕ ਖਾਂਦੇ ਥੇ। ਇਹਦਾ ਮਤਲਬ ਹੈ ਵੀ 1.25 ਮਣ ਜਿਹੜੇ ਸਵੇਰੇ ਉਤਾਰਦਾ ਸੀ, ਉਹ 100 ਮਣ ਦੁਪਹਿਰੇ, 100 ਮਣ ਸ਼ਾਮ ਨੂੰ, ਯਾਨੀ ਕਿ 1.5 ਕੁਆਂਟਲ ਰੋਜ਼ ਜਨੇਊ ਉਤਾਰਦਾ ਸੀ। ਇੰਨੇ ਹਿੰਦੂਆਂ ਨੂੰ ਕਤਲ ਕਰਦਾ ਸੀ ਜਾਂ ਮੁਸਲਮਾਨ ਬਣਾਉਂਦਾ ਸੀ। ਜਦ ਮੈਨੇ ਲਿਆ ਕੇ ਜਨੇਊ ਤੋਲੇ ਤਾਂ 50 ਕਿਲੋ ਜਨੇਊ 'ਚ 35,000 ਸਮਥਿੰਗ ਨਿਕਲੇ ਜਨੇਊ, ਯਾਨੀ ਕਿ 35,000 ਹਿੰਦੂਆਂ ਨੂੰ ਉਹ ਸਵੇਰੇ ਮੁਸਲਮਾਨ ਬਣਾਉਂਦਾ ਸੀ, ਕਤਲ ਕਰਦਾ ਸੀ। 35,000 ਦੁਪਹਿਰੇ, 35,000 ਸ਼ਾਮ ਨੂੰ। 1,05,000 ਹਿੰਦੂਆਂ ਨੂੰ ਰੋਜ਼ ਉਹ ਮੁਸਲਮਾਨ ਬਣਾਉਂਦਾ ਸੀ ਜਾਂ ਕਤਲ ਕਰਦਾ ਸੀ। 5 ਛੱਡ ਦਿਓ, 1 ਲੱਖ ਰੱਖ ਲਓ। ਇੱਕ ਦਿਨ 'ਚ 1 ਲੱਖ, ਮਹੀਨੇ 'ਚ 30 ਲੱਖ, ਇੱਕ ਸਾਲ 'ਚ 3 ਕਰੋੜ 60 ਲੱਖ ਹੋ ਗਏ ਤੇ 4 ਸਾਲਾਂ 'ਚ ਹੋ ਗਏ 14 ਕਰੋੜ 40 ਲੱਖ। ਬਿਲਕੁਲ, ਫਿਰ ਤਾਂ ਬਚਣਾ ਹੀ ਨਹੀਂ ਸੀ। ਨਹੀਂ, ਮੈਂ ਦੱਸਦਾ ਤੁਹਾਨੂੰ ਉਸ ਵੇਲੇ ਡਾਟਾ ਦੇ ਦੱਸਦੇ ਨੇ। ਮੈਂ ਸਿਰਫ ਲੌਜੀਕਲ ਦੀ ਗੱਲ ਕਰਦਾ, ਇਤਿਹਾਸ ਤਾਂ ਝੂਠਾ ਵੀ ਹੋ ਸਕਦਾ। ਤਾਂ ਉਸ ਵੇਲੇ ਕੁੱਲ ਭਾਰਤ ਦੀ ਆਬਾਦੀ, ਸਾਰੇ ਭਾਰਤ ਦੀ ਪੁਰਾਣੇ ਦੀ 14.5 ਕਰੋੜ ਸੀ। ਬਿਲਕੁਲ, ਉਹਦੇ 'ਚ ਮੁਸਲਮਾਨ ਵੀ ਥੇ। ਆਪਾਂ ਕਹਿ ਦੋ ਮੁਸਲਮਾਨ ਕੋਈ ਥਾ ਹੀ ਨਹੀਂ, ਇਕੱਲਾ ਔਰੰਗਜ਼ੇਬ ਮੁਸਲਮਾਨ ਸੀ। ਬਿਲਕੁਲ ਉਹੀ ਕਹਿੰਦੇ ਤਾਂ 14 ਕਰੋੜ ਜਿਹੜੇ ਸੀਗੇ, 14.5 ਕਰੋੜ ਉਹ 4 ਸਾਲ 10 ਦਿਨਾਂ 'ਚ ਸਾਰੇ ਭਾਰਤ ਨੂੰ ਮੁਸਲਮਾਨ ਬਣਾ ਚੁੱਕਿਆ ਹੁੰਦਾ। ਫਿਰ 80% ਹਿੰਦੂ ਕਿੱਥੋਂ ਆ ਗਏ? ਜ਼ਮੀਨ 'ਚ ਉੱਗੇ, ਅਸਮਾਨ ਤੋਂ ਉਤਰੇ। ਬਿਲਕੁਲ, ਇਹਨਾਂ ਗੱਲਾਂ ਨਾਲ ਅਸੀਂ ਇਤਿਹਾਸ ਨੂੰ ਬੜੇ ਜਿਹੜੀਆਂ ਹੁੰਦੀਆਂ ਨੇ ਸੀਨੇ ਬਸੀਨੇ ਗੱਲਾਂ ਹੁੰਦੀਆਂ ਨੇ, ਲੋਕਾਂ ਦੇ ਮੂੰਹ 'ਚ ਚੜੀਆਂ ਹੁੰਦੀਆਂ ਨੇ, ਉਹ ਕਰ ਦਿੱਤੀਆਂ ਜਾਂਦੀਆਂ। ਪਰ ਇਹ ਤਾਂ ਸੱਚ ਹੈ ਕਿ ਜ਼ੁਲਮ ਹੁੰਦਾ ਸੀ ਉਦੋਂ ਮਾਈਨੋਰਿਟੀਜ਼ ਤੇ। ਅੱਜ ਦੀ ਹਕੂਮਤ ਹੈ, ਅੱਜ ਹਿੰਦੂਆਂ ਕੋਲ ਜਿਹੜਾ ਹੈਗਾ ਰਾਜ ਆਇਆ, ਉਹ ਮਾਈਨੋਰਿਟੀਜ਼ ਤੇ ਜ਼ੁਲਮ ਕਰ ਰਹੀ ਹੈ। ਉਹਦੇ 'ਚ ਇਨਕਾਰ ਨਹੀਂ ਹੈਗਾ। ਦੇਖੋ ਉਹਦੇ ਵਿੱਚ ਨਾ ਸਾਨੂੰ ਕੁਝ ਚੀਜ਼ਾਂ ਜ਼ਰੂਰ ਦੇਖਣੀਆਂ ਪੈਣੀਆਂ। ਅੱਜ ਸਿੱਖ ਇਤਿਹਾਸ ਦੇ ਖੋਜੀ ਜਾਣਦੇ ਨੇ ਕਿ ਅੰਗਰੇਜ਼ਾਂ ਨੇ ਸਿੱਖ ਇਤਿਹਾਸ ਤੇ ਆਪਣਾ ਪ੍ਰਭਾਵ ਪਾਉਣ ਦਾ ਬਥੇਰੇ ਯਤਨ ਕੀਤਾ ਹੈ। ਜਿਵੇਂ ਕਿ ਸਿੱਖ ਇਤਿਹਾਸ ਦਾ ਨਸ਼ਟ ਕਿਵੇਂ ਹੋਇਆ, ਪੰਨਾ ਨੰਬਰ 44 ਤੇ ਇੱਕ ਸਿੱਖ ਵਿਦਵਾਨ ਲਿਖਦੇ ਨੇ, ਈਸਟ ਇੰਡੀਆ ਕੰਪਨੀ ਅਤੇ ਸਬਸਿਡੀਅਰ ਸਿੱਖ ਸਰਦਾਰਾਂ ਨੇ ਸਿਆਸੀ ਸਮੇਂ ਦੀ ਲੋੜ ਅਨੁਸਾਰ ਸਿੱਖ ਇਤਿਹਾਸ ਤਿਆਰ ਕਰਵਾਇਆ ਜੋ ਸਿੱਖਾਂ 'ਚ ਪ੍ਰਚਲਿਤ ਹੋ ਗਿਆ। ਦੂਸਰੇ ਵਿਦਵਾਨ ਨੇ ਇਤਿਹਾਸਕ ਲੈਕਚਰ ਪੰਨਾ ਨੰਬਰ 316 ਤੇ ਲਿਖਦੇ ਨੇ ਸਿੱਖ ਵਿਦਵਾਨ, ਅੰਗਰੇਜ਼ ਲਿਖਾਰੀਆਂ ਦੀ ਨੀਤਿਕ ਚਾਲ ਰਹੀ ਹੈ। ਦੇਖੋ ਅੰਗਰੇਜ਼ ਚੱਲ ਰਹੇ ਹਨ ਬਿਲਕੁਲ ਕਿ ਭਾਰਤੀ ਰਾਜੇ ਮਹਾਰਾਜੇ ਜਾਂ ਨਵਾਬਾਂ ਨੂੰ ਭੈੜੇ ਰੂਪ ਵਿੱਚ ਪੇਸ਼ ਕੀਤਾ ਜਾਵੇ ਤਾਂ ਕਿ ਲੋਕ ਉਹਨਾਂ ਤੋਂ ਘਿਰਣਾ ਕਰਨ ਤੇ ਅੰਗਰੇਜ਼ੀ ਰਾਜ ਨੂੰ ਤਰਜੀਹ ਦੇਣ। ਤੇ ਪ੍ਰੀਤ ਰੇਡੀ ਚੰਡੀਗੜ੍ਹ ਮਾਰਚ 1945 ਵਿੱਚ ਲਿਖਦਾ ਹੈ ਜੀ, ਬ੍ਰਿਟਿਸ਼ ਸਰਕਾਰ ਦੀ ਖੁਸ਼ਨੂਦੀ ਹਾਸਲ ਕਰਨ ਲਈ ਸਿੱਖ ਇਤਿਹਾਸ ਨੂੰ ਤਰੋੜਿਆ ਗਿਆ। ਸਾਨੂੰ ਇਹ ਗੱਲਾਂ ਸਮਝ ਰੱਖਣੀਆਂ। ਇਹ ਗੱਲਾਂ ਨਾਲ ਆਪਾਂ ਬਿਲਕੁਲ ਸਹਿਮਤ ਹਾਂ। ਸਿੱਖ ਵੀ ਸਹਿਮਤ ਨੇ ਕਿ ਇਤਿਹਾਸ ਨੂੰ ਰਲਗੱਡ ਕੀਤਾ ਜਾਂਦਾ ਰਿਹਾ ਸਮੇਂ-ਸਮੇਂ ਤੇ, ਪਰ ਕੁਝ ਪਰਸੈਂਟੇਜ ਹੈ। ਪਰ ਇਹ ਨਹੀਂ ਕਹਿ ਸਕਦੇ ਸਿੱਖਾਂ ਨੇ ਇਤਿਹਾਸ ਆਪਣਾ ਸੰਭਾਲਿਆ ਵੀ ਹੋਇਆ, ਉਹਦੇ 'ਚ ਰਲਗੱਡ ਵੀ ਹੋਇਆ। ਇਹਦੇ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ। ਸੋ ਮੇਰਾ ਸਵਾਲ ਸੀਗਾ ਨਕਸ਼ਬੰਦੀ ਲਹਿਰ ਵਾਲਾ। ਉਹਦਾ ਹੈ ਨਹੀਂ, ਉਹਦਾ ਮੈਂ ਤਾਂ ਕਹਿੰਦਾ ਉਹ 'ਚ ਹੈ ਹੀ ਨਹੀਂ। ਨਕਸ਼ਬੰਦੀ ਜਿਹੜਾ ਸੂਫੀ, ਦੇਖੋ ਸੂਫੀ ਮੀਆਂ ਮੀਰ ਥੇ, ਸੂਫੀ ਨਕਸ਼ਬੰਦੀ ਸਿਲਸਿਲੇ ਨੇ, ਇਹਨੂੰ ਸੂਫੀ ਕਿਹਾ ਜਾਂਦਾ ਹੈ। ਸੂਫੀ ਪਹਿਲਾਂ ਤਾਂ ਇਨਸਾਨ ਸਵਾਲ ਸੀ ਵੀ ਉਸ ਮਤ ਨੂੰ ਤੁਸੀਂ ਸਹੀ ਮੰਨਦੇ ਹੋ ਕਿ ਗਲਤ ਮੰਨਦੇ ਹੋ ਐਜ਼ ਅ ਮੁਸਲਿਮ? ਨਕਸ਼ਬੰਦੀ ਸਿਲਸਿਲੇ ਦਾ ਸਿੱਖ ਧਰਮ ਨਾਲ ਕੋਈ ਸਵਾਲ ਹੀ ਨਹੀਂ ਰਿਹਾ, ਕਿਤੇ ਸੰਬੰਧ ਹੀ ਨਹੀਂ ਰਿਹਾ। ਇਹ ਸਿਰਫ ਸਾਡੇ ਦੁਸ਼ਮਣਾਂ ਨੇ ਇਹ ਬਣਾਇਆ ਹੋਇਆ ਕੀ ਹੈ, ਜਿਹੜੇ ਚੋਰ ਥੇ ਨਾ ਉਹਨਾਂ ਨੂੰ ਚੋਰੀ ਕਰਕੇ ਜਾਂਦੇ ਹੋ ਸਾਡੇ ਜਿਵੇਂ ਪਾ ਗਏ। ਅਸੀਂ 70 ਸਾਲ ਤੋਂ ਬੋਲੇ ਨਹੀਂ ਪਾਰਟੀਸ਼ਨ ਤੋਂ ਬਾਅਦ। ਜੇ ਅੱਜ ਅਸੀਂ ਕਹਿੰਦੇ ਵੀ ਅਸੀਂ ਚੋਰ ਨਹੀਂ, ਚੋਰ ਉਹ ਨੇ, ਫਿਰ ਉਹਨੂੰ ਤਕਲੀਫ ਹੁੰਦੀ ਹੈ। ਗੱਲ ਇਹ ਹੈ
ਮੈਂ ਨਹੀਂ ਕਹਿੰਦਾ। ਹਾਂ ਬਿਲਕੁਲ, ਪਰ ਉਹੀ ਹੈ ਨਾ ਡਾਕਟਰ ਸਾਹਿਬ, ਕਿਤੇ ਨਾ ਕਿਤੇ ਲੱਗਦਾ ਵੀ ਤੁਸੀਂ ਪੂਰਾ ਬਰੀ ਕਰ ਰਹੇ ਹੋ ਕਿ ਕਿਸੇ ਨੇ ਕੁਝ ਗਲਤ ਕੀਤਾ ਹੀ ਨਹੀਂ। ਕਿਸੇ ਬਾਤ ਹੋਇਆ 100% ਗਲਤ ਹੋਇਆ ਹੈ। ਦੇਖੋ ਜਿਹੜਾ ਸ਼ਾਸਕ ਹੁੰਦਾ ਉਹ ਨਸ਼ੇ 'ਚ ਅੰਨਾ ਹੁੰਦਾ ਹੈ, ਸੱਤਾ ਦੇ ਨਸ਼ੇ 'ਚ। ਮੈਂ ਉਹ ਨਹੀਂ ਕਹਿੰਦਾ, ਹਾਂ ਬਿਲਕੁਲ ਸ਼ਾਸਕ ਕੁਝ ਵੀ ਕਰ ਸਕਦਾ, ਉਹਦਾ ਉਹ ਸੱਤਾ ਦੇ ਨਸ਼ੇ 'ਚ ਅੰਨਾ ਹੋਇਆ ਹੁੰਦਾ ਹੈ। ਲੇਕਿਨ ਜਿਸ ਤਰ੍ਹਾਂ ਇਤਿਹਾਸ ਨੂੰ ਪੇਸ਼ ਕੀਤਾ ਜਾਂਦਾ ਹੈ ਉਹਦੇ ਬਾਰੇ ਨਾਲ ਮੈਂ ਸਹਿਮਤ ਨਹੀਂ ਹਾਂ, ਕਿਉਂਕਿ ਜੇ ਮੈਂ ਮੁਜਰਮ ਹਾਂ, ਅਗਰ ਮੈਂ ਆਪਣੇ ਵੱਲੋਂ ਗੱਲ ਕਹਾਂ ਜਾਂ ਕਿਸੇ ਮੁਸਲਮਾਨ ਇਤਿਹਾਸਕਾਰ ਦੀ ਗੱਲ ਕਰਾਂ ਜਾਂ ਕਿਸੇ ਮੁਸਲਮਾਨ ਵਿਦਵਾਨ ਦੀ ਗੱਲ ਕਰਾਂ, ਜੇ ਮੈਂ ਸਿੱਖ ਇਤਿਹਾਸ ਦੀ ਗੱਲ ਕਰਦਾ ਫਿਰ ਤਾਂ ਮੈਨੂੰ ਕਹਿਣ ਦਾ ਹੱਕ ਹੈ ਨਾ। ਜੀ ਬਸ ਗੱਲ ਆ ਹੈ ਜੀ, ਠੀਕ ਹੈ। ਸੋ ਡਾਕਟਰ ਸਾਹਿਬ ਅੱਗੇ ਹੁਣ ਆਪਾਂ ਵਧੀਏ, ਬਹੁਤ ਸਾਰੀਆਂ ਗੱਲਾਂ ਹੋ ਗਈਆਂ। ਸੋ ਇੱਕ ਹੋਰ ਵੀ ਜੇ ਆਪਾਂ ਪਹਿਲਾਂ ਆਪਾਂ ਹਿਸਟਰੀ ਨੂੰ ਦੇਖ ਲਈਏ ਤੇ ਅੱਜ ਵੀ ਦੇਖ ਲਈਏ ਕਿ ਮੁਸਲਿਮ ਜਿਹੜੇ ਬਾਦਸ਼ਾਹ ਨੇ ਜਾਂ ਮੁਸਲਿਮ ਭਾਈਚਾਰਾ ਨਾ ਮੈਂ ਕਹਾਂ, ਮੁਸਲਿਮ ਬਾਦਸ਼ਾਹ ਨੇ ਔਰਤਾਂ ਦੇ ਉੱਤੇ ਵੀ ਜ਼ੁਲਮ ਕਰਦੇ ਸੀ ਖਾਸ ਤੌਰ ਤੇ ਅੱਜ ਉਹੀ ਰੂਪ ਸ਼ਾਇਦ ਲਵ ਜਿਹਾਦ ਦੇ ਰੂਪ 'ਚ ਚੱਲ ਰਿਹਾ ਹੈ। ਇੰਗਲੈਂਡ ਦੀ ਮੈਂ ਜ਼ਰੂਰ ਉਦਾਹਰਨ ਦੇਵਾਂਗੀ। ਇੰਗਲੈਂਡ ਦੇ ਵਿੱਚ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਇਹ ਸ਼ਿਕਾਇਤ ਹੈ ਕਿ ਮੁਸਲਿਮ ਜਿਹੜੇ ਨੌਜਵਾਨ ਨੇ ਉਹ ਸਿੱਖ ਕੁੜੀਆਂ ਨੂੰ ਵਰਗਲਾ ਕੇ ਆਪਣੇ ਧਰਮ ਦੇ ਵਿੱਚ ਲੈ ਕੇ ਜਾਂਦੇ ਨੇ ਔਰ ਇੱਥੋਂ ਤੱਕ ਵੀ ਜਿਹੜਾ ਇੱਕ ਦੋ ਫੈਕਟ ਮੈਂ ਖੁਦ ਵੀ ਇੱਕ ਦੋ ਪਰਿਵਾਰਾਂ ਨੂੰ ਮਿਲੀ ਹਾਂ ਕਿ ਉਹਨਾਂ ਦੀਆਂ ਕੁੜੀਆਂ ਨੂੰ ਕੋਠਿਆਂ ਤੱਕ ਵੀ ਛੱਡਿਆ ਜਾਂਦਾ ਹੈ। ਅੱਛਾ, ਇਸ ਮੁੱਦੇ ਤੇ ਕੀ? ਹਾਂਜੀ, ਇਸ ਤੇ ਮਤਲਬ ਕਿਉਂ ਨਹੀਂ ਮੁਸਲਿਮ ਕਮਿਊਨਿਟੀ ਇਹਨਾਂ ਨੂੰ ਜਿਹੜੇ ਬਦਨਾਮ ਕਰਦੇ ਨੇ ਲਵ ਜਿਹਾਦ ਦੇ ਨਾਂ ਤੇ, ਉਹਨਾਂ ਨੂੰ ਕਿਉਂ ਨਹੀਂ ਵਰਜਿਆ ਜਾਂਦਾ? ਪਹਿਲਾਂ ਤਾਂ ਸਮਝ ਲਓ ਵੀ ਲਵ ਜਿਹਾਦ ਦੇ ਨਾਮ ਦਾ ਕੋਈ ਕਨਸੈਪਟ ਇਸਲਾਮ ਧਰਮ 'ਚ ਹੈ ਹੀ ਨਹੀਂ ਜੀ। ਇਸਲਾਮ ਦੇ ਤੇ ਮੁਸਲਮਾਨਾਂ ਦੇ ਦੁਸ਼ਮਣਾਂ ਨੇ ਇਸਲਾਮ ਤੇ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਇਹ ਸ਼ਬਦ ਘੜਿਆ ਹੈ, ਪਹਿਲੀ ਗੱਲ। ਪਰ ਇਹ ਮੁਸਲਿਮ ਮੁੰਡੇ ਕਰਦੇ, ਮੈਂ ਦੱਸਦਾ ਮੁਸਲਿਮ ਮੁੰਡੇ ਨਹੀਂ ਕਰਦੇ। ਤੁਸੀਂ ਹੁਣ ਸਵਾਲ ਕਰਤਾ, ਮੈਂ ਤੁਹਾਨੂੰ ਇੱਥੇ ਦਿਖਾਣਾ ਪ੍ਰੈਕਟੀਕਲ। ਤੁਸੀਂ ਤਾਂ ਇੰਗਲੈਂਡ ਦੀ ਗੱਲ ਕਰਦੇ ਹੋ। ਕੁਝ ਸਾਲ ਪਹਿਲਾਂ ਇੱਕ ਲੜਕੀ ਦਾ ਕਿਸੇ ਹਿੰਦੂ ਮੁੰਡੇ ਨਾਲ ਗੱਲਬਾਤ ਹੋ ਗਈ, ਮੁਸਲਮਾਨਾਂ ਦੀ, ਮੌਲਵੀ ਦੀ ਲੜਕੀ, ਕਾਜ਼ੀ ਜਿਹਨੂੰ ਕਹਿੰਦੇ ਕਾਜ਼ੀ ਦੀ ਲੜਕੀ ਦੇ ਸੰਬੰਧ ਹੋ ਗਏ, ਲੜਕੀ ਦੀ ਸ਼ਾਦੀ ਹੋ ਗਈ। ਤੁਸੀਂ ਮੈਨੂੰ ਦੇਖ ਲਓ, ਤੁਸੀਂ ਇੰਡੀਆ 'ਚ ਦੇਖ ਲਓ, ਭਾਰਤ 'ਚ ਪੰਜਾਬ 'ਚ ਦੇਖ ਲਓ, ਜਦ ਵੀ ਕੁੜੀ ਭੱਜਦੀ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਸਾਡੀ ਕੁੜੀ ਨੂੰ ਅਗਵਾ ਕਰ ਲਿੱਤਾ ਗਿਆ, ਚਾਹੇ ਉਹ ਘਰੋਂ ਜ਼ੇਵਰ ਲੈ ਕੇ ਭੱਜੀ ਹੋਵੇ, ਲੱਖ 2 ਲੱਖ ਰੁਪਏ ਲੈ ਕੇ ਭੱਜੀ ਹੋਵੇ, ਫਿਰ ਵੀ ਕਹਿੰਦੇ ਅਗਵਾ ਕੀਤਾ ਜਾਂਦਾ। ਉਹ ਜਿਹੜੀ ਮੈਂ ਲੜਕੀ ਦੀ ਗੱਲ ਕਰ ਰਿਹਾ, ਉਹ ਬੰਦਾ ਮੌਜੂਦ ਹੈ। ਤੁਸੀਂ ਕਰੋਗੇ ਯਾਨੀ ਕਿ ਸੁਣੀ ਸੁਣਾਈ ਗੱਲ, ਮੈਂ ਪ੍ਰੈਕਟੀਕਲ ਗੱਲ ਕਰਦਾ। ਉਹ ਮੌਲਵੀ ਦੀ ਲੜਕੀ ਨੂੰ ਮੁੰਡਾ ਲੈ ਗਿਆ, ਉਹ ਹਿੰਦੂਆਂ ਦਾ, ਤੇ ਉਹਨੇ ਪੂਰਾ ਰੌਲਾ ਪਾਇਆ। ਮਸਜਿਦ 'ਚ ਇਮਾਮ ਹੈ ਕਿ ਮੇਰੀ ਸੁਣੀ ਨਹੀਂ ਜਾ ਰਹੀ, ਅਸੀਂ ਇੱਥੇ ਮੈਜੋਰਟੀ 'ਚ ਬੈਠੇ ਹਾਂ, ਤੇ ਲੋਕਾਂ ਨੂੰ ਵੀ ਤਕਲੀਫ ਹੋਈ ਜਿਵੇਂ ਤੁਹਾਨੂੰ ਹੋਈ ਹੈ ਨਾ। ਕਿਉਂਕਿ ਦੂਰ ਦੀਆਂ ਗੱਲਾਂ ਨੇ। ਜਦੋਂ ਪਾਕਿਸਤਾਨ ਦੀ ਲੜਕੀ ਦਾ ਮਾਮਲਾ ਹੁੰਦਾ ਉਦੋਂ ਵੀ ਇਸ ਤਰ੍ਹਾਂ ਹੀ ਹੁੰਦਾ ਨਾ, ਕਿਉਂਕਿ ਅਸੀਂ ਧਰਮ ਨਾਲ ਜੋੜਦੇ ਹਾਂ ਫੌਰਨ। ਤੇ ਉਹ ਲੜਕੀ ਨੂੰ ਲੋਕ ਇਕੱਠੇ ਹੋ ਗਏ, ਉਰੇ ਇਕੱਠੇ ਹੋ ਕੇ ਪੁਲਿਸ 'ਚ ਗਏ ਵੀ ਆਹ ਕੀ ਕਰ ਰਹੇ ਹੋ। ਉਹਨਾਂ ਨੇ ਫੌਰਨ ਜਦ ਦੇਖਿਆ ਹਾਲਾਤ ਖਰਾਬ ਹੋ ਗਏ, ਦੋਨੋਂ ਨੂੰ ਬੁਲਾ ਲਿਆ। ਲੜਕੀ ਸ਼ਰੇਆਮ ਕਹਿ ਰਹੀ ਮੈਂ ਇਹਦੇ ਨਾਲ ਰਹਿਣਾ, ਤੁਸੀਂ ਕੀ ਕਰੋਗੇ ਉੱਥੇ? ਉਸ ਤੋਂ ਬਾਅਦ ਲੜਕੀ ਦੇ 3 ਬੱਚੇ ਹੋ ਗਏ, ਉਹ ਰਹਿ ਰਹੀ ਹੈ। ਹੋਰ ਵੀ ਤੁਹਾਨੂੰ ਮੈਂ ਦਿਖਾ ਦੇਣਾ ਵੀ ਕਿੰਨੀਆਂ ਮੁਸਲਮਾਨ ਲੜਕੀਆਂ ਸਿੱਖ ਭਰਾਵਾਂ ਦੇ ਜਾਂ ਹਿੰਦੂਆਂ ਚਲੀਆਂ ਗਈਆਂ। ਤੁਸੀਂ ਉਹਨੂੰ ਲਵ ਜਿਹਾਦ ਕਿਵੇਂ ਕਹਿ ਸਕਦੇ ਹੋ? ਪਰ ਜਿਹੜੇ ਕੇਸ ਹਾਈਲਾਈਟ ਹੁੰਦੇ ਨੇ, ਜਿਹੜੀ ਹੁੰਦੀ ਮਿਊਚੁਅਲ ਅੰਡਰਸਟੈਂਡਿੰਗ ਨਾਲ ਬਹੁਤ ਵਿਆਹ ਸ਼ਾਦੀਆਂ ਹੁੰਦੀਆਂ ਨੇ, ਉਹ ਆਰਾਮ ਨਾਲ ਵਸ ਵੀ ਰਹੇ ਨੇ, ਪਰ ਜਿਹੜੇ ਹਾਈਲਾਈਟ ਹੁੰਦੀਆਂ ਨੇ ਤੁਸੀਂ ਇਹਨਾਂ ਨੂੰ ਬਿਲਕੁਲ ਡਿਨਾਈ ਕਰਦੇ ਹੋ ਕਿ ਲਵ ਜਿਹਾਦ ਹੈ ਨਹੀਂ। ਪੰਜਾਬੀ ਯੂਨੀਵਰਸਿਟੀ 'ਚ ਮੈਂ ਪੜ੍ਹਦੀ ਸੀ, ਉੱਥੇ ਵੀ ਮੈਂ ਖੁਦ 3 ਕੇਸ ਇਸ ਤਰ੍ਹਾਂ ਦੇ ਦੇਖੇ ਸੀਗੇ ਕਿ ਮੁਸਲਿਮ ਮੁੰਡੇ ਨੇ, ਉਹ ਸਿੱਖਾਂ ਦੀਆਂ ਕੁੜੀਆਂ ਨਾਲ, ਇੱਕ ਹਿੰਦੂ ਸੀ, 2 ਸਿੱਖਾਂ ਦੀਆਂ ਕੁੜੀਆਂ ਸੀਗੀਆਂ, ਤੇ ਉਹਨਾਂ ਦੇ ਨਾਲ ਉਹਨਾਂ ਦਾ ਰਿਲੇਸ਼ਨ ਚੱਲਦਾ ਹੈ ਔਰ ਬਾਅਦ 'ਚੋਂ ਅਸੀਂ ਖੁਦ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਸੁਣਿਆ ਕਿ ਉਹਨਾਂ ਦੀ ਮਨਸ਼ਾ ਕੀ ਸੀ। ਮੈਂ ਖੁਦ ਦੇਖੋ, ਮੇਰੀ ਗੱਲ ਸੁਣੋ, ਅਸਲ ਗੱਲ ਕੀ ਹੈ ਇਹਦੇ ਵਿੱਚ ਇੱਕ ਬਹੁਤ ਜਿਹੜਾ ਪੁਆਇੰਟ ਦੇਖਣ ਵਾਲਾ ਇਹ ਹੈ, ਇਸਲਾਮ 'ਚ ਪਹਿਲੀ ਗੱਲ ਤਾਂ ਹੈ, ਮੈਂ ਦੱਸਿਆ ਵੀ ਉਹ ਮੁਸਲਮਾਨ ਬਣਾ ਨਹੀਂ ਸਕਦਾ ਜ਼ਬਰਦਸਤੀ। ਬਿਲਕੁਲ, ਤੁਸੀਂ ਮੇਰੇ ਤਲਵਾਰ ਰੱਖਤੀ ਗਰਦਨ ਤੇ, ਉਹ ਮੁਸਲਮਾਨ ਹੀ ਹੈ ਨਹੀਂ। ਸੁਣੋ ਮੇਰੀ ਗੱਲ, ਜੋ ਰੱਖ ਲਈ, ਮੈਂ ਕਲਮਾ ਪੜ੍ਹ ਲਿਆ, ਮੈਂ ਕਿਸੇ ਲੜਕੀ ਨੂੰ ਡਰਾ ਲਿਆ ਨਾ, ਉਹਨੇ ਪੜ੍ਹ ਲਿਆ ਡਰਦੀ ਮੇਰੇ ਨਾਲ, ਕਿਉਂਕਿ ਇਸਲਾਮ 'ਚ ਅਗਰ ਉਹਨੇ 100 ਵਾਰੀ ਨਹੀਂ 1000 ਵਾਰੀ ਕਲਮਾ ਪੜ੍ਹਿਆ, ਉਹ ਮੁਸਲਮਾਨ ਨਹੀਂ ਹੁੰਦੀ ਜਦ ਤੱਕ ਉਹ ਦਿਲੋਂ ਵਿਸ਼ਵਾਸ ਨਾਲ ਲਗਾਏ। ਦੁਨੀਆ 'ਚ ਕੋਈ ਐਸਾ ਥਰਮਾਮੀਟਰ ਤਾਂ ਹੈ ਨਹੀਂ ਵੀ ਮੂੰਹ 'ਚ ਲਾ ਕੇ ਦੇ ਲਈਏ, ਦਿਲੋਂ ਪੜ੍ਹ, ਠੀਕ ਹੈ ਨਹੀਂ। ਪਹਿਲੀ ਗੱਲ, ਕਿਉਂ ਨਹੀਂ ਕਮਿਊਨਿਟੀ ਦੇ ਵੱਲੋਂ ਕੋਈ ਫਤਵਾ ਜਾਰੀ ਕੀਤਾ? ਫਤਵਾ ਹੈ, ਉਹਦਾ ਆਲਰੇਡੀ ਹੈ। ਅਗਰ ਕੋਈ ਲੜਕਾ ਕਿਸੇ ਲੜਕੀ ਨਾਲ ਰਜ਼ਾਮੰਦੀ ਨਾਲ ਰਿਲੇਸ਼ਨ ਬਣਾਉਂਦਾ ਹੈ, ਤੁਹਾਨੂੰ ਪਤਾ ਇਸਲਾਮ 'ਚ ਕੀ ਸਜ਼ਾ ਹੈ? ਨਹੀਂ ਪਤਾ, ਇਸੇ ਕਰਕੇ ਸਵਾਲ ਉੱਠਦੇ ਨੇ। ਅਗਰ ਕੋਈ ਲੜਕਾ ਕਿਸੇ ਲੜਕੀ ਨਾਲ ਰਜ਼ਾਮੰਦੀ ਨਾਲ ਉਹਨਾਂ ਸਮੂਹ ਕਰ ਲੈਂਦਾ ਤਾਂ ਉਹਨੂੰ 100 ਕੋੜੇ ਮਾਰਨ ਦਾ ਹੁਕਮ ਹੈ। ਕਿੰਨੇ ਕੋੜੇ? 100 ਕੋੜੇ। ਅਗਰ ਕੋਈ ਕਿਸੇ ਨਾਲ ਜ਼ਬਰਦਸਤੀ ਕਰਦਾ ਤਾਂ ਉਹਨੂੰ ਪੱਥਰ ਮਾਰ ਮਾਰਨ ਦਾ ਹੁਕਮ ਹੈ। ਐਡੀ ਖਤਰਨਾਕ ਸਜ਼ਾ ਹੈ। ਇਸਲਾਮ ਦਾ ਕਨਸੈਪਟ ਹੀ ਸਜ਼ਾ ਪਹਿਲਾਂ ਹੀ ਪਈ ਹੈ, ਫਤਵਾ ਕੀ ਦੇਣ ਦੀ ਲੋੜ ਹੈ? ਇਸਲਾਮ ਦਾ ਆਲਰੇਡੀ ਪਈ ਹੈ। ਹਾਜਤ ਉਮਰ ਦੇ ਬੇਟੇ ਦਾ ਇੱਕ ਲੜਕੀ ਨਾਲ ਤਾਲੁਕਾਤ ਹੋ ਗਿਆ। ਕਿਸੇ ਨੂੰ ਇਦਾਂ ਦੀ ਸਜ਼ਾ ਦੇਖੀ ਸੁਣੀ ਬਹੁਤ ਅਰਬਾਂ ਦੇ ਹੁੰਦੀਆਂ ਨੇ, ਅਰਬਾਂ 'ਚ ਹੁੰਦੀਆਂ। ਉਰੇ ਹਕੂਮਤ ਹੋਵੇ ਇਸਲਾਮੀ ਤਾਂ ਲਵ ਜਿਹਾਦ ਤਾਂ ਇੱਥੇ ਹੈ ਨਾ। ਨਹੀਂ, ਜੇ ਇਸਲਾਮੀ ਹਕੂਮਤ ਹੋ ਤਾਂ ਹੀ ਸਜ਼ਾ ਹੋਊ ਨਾ। ਹੁਣ ਹਕੂਮਤ ਦਾ ਕਿਸੇ ਹੋਰ ਦੇ ਹੱਥ 'ਚ ਹੈ। ਤੁਸੀਂ ਦੇਖੋ, ਆਪ ਮੈਨੇ ਪਿਛਲੇ ਰਾਤ ਪੜ੍ਹ ਰਿਹਾ ਸੀ, ਪਰ ਧਾਰਮਿਕ ਆਗੂ ਕਿਉਂ ਨਹੀਂ, ਜਿਵੇਂ ਅਕਾਲ ਤਖਤ ਸਾਹਿਬ ਤੋਂ ਹੈ, ਅਕਾਲ ਤਖਤ ਸਾਹਿਬ
ਮੈਂ ਨਹੀਂ ਕਹਿੰਦੀ ਕਿ ਉੱਥੋਂ ਬੜੇ ਸਹੀ ਹੁਕਮਨਾਮੇ ਜਿਹੜੇ ਜਾਰੀ ਹੋ ਰਹੇ ਨੇ ਅੱਜ ਦੀ ਡੇਟ ਦੇ ਵਿੱਚ, ਪਰ ਇੱਕ ਹੁੰਦਾ ਕਿ ਧਾਰਮਿਕ ਤੌਰ ਤੇ ਵੀ ਤੁਹਾਡੇ ਆਗੂ ਨੇ ਜਿਹੜੇ ਉਹ ਜਾਰੀ ਕਰ ਸਕਦੇ ਨੇ। ਸਾਡੇ ਪਤਾ ਕੀ ਗੱਲ ਹੈ, ਇਹ ਸਾਡੀ ਬਦਕਿਸਮਤੀ ਹੈ ਕਿ 1924 ਚ ਜਿਹੜੀ ਸਾਡੇ ਅਕਾਲ ਤਖਤ ਵਾਂਗੂ ਧਾਰਮਿਕ ਆਗੂ ਦਾ ਉਹਨੂੰ ਅੰਗਰੇਜ਼ਾਂ ਨੇ ਬੜੀ ਪਲਾਨਿੰਗ ਨਾਲ ਖਤਮ ਕਰਤਾ। ਜਿਹੜੀ ਖਿਲਾਫਤ ਹੁੰਦੀ ਜਿੱਥੋਂ ਪੂਰੀ ਦੁਨੀਆ ਮੁਸਲਮਾਨਾਂ ਨੂੰ ਹੁਕਮਨਾਮੇ ਜਾਰੀ ਹੁੰਦੇ ਉਹ ਖਤਮ ਕਰਤੀ, ਔਰ ਉਹਨਾਂ ਨੇ ਲਿਖਾ ਕੇ ਲਿਆ ਵੀ 100 ਸਾਲ ਤੱਕ ਤੁਸੀਂ ਕਰ ਨਹੀਂ ਸਕੋਗੇ, ਉਹ 2024 ਚ ਸ਼ੁਰੂ ਹੋਊਗੀ ਉਹ ਦੁਆਰਾ। ਸਮਝ ਨਹੀਂ, ਇਸ ਤਰ੍ਹਾਂ ਦੀ ਕੋਈ ਸਾਡੇ ਕੋਲ ਸੁਪਰੀਮ ਪਾਵਰ ਹੀ ਨਹੀਂ, ਪਰ ਸਾਨੂੰ ਲੋੜ ਨਹੀਂ ਹੈਗੀ। ਦੇਖੋ ਜਿਹੜਾ ਕਾਨੂੰਨ ਹੈ ਉਹ ਹਰ ਵਾਸਤੇ ਹੈ, ਇਸਲਾਮ ਦਾ ਅਟੱਲ ਕਾਨੂੰਨ ਹੈ। ਅਰਬਾਂ 'ਚ ਰੋਜ਼ ਪਿਛਲੇ ਹਫ਼ਤੇ ਵੀ ਇੱਕ ਹੋਇਆ, ਇੱਕ ਲੜਕੀ ਨੂੰ ਕਿਸੇ ਨੇ ਰੇਪ ਕਰਤਾ ਸੀ ਤਾਂ ਘੜਾ ਕੇ ਲੋਕਾਂ ਨੇ ਸਰੇਆਮ ਪੱਥਰ ਮਾਰ ਕੇ ਮਾਰਤਾ ਉਹਨੂੰ। ਬਿਲਕੁਲ ਉਧਰ ਹੈ ਕਾਨੂੰਨ। ਦੇਖੋ ਦੂਸਰੀ ਗੱਲ ਹੈ, ਮੈਂ ਜਿਹੜੇ ਦੱਸਿਆ ਵੀ ਜਿਹਦੀ 22 ਲੱਖ ਮੁਰੱਬਾ ਮੀਲ 'ਚ ਹਕੂਮਤੀ ਹਜ ਤੋਂ ਮੁਰਦੇ, ਉਹਨਾਂ ਦੇ ਬੇਟੇ ਤੋਂ ਕਿਸੇ ਨਾਲ ਰਜ਼ਾਮੰਦੀ ਨਾਲ ਇਹ ਹੋ ਗਿਆ ਤਾਂ ਉਹਨਾਂ ਨੇ ਆਪਣੇ ਬੇਟੇ ਨੂੰ ਆਪਣੇ ਸਾਹਮਣੇ ਖੜ ਕੇ ਸਜ਼ਾ ਦਵਾਈ। 80 ਕੋੜਿਆਂ ਤੋਂ ਮਾਰ ਗਿਆ ਸੀ ਉਹ, ਲੇਕਿਨ 100 ਕੋੜੇ ਪੂਰੇ ਮਾਰੇ ਗਏ ਉਹਨੂੰ। ਇਸੇ ਕਰਕੇ ਉਰੇ ਇੱਕ ਦਿਨ 'ਚ 28 ਰੇਪ ਹੁੰਦੇ ਨੇ ਰੋਜ਼, ਅਰਬਾਂ 'ਚ ਮਹੀਨਿਆਂ 'ਚ ਨਹੀਂ ਹੁੰਦੇ ਨੇ, ਕਿਉਂਕਿ ਇਸਲਾਮ 'ਚ ਜਿਹਦੀ ਗੁੰਜਾਇਸ਼ ਹੀ ਨਹੀਂ। ਉਧਰ ਰਜ਼ਾਮੰਦੀ ਨੂੰ ਵੀ ਬਰਦਾਸ਼ਤ ਨਹੀਂ ਕਰਦਾ, ਜ਼ਬਰਦਸਤੀ ਕਿਵੇਂ ਬਰਦਾਸ਼ਤ ਕਰ ਸਕਦਾ। ਦੂਸਰੀ ਗੱਲ, ਇਸਲਾਮ 'ਚ ਕਿਸੇ ਲੜਕੀ ਨਾਲ ਜ਼ਬਰਦਸਤੀ ਨਿਕਾਹ ਹੋ ਹੀ ਨਹੀਂ ਸਕਦਾ ਜਦ ਤੱਕ ਲੜਕੀ ਰਜ਼ਾਮੰਦੀ ਨਹੀਂ ਕਰਦੀ। ਤੀਸਰਾ ਡਾਕਟਰ ਸਾਹਿਬ ਉਹੀ ਕਹਿ ਰਹੇ ਕਿ ਧਰਮ ਦੇ ਕਾਨੂੰਨ ਨੇ ਜਿਹੜੇ ਧਾਰਮਿਕ ਸਿੱਖਿਆਵਾਂ ਨੇ ਉਹ ਆਪਾਂ ਨੂੰ ਬਹੁਤ ਕੁਝ ਸਿਖਾਉਂਦੀਆਂ ਨੇ, ਪਰ ਜਦੋਂ ਬੱਚੇ ਨਹੀਂ ਫੋਲੋ ਕਰਦੇ ਤਾਂ ਉਹਨਾਂ ਦੇ ਲਈ ਕੀ ਸੋਲੂਸ਼ਨ ਹੈ? ਸੋਲੂਸ਼ਨ ਤਾਂ ਹੈ ਵੀ ਉਹਨਾਂ ਨੂੰ ਅਵੇਅਰ ਕੀਤਾ ਜਾਵੇ ਧਰਮ ਦੇ ਮਾਮਲੇ 'ਚ। ਅੱਜ ਜਿਹੜੇ ਲੋਕ ਨੇ ਨਾ, ਜਿਹੜੀ ਅਸਲ ਪ੍ਰੋਬਲਮ ਕਿੱਥੇ ਆਉਂਦੀ ਮੈਂ ਦੱਸਾਂ, ਪਹਿਰਾਵੇ ਦਾ ਨਾਮ ਧਰਮ ਨਹੀਂ ਹੈ। ਧਰਮ ਜਿਹੜਾ ਹੈ ਉਹ ਤਨ ਦਾ ਵਿਸ਼ਾ ਨਹੀਂ ਹੈ ਵੀ ਤਨ ਹੋ ਜਾ ਬਣਾ ਲਿਆ। ਅੱਜ ਪ੍ਰੋਬਲਮ ਇੱਥੇ ਖੜੀ ਹੈ, ਜਿਹੜਾ ਧਰਮ ਹੈ ਉਹ ਮਨ ਦਾ ਵਿਸ਼ਾ ਹੈ, ਮਨ ਦਾ। ਪਹਿਲਾਂ ਮਨ, ਫਿਰ ਜਦੋਂ ਤੁਹਾਨੂੰ ਪਤਾ ਹੀ ਨਹੀਂ ਧਰਮ ਬਾਰੇ। ਅਸੀਂ ਤਾਂ ਇੱਕ ਦੇਖੋ, ਮੈਂ ਕਿਸੇ ਤੋਂ ਸਵਾਲ ਕਰਦਾ, ਇੱਕ ਸਟੂਡੈਂਟ ਜਿਹਨੇ BA ਪਾਸ ਨਹੀਂ ਕੀਤੀ ਉਹ ਕਹਿੰਦਾ ਮੈਂ MA ਪਾਸ ਹਾਂ। ਉਹ MA ਪਾਸ ਨਹੀਂ, MA ਪਾਸ ਹੈ। ਸਮਝ ਨਹੀਂ, ਅਸੀਂ ਉਹ ਲੋਕ ਹਾਂ ਕਿਉਂਕਿ ਧਰਮ ਦੇ ਵਾਸਤੇ, ਇਸਲਾਮ ਵਾਸਤੇ ਮੈਂ ਦੱਸ ਰਿਹਾ, ਇਨਸਾਨ ਬਣਨਾ ਜ਼ਰੂਰੀ ਹੈ। ਧਰਮ ਦੇ ਇਸਲਾਮ ਦੇ ਸਿਲੇਬਸ ਦੀ ਪਹਿਲੀ ਕਿਤਾਬ ਹੈ ਇਨਸਾਨ ਬਣਨਾ। ਜਿਹੜਾ ਇਨਸਾਨ ਨਹੀਂ ਬਣਿਆ ਮੁਸਲਮਾਨ ਕਿਵੇਂ ਬਣ ਗਿਆ? ਡਾਕਟਰ ਸਾਹਿਬ ਇੱਕ ਕਿਤੇ ਨਾ ਸ਼ਿਕਵਾ ਇਹ ਜ਼ਰੂਰ ਰਹਿੰਦਾ ਹੈ ਕਿ ਮੁਸਲਿਮ ਭਾਈਚਾਰਾ ਆਪਣੇ ਆਪ ਦੇ ਲਈ ਖੜਦਾ ਹੈ, ਆਪਣੇ ਆਪ ਦੇ ਲਈ ਵੀ ਪੂਰੇ ਤੌਰ ਤੇ ਨਹੀਂ ਖੜਦਾ ਜਿੰਨਾ ਖੜਨਾ ਚਾਹੀਦਾ ਆਪਣੇ ਹੱਕਾਂ ਲਈ, ਪਰ ਦੂਸਰਿਆਂ ਦੇ ਹੱਕਾਂ ਲਈ ਨਹੀਂ ਕਦੇ। ਇਹ ਤੁਸੀਂ ਕਹਿੰਦੇ ਹੋ ਪੀਰ ਬੁੱਧੂ ਸ਼ਾਹ ਦੀਆਂ ਕੁਰਬਾਨੀਆਂ ਉਹਨਾਂ ਨੂੰ ਅਸੀਂ ਸਲਾਮ ਕਰਦੇ ਹਾਂ। ਨਹੀਂ ਸਲਾਮ ਨਹੀਂ, ਮੈਂ ਅੱਜ ਦੀ ਡੇਟ ਦੀ ਗੱਲ ਕਰ ਰਹੀ ਹਾਂ। ਅੱਜ ਦੀ ਉਦਾਹਰਨ ਦਿੰਦਾ, ਮੈਂ ਪਰਸੋਂ ਕੱਲ ਦਿੱਤੀ ਹੈ ਉਦਾਹਰਨ। ਦੇਖੋ ਮੈਂ ਸਵਾਲ ਕਰਦਾ ਸਿੱਖਾਂ ਨੂੰ ਅਕਸਰ, ਲੜਾਈ ਥੀ ਗੁਰੂ ਸਾਹਿਬ ਦੀ ਔਰ ਹਿੰਦੂ ਪਾਰਟੀ ਰਾਜਾਂ ਦੀ, ਇਤਿਹਾਸ ਗਵਾਹ ਹੈ, ਇਹਦੇ ਵਿੱਚ ਕਿਸੇ ਨੂੰ ਸ਼ੰਕਾ ਨਹੀਂ। ਆਪਾਂ ਅੱਜ ਦੀ ਗੱਲ ਕਰੀਏ, ਇੱਕ ਕਸ਼ਮੀਰੀ ਕੁੜੀ ਹੈ ਰਿਫਾਤ ਬਾਣੀ ਹੈ, ਜਰਮਨ ਰਹਿੰਦੀ ਹੈ। ਉਹਨੇ ਵੀ ਕਿਹਾ ਜਦੋਂ ਜਾਮੀਆ ਤੇ ਹਮਲਾ ਹੁੰਦਾ ਨਾ, ਉਹਨੇ ਕਿਹਾ ਕਿ ਤੁਸੀਂ ਚਾਹੇ ਸਾਡੇ ਨਾਲ ਨਹੀਂ ਖੜਦੇ ਪਰ ਅਸੀਂ ਤੁਹਾਡੇ ਨਾਲ ਖੜਿਆ। ਇਹ ਉਹਨੇ ਭਾਰਤੀ ਮੁਸਲਮਾਨਾਂ ਨੂੰ ਕਿਹਾ ਕਿਉਂਕਿ ਉਹ ਕਸ਼ਮੀਰੀਆਂ ਨੂੰ ਲੱਗਦਾ ਵੀ ਧਾਰਾ 370 ਤੇ ਭਾਰਤੀ ਮੁਸਲਮਾਨ। ਹੁੰਦੀ ਗੱਲ ਲਓ, ਜਿੰਨਾ ਮਿਸਾਲ ਮੈਂ ਦੱਸਿਆ ਸੀ 1983 ਚ ਸੰਤਾਂ ਵੱਲੋਂ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਗਿਆ ਸੀ। ਨਹੀਂ ਤੁਹਾਨੂੰ ਨਹੀਂ ਪਤਾ ਹੈ, ਪਹਿਲੀ ਵਾਰ ਸੁਣ ਰਹਾ ਹਾਂ ਸੀ। ਨਹੀਂ ਮੈਨੂੰ ਪਤਾ ਹੈ। ਠੀਕ ਹੈ ਨਹੀਂ, 4 ਅਪ੍ਰੈਲ 1983 ਨੂੰ ਰਸਤਾ ਰੋਕੋ ਅੰਦੋਲਨ ਕੀਤਾ ਗਿਆ ਸੀ ਤੇ 13 ਜੂਨ 1983 ਨੂੰ ਰੇਲ ਰੋਕੋ। ਜਦੋਂ ਰੇਲ ਰਸਤਾ ਰੋਕੋ ਲਾਇਆ ਸ਼ੁਰੂ ਪੂਰੇ ਪੰਜਾਬ 'ਚ ਕੀਤਾ ਗਿਆ ਤਾਂ ਜਰਗ ਚਾਹੂੰਗਾ ਉਰੇ ਜਿੱਥੋਂ ਆਪਾਂ ਮੁੜੇ ਹਾਂ, ਉੱਥੇ ਰਸਤਾ ਰੋਕੋ ਜਦੋਂ ਮੋਰਚਾ ਲਾਇਆ ਗਿਆ ਸਿੱਖਾਂ ਵੱਲੋਂ ਤਾਂ ਮੁਸਲਮਾਨ ਵੀਰ ਨਾ ਕੇਵਲ ਉਹਨਾਂ ਨਾਲ ਮੋਢਾ ਲਾ ਕੇ ਖੜੇ ਹੋਏ, ਬਲਕਿ ਪੀਰ ਬੁੱਧੂ ਸ਼ਾਹ ਦੀਆਂ ਕੁਰਬਾਨੀਆਂ ਤੇ ਪਹਿਰਾ ਦਿੰਦੇ ਹੋਏ ਆਪਣੀਆਂ ਜਾਨਾਂ ਦਾ ਨਜ਼ਰਾਨਾ ਪੇਸ਼ ਕੀਤਾ। ਗੋਲੀਆਂ ਖਾਧੀਆਂ, ਫੱਟੜ ਹੋਏ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। 1983 ਦੀ ਗੱਲ ਹੈ। ਅੱਜ ਵੀ ਸਿੱਖ ਕੌਮ ਨੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇ ਕੇ ਆਨੰਦਪੁਰ ਸਾਹਿਬ ਵਿਖੇ ਫੋਟੋ ਲੱਗੀ ਹੋਈ ਹੈ, ਸ਼ਹੀਦ ਮੀਆਂ ਸਦੀਕ ਮੁਹੰਮਦ। ਇਹ ਅੱਜ ਦੀ ਗੱਲ ਹੈ ਨਾ? ਬਿਲਕੁਲ ਪਰ ਮੈਂ ਬਿਲਕੁਲ ਅੱਜ ਦੀ ਗੱਲ ਕਰ ਰਹੀ ਹਾਂ। ਮੈਂ ਆਪਣੇ ਜਨਮ ਤੋਂ ਬਾਅਦ ਦੀ ਗੱਲ ਕਰਾਂ। ਮੈਂ ਮੀਡੀਆ ਦੀ ਗੱਲ ਹੈ ਨਾ, ਮੀਡੀਆ ਨਹੀਂ ਦਿਖਾਉਂਦਾ ਉਹ ਗੱਲਾਂ। ਦੇਖੋ ਹੁਣ ਵੀ ਅਸੀਂ ਦਿਖਾਵਾਂਗੇ। ਅੱਛਾ ਹੁਣ ਸੁਣੋ, ਆ 2 ਸਾਲ ਪਹਿਲਾਂ ਉਹ ਲੱਗਿਆ ਧਰਮ ਯੁੱਧ ਮੋਰਚਾ ਲੱਗਿਆ ਇੱਥੇ ਬਰਗਾੜੀ ਪਿੱਛੇ। ਅਸੀਂ 5 ਗੱਡੀਆਂ ਭਰ ਕੇ ਲੈ ਗਏ ਬਰਗਾੜੀ, ਉੱਥੇ ਸ਼ਾਮਲ ਹੋਏ। ਬਿਲਕੁਲ ਸੱਚ ਹੈ। ਸਮਝੇ ਨਹੀਂ, ਮੈਂ ਖੁਦ ਉਹਦੇ ਨੂੰ ਲੀਡ ਕਰ ਰਿਹਾ ਸੀਗਾ ਸਾਡੇ ਸਿੱਖ ਮੁਸਲਮਾਨ ਸਾਂਝਾ ਵੱਲੋਂ। ਐਸੀ ਤਾਂ ਕੋਈ ਗੱਲ ਹੈ ਨਹੀਂ। ਇਹ ਵੀ ਮੀਡੀਆ ਨਹੀਂ ਦਿਖਾਉਂਦਾ। ਤਾਂ ਮੈਂ ਹੁਣ ਇੱਕ ਸਵਾਲ ਕਰਦਾ ਤੁਹਾਨੂੰ, ਪੁੱਛਦਾ ਪਿੱਛੇ ਜੇ ਜਿਹੜਾ ਸਿੱਖ ਐਂਕਰ ਦਾ ਭਰਾ ਮਾਰਿਆ ਗਿਆ, ਪਹਿਲੇ ਦਿਨ ਮੀਡੀਆ ਨੇ ਪੂਰਾ ਚੱਕਤਾ, ਜਦ ਦੂਜੇ ਦਿਨ ਪਤਾ ਲੱਗਾ ਕਿ ਹਿੰਦੂ ਲੜਕੀ ਸੀ ਉਹਦੀ ਮੰਗੇਤਰੋਂ ਨੇ ਮਰਵਾਇਆ, ਉਸ ਤੋਂ ਬਾਅਦ ਮੀਡੀਆ ਨੂੰ ਸੱਪ ਸੁੰਘ ਗਿਆ, ਖਾਮੋਸ਼ ਹੋ ਗਿਆ, ਕਿਉਂਕਿ ਉਹਨਾਂ ਨੇ ਤਾਂ ਸਿੱਖ ਮੁਸਲਮ ਦੀ ਜਿਹੜੀ ਵਿਗਾੜ ਵਾਲੀ ਗੱਲ ਉਹਨੂੰ ਖੜਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਬਿਲਕੁਲ, ਜਿਹੜਾ ਇੰਡੀਅਨ ਮੀਡੀਆ ਹੈ ਜਾਂ ਇੰਡੀਅਨ ਸਰਕਾਰ ਹੈ ਉਹਨਾਂ ਨੇ ਸਿਰਫ ਪਾਕਿਸਤਾਨ ਨੂੰ ਟਾਰਗੇਟ ਕਰਨਾ ਹੈ ਜਾਂ ਮੁਸਲਮਾਨਾਂ ਨੂੰ ਟਾਰਗੇਟ ਕਰਨਾ, ਕਿਉਂਕਿ ਉਹ ਚਾਹੁੰਦੇ ਨੇ ਵੀ ਸਿੱਖ ਮੁਸਲਮਾਨ ਇਕੱਠੇ ਨਾ ਹੋ ਜਾਣ। ਮੈਂ ਅਕਸਰ ਕਹਿਣਾ ਹੁੰਦਾ ਵੀ ਸਾਡੀ ਵੱਧਦੀ ਹੋਈ ਨੇੜਤਾ ਤੇ ਮਿਲਾਪ ਸਾਡੇ ਵਿਰੋਧੀਆਂ ਤੋਂ ਸਹਿਨ ਨਹੀਂ ਹੋ ਰਿਹਾ ਜੀ। ਅਸਲ ਗੱਲ ਉਹਨੂੰ ਪਤਾ ਵੀ ਇਹ ਇਕੱਲੇ ਹੀ ਮਾਨ ਨਹੀਂ, 2 ਇਕੱਠੇ ਹੋ ਕੇ ਤਾਂ ਫਿਰ ਸਾਡਾ ਕਮੜਾ ਹੀ ਕਰ ਦੇਣਗੇ। ਜੀ ਬਿਲਕੁਲ ਡਾਕਟਰ ਸਾਹਿਬ। ਸੋ ਆਪਾਂ ਹੁਣ ਬਹੁਤ ਟਾਈਮ ਹੋ ਗਿਆ, ਇੱਕ ਮੈਂ ਹੋਰ ਸਵਾਲ ਪੁੱਛ ਲਵਾਂ ਕਿ ਜੋ ਸਿੱਖ ਮੁਸਲਿਮ ਸਾਂਝ ਹੈ ਬਿਨਾਂ ਸ਼ੱਕ ਬਹੁਤ ਠਾਰਦੀ ਹੈ, ਮਨ ਨੂੰ ਬਹੁਤ ਠਾਰਦੀ ਹੈ। ਜਦੋਂ ਆਪਾਂ ਦੇਖਦੇ ਹਾਂ ਸਿੱਖ ਮੁਸਲਿਮ ਸਾਂਝ ਦੀਆਂ ਮਿਸਾਲਾਂ ਪੇਸ਼ ਹੁੰਦੀਆਂ ਨੇ, ਇਹ
ਹਿੰਦੂਆਂ ਦੇ ਨਾਲ ਕਿਉਂ ਨਹੀਂ ਇਹ ਸਾਂਝ ਬਣ ਪਾਉਂਦੀ? ਦੇਖੋ ਪਤਾ ਕੀ ਗੱਲ ਹੈ, ਵੈਸੇ ਤਾਂ ਅਗਰ ਹਿੰਦੂ ਪਾਸੇ ਕੋਈ ਧਰਮ ਨਹੀਂ ਹੈ, ਤੁਹਾਨੂੰ ਦੱਸਦਾ ਮੈਂ। ਅੱਛਾ। ਅਸਲ ਪ੍ਰੋਬਲਮ ਇੱਥੇ ਖੜੀ ਹੋਈ ਹੈ, ਅਸਲ ਧਰਮ ਦੀ ਸਨਾਤਨ ਧਰਮ, ਜਿਹਨੂੰ ਅੱਜ ਹਿੰਦੂ ਧਰਮ ਕਿਹਾ ਜਾਂਦਾ ਹੈ। ਸਨਾਤਨ ਧਰਮ ਦੇ ਜਿਹੜੇ ਮੁੱਢਲੇ ਨਿਯਮ ਨੇ ਉਹ ਇਹੀ ਨੇ, ਉਹਨਾਂ ਦੀ ਇੱਕ ਹੈਗਾ ਬਰਮ ਸੂਤਰਾ, ਏਕਮ ਬਰਮ ਦੋਇਤਿਆ ਨਾਸਤੇ ਨੇਹਾ ਨਾ ਨਾਸਤੇ ਕੰਚਨ। ਜੀ ਜੀ। प्रभु रब एक ही है, दूसरा नहीं है नहीं है नहीं है, पूरा जिन्ना भी नहीं है। दूसरा थीगा भी जो दुनिया च अंधकार पा जाता तर हर एक जान पैदा करता है। बिल्कुल। तीसरा उनका फंडामेंटल, मेरी किताब है हिंदू मत ते इस्लाम, तो जो संसार तो बंदा छड़ गया तो उन्हें अपने चंगे मंदे कर्म का फल लेना हैगा। गुरबाणी भी यही कहते हैं, सबना का दर लेखा होए करनी बाजो तरे ना कोई। श्री गुरु ग्रंथ साहब बार राम कली आसा श्लोक महला पहला अंग 953 ते। जी जी। इस्लाम भी यही कहते हैं। ਜਿਹੜਾ ਅੱਜ ਦਾ ਹਿੰਦੂ ਧਰਮ ਹੈ ਨਾ, ਉਹਦਾ ਸਾਡੀ ਸਾਂਝ ਕਿਉਂ ਨਹੀਂ ਬਣ ਰਹੀ? ਕਿਉਂਕਿ ਇੱਥੇ ਏਕ ਦਾ ਔਰ ਅਨੇਕ ਦਾ ਮਸਲਾ ਹੈ। ਸਾਡੀ ਜਿਹੜੀ ਨੀਂਹ ਹੈ ਨਾ, ਸ਼੍ਰੀ ਗੁਰੂ ਨਾਨਕ ਸਾਹਿਬ ਪਹਿਲੀ ਪਾਤਸ਼ਾਹੀ, ਸਿੱਖੀ ਦੇ ਬਾਨੀ, ਸਿੱਖੀ ਦੇ ਮੋਢੀ ਜਿਹੜੇ ਥੇ, ਉਹਨਾਂ ਨੇ ਅਕਾਲ ਪੁਰਖ ਦੀ ਏਕਤਾ ਦੀ ਨੀਂਹ ਤੇ ਹੀ ਸਿੱਖੀ ਦੀ ਸਥਾਪਨਾ ਕੀਤੀ। ਇਹਨੂੰ ਸਮਝ ਲਓ ਗੱਲ ਨੂੰ ਧਿਆਨ ਨਾਲ। ਬਿਲਕੁਲ। ਅਕਾਲ ਪੁਰਖ ਦੀ ਏਕਤਾ ਨੂੰ ਅਰਬੀ ਭਾਸ਼ਾ ਵਿੱਚ ਤੌਹੀਦ ਕਿਹਾ ਜਾਂਦਾ ਹੈ। ਇਸਲਾਮ ਦੀ ਨੀਂਹ ਵੀ ਤੌਹੀਦ ਹੈ। ਬਿਲਕੁਲ। ਸਾਡੀ ਜੜ ਇੱਕ ਹੈ, ਦੋ ਟਹਿਣੀਆਂ ਨਿਕਲ ਰਹੀਆਂ। ਉਧਰ ਪਾਸੇ ਅਨੇਕ ਹੈ, ਉਧਰ ਤਾਂ 33 ਕਰੋੜ ਜਾਂ 33 ਲੱਖ ਜਾਂ 33,000 ਦੇਵੀ ਦੇਵਤਾ ਨੇ, ਠੀਕ ਹੈ ਨਹੀਂ? ਸਾਡੀ ਫੰਡਾਮੈਂਟਲ ਜਿਹੜੀ ਹੈ ਨੇ ਬੁਨਿਆਦ ਹੀ ਨਹੀਂ ਮਿਲ ਰਹੀ ਹੈਗੀ, ਤੇ ਇਸ ਕਰਕੇ ਜਿਹਦੀ ਜੜ ਇੱਕ ਅਲੱਗ-ਅਲੱਗ, ਉਹ ਤੇ ਫਿਰ ਕੀ ਕਰ ਸਕਦੇ ਹੋ ਤੁਸੀਂ? ਸੋ ਡਾਕਟਰ ਸਾਹਿਬ, ਇਹ ਵੀ ਇਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਕੱਟੜਪੁਣਾ, ਕਿ ਸਾਡੇ ਕਿ ਅਸੀਂ ਕੱਟੜ ਆ। ਤੁਸੀਂ ਕੀ ਸਮਝਦੇ ਹੋ ਕੱਟੜ ਸ਼ਬਦ? ਅਸਲ ਕੱਟੜ ਦੀ ਮੈਂ ਦੱਸਿਆ ਨਾ, ਜਿਵੇਂ ਪਰਿਭਾਸ਼ਾ ਬਦਲਤੀ ਉਹਦੀ, ਕੀ ਕਹਿੰਦੇ ਨੇ ਇਹਨੂੰ, ਤੁਸੀਂ ਜਿਹੜੀ ਗੱਲ ਕੀਤੀ ਸੀ ਨਕਸ਼ਬੰਦੀ ਸਿਲਸਿਲੇ ਦੀ। ਕੱਟੜ ਮਤਲਬ ਇਹ ਹੁੰਦਾ ਹੈ ਜਿਹੜਾ ਆਪਣੇ ਧਰਮ ਦੀਆਂ ਸਿੱਖਿਆਵਾਂ ਨੂੰ ਪੂਰਾ ਫਾਲੋ ਕਰੇ। ਅੱਜ ਉਹ ਹੈ ਨਾ, ਜਿਹੜੇ ਅਸੀਂ ਬਗੈਰ BA ਪਾਸ ਕੀਤੇ MA ਬਣੇ ਹੋਏ ਹਾਂ, ਅਸੀਂ ਧਾਰਮਿਕ ਤਾਂ ਹੈਗੇ, ਪਰ ਸਾਨੂੰ ਧਰਮ ਦੇ ਬਾਰੇ ਕੁਝ ਨਹੀਂ ਪਤਾ। ਸਾਡੇ ਕੋਲ ਪਹਿਰਾਵੇ ਦਾ ਧਰਮ ਹੈ। ਇਸ ਕਰਕੇ ਜਦੋਂ ਅਸੀਂ ਕਰਦੇ ਹਾਂ ਨਾ, ਅਸੀਂ ਫਿਰ ਉਹਦੀ ਨੀਮ ਹਕੀਮ ਖਤਰਾ ਹੈ ਜਾਨ, ਇੱਕ ਕਹਾਵਤ ਹੈ, ਨੀਮ ਕਹਿੰਦੇ ਅੱਧਾ। ਨੀਮ ਜਿਹੜਾ ਡਾਕਟਰ ਹੁੰਦਾ ਉਹ ਜਾਨ ਦਾ ਖਤਰਾ ਹੈ, ਟੀਕਾ ਲਾਉ ਮਾਰ ਦੂ ਬੰਦੇ ਨੂੰ। ਇਸ ਲਈ ਨੀਮ ਮੁੱਲਾ, ਨੀਮ ਅੱਧਾ ਗਿਆਨੀ, ਉਹ ਖਤਰਾ ਇਮਾਨ ਹੈ। ਅਸੀਂ ਉਹ ਉਸ ਤਰ੍ਹਾਂ ਦੇ ਧਾਰਮਿਕ ਹਾਂ। ਕੱਟੜ ਉਹ ਹੁੰਦਾ ਹੈ ਜਿਹੜਾ ਧਰਮ ਨੂੰ ਪੂਰੀ ਤਰ੍ਹਾਂ ਸੋਚ ਸਮਝ ਕੇ ਉਹਦੀ ਸਿੱਖਿਆਵਾਂ ਦੀ ਪਾਲਣਾ ਕਰਦਾ ਹੁੰਦਾ, ਠੀਕ ਹੈ ਨਹੀਂ? ਅੱਜ ਨੇ ਪਰਿਭਾਸ਼ਾ ਬਦਲਤੀ, ਉਹਨੂੰ ਆਉਂਦਾ ਕੁਝ ਨਹੀਂ ਹੁੰਦਾ, ਧਾਰਮਿਕ ਬਣ ਜਾਂਦਾ ਹੈ। ਪ੍ਰੋਬਲਮ ਇੱਥੇ ਹੈ ਅਸਲ। ਡਾਕਟਰ ਸਾਹਿਬ, ਇਹ ਜਿਹੜੇ ਸੱਤਾਧਾਰੀ ਲੋਕ ਨੇ, ਉਹਨਾਂ ਦੇ ਵੱਲੋਂ ਹੀ ਇਹ ਨਫ਼ਰਤ ਹੈ ਜਿਹੜੀ ਫੈਲਾਈ ਜਾ ਰਹੀ ਹੈ। ਜੇ ਆਪਾਂ ਜ਼ਮੀਨੀ ਪੱਧਰ ਤੇ ਦੇਖ ਲਈਏ, ਆਪਾਂ ਆਮ ਇਨਸਾਨਾਂ ਦੇ ਵਾਂਗੂ ਰਹਿੰਦੇ ਆ। ਇੱਥੇ ਹਿੰਦੂ ਵੀ ਨੇ, ਮੁਸਲਿਮ ਵੀ ਨੇ, ਸਿੱਖ ਵੀ ਨੇ। ਸੋ ਇੱਥੇ ਹਿੰਦੂਆਂ ਦੇ ਨਾਲ ਕੋਈ ਖਾਸ ਮਤਭੇਦ ਹੈ ਆਮ ਲੋਕਾਂ ਦੇ ਵਿੱਚ? ਇਹ ਸਿਰਫ ਸੱਤਾ ਦੇ ਵਿੱਚ ਹੀ ਦਿਖਦਾ ਕਿ ਆਮ ਤੌਰ ਤੇ ਵੀ ਇਹ ਪਹੁੰਚ ਗਿਆ? ਵੈਸੇ ਤਾਂ ਦੇਖੋ, ਬਹੁਤ ਸੌਖਾ ਹੈ ਹਿੰਦੂ ਜਾਂ ਮੁਸਲਮਾਨ ਹੋਣਾ, ਪਰ ਬਹੁਤ ਔਖਾ ਹੈ ਆਦਮੀ ਦਾ ਇਨਸਾਨ ਹੋਣਾ। ਸੰਸਾਰ 'ਚ ਜਨਮ ਲੈਣ ਵਾਲਾ ਹਰ ਨਵ ਜਨਮ ਬੱਚਾ ਇਨਸਾਨ ਬਣ ਕੇ ਪੈਦਾ ਹੁੰਦਾ ਹੈ, ਤੇ ਉਹਦਾ ਧਰਮ ਇਨਸਾਨੀਅਤ ਹੁੰਦਾ ਹੈ। ਮਗਰੋਂ ਘਰ ਦੇ ਜਾਂ ਆਲੇ ਦੁਆਲੇ ਦੇ ਮਾਹੌਲ ਦੇ ਅਨੁਸਾਰ ਉਹ ਹਿੰਦੂ, ਮੁਸਲਮਾਨ, ਸਿੱਖ, ਈਸਾਈ ਬਣ ਜਾਂਦਾ ਹੁੰਦਾ। ਇਸ ਕਰਕੇ ਬੇਸਿਕਲੀ ਤਾਂ ਅਸੀਂ ਇਨਸਾਨ ਆ ਪਹਿਲਾਂ। ਲੇਕਿਨ ਜਿਹੜੇ ਸਿਆਸੀ ਲੋਕ ਨੇ ਨਾ, ਉਹ ਇਹਨਾਂ ਆਪਣੀ ਰੋਟੀਆਂ ਸਿੱਖਣ ਲਈ ਸਾਡੇ ਵਿਚਕਾਰ ਨਫ਼ਰਤ ਦੀ ਦੀਵਾਰ ਖੜੀ ਕਰਦੇ ਰਹਿੰਦੇ ਨੇ। ਕਿਉਂਕਿ ਵੈਸੇ ਤਾਂ ਭਾਰਤੀ ਸੰਵਿਧਾਨ ਸਾਨੂੰ ਇਜਾਜ਼ਤ ਦਿੰਦਾ ਹਰ ਧਰਮ ਵਾਲਾ ਆਪਣੇ ਧਰਮ ਦੇ ਮੁਤਾਬਕ ਆਪਣੀ ਪੂਜਾ ਪਾਠ ਕਰੇ, ਸਾਨੂੰ ਕੋਈ ਮਤਲਬ ਨਹੀਂ ਹੈ, ਠੀਕ ਹੈ ਨਹੀਂ? ਲੇਕਿਨ ਕਿਉਂਕਿ ਅਸੀਂ ਇਸ ਚੀਜ਼ ਨੂੰ, ਜਿਹੜੇ ਸੱਤਾ ਦੇ ਲੋਕ ਨੇ, ਉਹਨਾਂ ਨੇ ਆਪਣੀ ਕੁਰਸੀ ਚਲਾਉਣੀ ਹੁੰਦੀ ਹੈ, ਇਸ ਤਰ੍ਹਾਂ ਦੇ ਸਾਡੇ ਖਿਲਾਫ ਵਿਚਕਾਰ ਸਾਡੇ ਵਿੱਚੋਂ ਹੀ ਲੋਕ ਖਰੀਦ ਕੇ, ਮੈਂ ਕਿਹਾ ਨਾ ਬਕਾਊ ਮਾਲ ਹੁੰਦਾ, ਉਹਨਾਂ ਨੂੰ ਖੜਾ ਕਰ ਦਿੰਦੇ ਨੇ। ਤਾਂ ਫਿਰ ਐਸੇ ਬਿਆਨ ਦਿੰਦੇ ਨੇ ਜਿਹੜਾ ਲੱਗਦਾ ਵੀ ਇਹਦਾ ਕੱਟੜ ਹੈ, ਉਹਨੂੰ ਕੱਟੜ ਕਹਿੰਦੇ, ਉਹਨੂੰ ਖੁਦ ਬੰਦੇ ਨੂੰ ਧਰਮ ਦਾ ਪਤਾ ਹੀ ਨਹੀਂ ਹੁੰਦਾ। ਬਿਲਕੁਲ ਬਿਲਕੁਲ। ਸੋ ਡਾਕਟਰ ਸਾਹਿਬ, ਹੁਣੇ ਮੇਰੇ ਮਨ 'ਚ ਇੱਕ ਹੋਰ ਸਵਾਲ ਆਇਆ। ਕਰਤਾਰਪੁਰ ਲਾਂਘਾ ਖੁੱਲਿਆ, ਮੈਂ ਵੀ ਕਰਤਾਰਪੁਰ ਸਾਹਿਬ ਰਾਹੀਂ ਜਾ ਕੇ ਆਈ ਹਾਂ, ਤਾਂ ਪਹਿਲੀ ਵਾਰ ਮੇਰਾ ਮੁਸਲਿਮ ਭਾਈਚਾਰੇ ਨਾਲ ਇੰਨਾ ਨੇੜਿਓਂ ਰਾਬਤਾ ਜਿਹੜਾ ਹੋਇਆ ਸੀ, ਜਿਹੜੀ ਉਹਨਾਂ ਦੀ ਪ੍ਰਾਹੁਣਾਚਾਰੀ ਸੀ, ਜਿਹੜੀ ਹੌਸਪਿਟੈਲਿਟੀ ਸੀ, ਉਹ ਕਮਾਲ ਦੀ ਸੀ। ਕਰਤਾਰਪੁਰ ਲਾਂਘੇ ਤੇ ਤੁਹਾਡੀ ਕੀ ਟਿੱਪਣੀ ਹੈ? ਤੁਸੀਂ ਕੀ ਮਹਿਸੂਸ ਕਰਦੇ ਹੋ? ਸਿੱਖ ਭਾਈਚਾਰਾ ਬਹੁਤ ਖੁਸ਼ ਹੈ। ਦੇਖੋ, ਮੈਂ ਤੁਹਾਨੂੰ ਪਹਿਲਾਂ ਦੱਸੀ ਨਾ ਵੀ ਇੱਕ ਜਿਹੜੀ ਨਫ਼ਰਤ ਦੀ ਘਿਰਨਾ ਦੀ ਕੰਧ ਖੜੀ ਕੀਤੀ ਗਈ ਸੀ ਅੰਗਰੇਜ਼ ਦੌਰ 'ਚ, ਉਹਦੀਆਂ ਇੱਟਾਂ ਤਾਂ ਉਸ ਵੇਲੇ ਗਿਣੀਆਂ ਸ਼ੁਰੂ ਹੋ ਜਾਂਦੀਆਂ ਸਨ ਜਦੋਂ 83 ਜੁਰੇ ਸੰਤਾਂ ਵੱਲੋਂ ਲਾਇਆ ਗਿਆ ਸੀ ਮੋਰਚਾ, ਜਿਹਦੇ 'ਚ ਮੁਸਲਮਾਨਾਂ ਨੇ ਕੁਰਬਾਨੀਆਂ ਦਿੱਤੀਆਂ। ਕਿਉਂਕਿ ਉਹ ਨਫ਼ਰਤ ਦੀ ਜਦੋਂ ਦੱਸਿਆ ਵੀ ਸਾਡੀ ਲੜਾਈ ਤਾਂ ਸਾਡੀ ਸੀ, ਮੁਸਲਮਾਨ ਕਿਉਂ ਸਾਡੀ 'ਚ ਕੁੱਦੇ ਆ ਕੇ ਮੋਰਚੇ? ਕੁਰਬਾਨੀ ਕੌਣ ਦਿੰਦਾ ਅੱਜ ਕੱਲ੍ਹ? ਜਾਣ ਦੇਣੀ ਬੜੀ ਔਖੀ ਹੈ, ਕਹਿਣਾ ਬੜਾ ਆਸਾਨ ਹੈ। ਬਿਲਕੁਲ। ਤੇ ਉਹ ਉਸ ਦੀ ਜਿਹੜੀ ਕੰਧ ਸੀ ਉਸ ਦਿਨ ਢਾਟੇਰੀ ਹੋ ਗਈ, ਤੇ ਉਹਦੀ ਆਖਰੀ ਇੱਟ ਵੀਰ ਗਈ ਸਾਡੀ ਨਫ਼ਰਤ ਦੀ, ਜਿਹੜੀ ਸਿੱਖ ਮੁਸਲਮਾਨਾਂ ਦੀ ਸੀ, ਜਿਸ ਦਿਨ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹੇ ਦਰਸ਼ਨ ਦੀਦਾਰਿਆਂ ਲਈ ਖੋਲ੍ਹ ਦਿੱਤਾ ਗਿਆ। ਬਿਲਕੁਲ। ਔਰ ਇਹਦਾ ਹੋ ਕੇ ਰਹਿਣਾ ਸੀ, ਕਿਉਂਕਿ ਮੈਂ ਇਹਦੇ ਬਾਰੇ ਤੁਹਾਨੂੰ ਇੱਕ ਘਟਨਾ ਦੱਸ ਦੇਵਾਂ। ਸ਼੍ਰੀ ਗੁਰੂ ਨਾਨਕ ਸਾਹਿਬ ਇਹ ਕਰ ਗਏ ਸੀ। ਇਤਿਹਾਸ ਦੱਸਦਾ ਹੈ, ਜਦੋਂ ਭਾਈ ਮਰਦਾਨੇ ਦਾ ਆਖਰੀ ਸਮਾਂ ਆਇਆ ਤਾਂ ਉਹ ਅਫਗਾਨਿਸਤਾਨ ਵਿੱਚ ਇੱਕ ਦਰਿਆ ਹੈ ਜਿਹਦਾ ਨਾਮ ਖੁਰਮ ਹੈ। ਉਹ ਦਰਿਆ ਦੇ ਕੰਢੇ ਭਾਈ ਮਰਦਾਨਾ ਲੇਟੇ ਹੋਏ ਥੇ, ਤੇ ਗੁਰੂ ਸਾਹਿਬ ਉਹਦੇ ਕੋਲੇ ਬੈਠੇ ਥੇ, ਤੇ ਭਾਈ ਮਰਦਾਨਾ ਬੇਹੋਸ਼ ਹੋ ਗਏ, ਤੇ ਗੁਰੂ ਸਾਹਿਬ ਨੇ ਪਿਆਰ ਨਾਲ ਚੱਕ ਕੇ ਉਹਨਾਂ ਦਾ ਸਿਰ ਆਪਣੀ ਗੋਦੀ 'ਚ ਰੱਖ ਲਿਆ। ਤੇ ਜਦੋਂ ਉਹ ਦੁਬਾਰਾ ਹੋਸ਼ ਆਉਂਦਾ ਤਾਂ ਅੱਖਾਂ ਖੋਲ੍ਹਦੇ ਨੇ, ਤਾਂ ਗੁਰੂ ਸਾਹਿਬ ਦੀ ਅੱਖਾਂ 'ਚ ਹੰਝੂ ਨੇ। ਇੱਕ ਹੰਝੂ ਰੂਹਾਨੀ ਹੰਝੂ ਅੰਦਰੋਂ ਰੂਹ 'ਚੋਂ ਨਿਕਲਿਆ ਹੋਇਆ, ਉਹ ਨਿਕਲ ਕੇ ਭਾਈ ਮੱਥੇ ਦੇ
ਭਾਈ ਮਰਦਾਨਾ ਦੇ ਮੱਥੇ ਤੇ ਟਿਕਦਾ ਹੈ। ਜੀ। ਤੇ ਉਹਦਾ ਜਿਵੇਂ ਭਾਈ ਮਰਦਾਨਾ ਇੰਤਜ਼ਾਰ ਹੀ ਕਰ ਰਹੇ ਹੁਣ, ਉਸ ਤੋਂ ਬਾਅਦ ਉਹਨਾਂ ਨੇ ਅਕਾਲ ਚਲਾਣਾ ਹੁੰਦਾ ਹੈ। ਸਾਡਾ ਤਾਂ ਇਹ ਰੂਹਾਨੀ ਉਹ ਸੀਗਾ, ਇਹ ਹੋ ਕੇ ਹੀ ਰਹਿਣਾ ਸੀ, ਕਿਉਂਕਿ ਗੁਰੂ ਸਾਹਿਬ ਦੀ ਬਾਣੀ ਹੈ, ਕੂੜ ਨਿਖੱਟੇ ਨਾਨਕਾ ਓੜਕ ਸੱਚ ਰਹੀ। ਸੱਚ ਨੂੰ ਝੂਠ ਨਾਲ ਕੁਝ ਦੇਰ ਵਾਸਤੇ ਦਬਾਇਆ ਜ਼ਰੂਰ ਜਾ ਸਕਦਾ ਹੈ, ਜਿਸ ਤਰ੍ਹਾਂ ਸਾਡੇ ਬੈਰੀਆਂ ਨੇ ਕੀਤਾ, ਠੀਕ ਹੈ ਨਹੀਂ। ਅਖੀਰ ਨੂੰ ਜਿੱਤ ਸੱਚ ਦੀ ਹੋਣੀ ਸੀ, ਉਹ ਸੱਚ ਦੀ ਜਿੱਤ ਹੋ ਗਈ, ਰੰਗ ਖੋਲ ਕੇ ਸਾਡੀ ਜਿੱਤ ਕਰਾਤੀ ਅਕਾਲ ਪੁਰਖ ਨੇ, ਪਰਮਾਤਮਾ ਨੇ। ਜੀ। ਸੋ ਡਾਕਟਰ ਸਾਹਿਬ, ਆਖਰੀ ਸਵਾਲ ਹੈ, ਕੀ ਕਹਿਣਾ ਚਾਹੋਗੇ ਤੁਸੀਂ, ਜਿਸ ਤਰ੍ਹਾਂ ਖਾਸ ਤੌਰ ਤੇ ਤੁਹਾਡਾ ਇਹ ਵਿਸ਼ਾ ਹੈ ਸਿੱਖ ਮੁਸਲਿਮ ਸਾਂਝ ਦਾ, ਕੀ ਸੁਨੇਹਾ ਦਿਓਗੇ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ? ਮੈਂ ਇਹ ਕਹਿਣਾ ਚਾਹੁੰਦਾ ਵੀ ਸਿੱਖ ਭਰਾਵਾਂ ਨੂੰ ਚਾਹੀਦਾ ਹੈ, ਉਹ ਆਪਣੀ ਆਉਣ ਵਾਲੀ ਨਸਲ ਨੂੰ, ਦੇਖੋ ਜਿਹੜੇ ਹਾਲਾਤ ਚੱਲ ਰਹੇ ਨੇ, ਉਹਨਾਂ ਨੂੰ ਗੁਰਬਾਣੀ ਨਾਲ ਜੁੜਨਾ ਚਾਹੀਦਾ। ਜਦੋਂ ਗੁਰਬਾਣੀ ਨਾਲ ਜੁੜਨਗੇ ਤਾਂ ਉਹਨੂੰ ਅਕਾਲ ਪੁਰਖ ਦੀ ਏਕਤਾ ਦਾ ਉੱਥੋਂ ਆਵਾਜ਼ ਮਿਲੂਗੀ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ੁਰੂਆਤ ਹੀ ਇੱਕ ਓਂਕਾਰ ਤੋਂ ਹੁੰਦੀ ਹੈ, ਠੀਕ ਹੈ ਨਹੀਂ। ਇੱਕ ਓਂਕਾਰ ਦਾ ਜਿਹੜਾ ਮਿਸਟਰ ਮੈਕਾਲਫ ਹੋਏ ਨੇ ਅੰਗਰੇਜ਼ ਸਕੋਲਰ, ਉਹਨਾਂ ਨੇ ਜਿਹੜਾ ਅਰਥ ਕੀਤਾ ਹੈ, ਸ਼ੁਭਨਾਭ ਸਿੰਘ ਲਿਖਦੇ ਨੇ ਜੀਵਨ ਪ੍ਰੀਤੀ ਚੰਡੀਗੜ੍ਹ ਸਤੰਬਰ 1977 ਚ, ਉਹਦਾ ਅਰਥ ਕੀਤਾ ਮਿਸਟਰ ਮੈਕਾਲਫ ਨੇ, ਦੇਅਰ ਇਜ਼ ਨੋ ਅਦਰ ਬਟ ਵਨ ਗੋਡ। ਜੇ ਮੈਂ ਇਹਨੂੰ ਹੁਣ ਇਹਦਾ ਲਫ਼ਜ਼ੀ ਤਰਜਮਾ ਕਰਾਂ ਅਰਬੀ ਚ, ਤਾਂ ਲਾ ਇਲਾਹਾ ਇਲੱਲਾ ਬਣਦਾ ਹੈ, ਠੀਕ ਹੈ ਨਹੀਂ। ਸਾਡੀ ਤਾਂ ਇੰਨੀ ਨੇੜਤੋਂ ਦੀ ਸਾਂਝ ਹੈ, ਸਾਨੂੰ ਅਸਲ ਆਪਣੀਆਂ ਜੜ੍ਹਾਂ ਕੰਨੀ ਲੌਟਣਾ ਪਊਗਾ। ਸਾਨੂੰ ਉਹਨਾਂ ਨੂੰ, ਸਿੱਖ ਭਰਾਵਾਂ ਨੂੰ ਗੁਰਬਾਣੀ ਕਰਨੀ, ਤੇ ਮੁਸਲਮਾਨਾਂ ਨੂੰ ਕੁਰਾਨ ਔਰ ਹਦੀਸ ਵੱਲ, ਤੇ ਜਦੋਂ ਅਸੀਂ ਲੌਟ ਜਾਵਾਂਗੇ ਤਾਂ ਸਾਨੂੰ ਉੱਥੇ ਇੱਕ ਹੀ ਜੋਤ ਨਜ਼ਰ ਆਊਗੀ। ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਬਹੁਤ ਬਹੁਤ ਧੰਨਵਾਦ।